ਇੱਥੇ ਸਾਨੂੰ ਸਾਈਂ ਮੇਹਰ ਅਲੀ ਸ਼ਾਹ ਜੀ ਦੇ ਜੀਵਨ ਦਾ ਇੱਕ ਬੜਾ ਪਿਆਰਾ ਕਿੱਸਾ ਯਾਦ ਆ ਗਿਆ, ਜੋ ਬਹੁਤ ਬੜੀ ਬੰਦਗੀ ਕਰਨ ਵਾਲੇ ਫਕੀਰ ਹੋਏ ਹੈ, ਸਾਈਂ ਮੇਹਰ ਅਲੀ ਸ਼ਾਹ। ਹੁਣ ਜਦੋਂ ਉਹ ਸਮਝਾ ਰਹੇ ਸੀ ਤਾਂ ਉੱਥੇ ਇੱਕ ਮਨਮੁਖੀ ਬੰਦਾ ਬੈਠਾ ਸੀ। ਉਹ ਉੱਠ ਕੇ ਖੜ ਗਿਆ, ਕਹਿੰਦਾ ਮਹਾਰਾਜ ਇਹ ਕਿੱਦਾਂ ਹੋ ਸਕਦਾ, ਫਕੀਰਾਂ ਦੀ ਸੋਬਤ ਚਾਣ ਨਾਲ ਉਹ ਚੀਜ਼ ਆਸਾਨੀ ਨਾਲ ਮਿਲ ਜਾਵੇ ਜਿਹੜੀ ਇਨਸਾਨ ਨੂੰ ਬੜੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਨਾ ਮਿਲੇ। ਇਹ ਕਿੱਦਾਂ ਹੋ ਸਕਦਾ ਕਿ ਫਕੀਰਾਂ ਦੀ ਸੋਬਤ 'ਚ ਬੈਠਣ ਨਾਲ ਹੀ ਬੰਦੇ ਦੇ ਗੁਨਾਹ ਬਖਸ਼ੇ ਜਾਣ। ਇਹ ਕਿੱਦਾਂ ਹੋ ਸਕਦਾ ਕਿ ਫਕੀਰਾਂ ਦੀ ਸੋਬਤ 'ਚ ਆਉਣ ਨਾਲ ਹੀ ਬੰਦੇ ਨੂੰ ਰੱਬ ਦੀਆਂ ਰਹਿਮਤਾਂ ਹਾਸਿਲ ਆਸਾਨੀ ਨਾਲ ਹੋ ਜਾਂਦੀਆਂ ਹੈ। ਕਿੱਦਾਂ ਹੋ ਸਕਦਾ ਹੈ? ਇੱਕ ਔਰਤ ਇੱਕ ਬੱਸ 'ਚ ਸਫ਼ਰ ਕਰ ਰਹੀ ਸੀ, ਮਾੜੀ ਮਾੜੀ ਗੱਲ ਤੇ ਝਗੜਾ ਕਰਦੀ ਸੀ, ਸਾਰੀ ਬੱਸ ਪਰੇਸ਼ਾਨ ਸੀ ਇਹਦੇ ਤੋਂ। ਕੰਡਕਟਰ ਨੂੰ ਪੁੱਛਿਆ, ਭਾਈ ਉਤਰਨਾ ਕਿੱਥੇ ਇਹਨਾਂ ਮੁਸੀਬਤ ਨੇ? ਹਾਲੇ ਡੋਰ ਚੋਂ ਦਰਵਾਜ਼ੇ ਚੋਂ ਥੱਲੇ ਉਤਰਨੇ ਕੰਡਕਟਰ ਨੇ ਕਿਹਾ, ਆ ਮੈਡਮ ਤੁਹਾਡੀ ਉਹ ਚੀਜ਼ ਰਹਿ ਤਾਂ ਨਹੀਂ ਗਈ, ਚੈੱਕ ਕਰ ਲਓ ਜ਼ਰਾ। ਇੱਕ ਦਿਨ ਮੇਹਰ ਅਲੀ ਸ਼ਾਹ ਇੱਕ ਜਗ੍ਹਾ ਬੈਠੇ ਤਸਵੀਰ ਲੈ ਕੇ ਆਪਣੇ ਰੱਬ ਦਾ ਨਾਮ ਲੈ ਰਹੇ ਹੈ। ਉਹਨਾਂ ਨੇ ਅੰਗਰੇਜ਼ ਨੇ ਨਾ ਇੱਥੇ ਪਿਸਤੌਲ ਲਗਾਈ ਹੋਈ ਸੀ, ਕਮਰ ਦੇ ਨਾਲ ਗਨ ਬੰਨੀ ਹੋਈ ਸੀ, ਰਿਵਾਲਵਰ। ਤਾਂ ਮੇਹਰ ਅਲੀ ਨੇ ਉੱਧਰ ਨੂੰ ਇਸ਼ਾਰਾ ਕੀਤਾ, ਕਹਿੰਦੇ ਉਹ ਕੀ ਹੈ ਜੋ ਤੂੰ ਬੰਨਿਆ ਹੋਇਆ ਲੱਕ ਤੇ? ਤਾਂ ਉਹ ਕਹਿੰਦੇ ਮਾਲਕੋ, ਜਦੋਂ ਦਾ ਸਤਸੰਗ ਸੁਣਨ ਲੱਗਾ ਇਸ ਪਰਿਵਾਰ ਦਾ ਥੈਂਕ ਯੂ, ਤੁਹਾਡੇ ਨਾਲ ਜੋੜਿਆ, ਹੁਣ ਮੈਂ ਜਿਹੜੇ ਕੰਮ ਨੂੰ ਵੀ ਹੱਥ ਪਾਉਂਦਾ ਮੈਨੂੰ ਸਫਲਤਾ ਮਿਲਦੀ ਹੈ, ਜਲਦੀ ਮੈਂ ਆ ਗਿਆ, ਮੈਂ ਵੀ ਸਤਸੰਗ ਕਰਵਾਉਣਾ ਹੈ। ਯਾਨੀ ਬਦਲਾਵ ਆਉਂਦਾ ਇਨਸਾਨ ਦੀ ਜ਼ਿੰਦਗੀ 'ਚ ਜਦੋਂ ਇਨਸਾਨ ਵਿਸ਼ਵਾਸ ਨਾਲ ਆਪਣੇ ਮਾਲਿਕ ਨਾਲ ਕਹਿੰਦਾ। ਕੰਮ ਉਹਨਾਂ ਨੇ ਦੱਸਿਆ ਕਿ ਕੰਮ ਪਹਿਲਾਂ ਵੀ ਉਹੀ ਸੀ, ਪਰ ਸਫਲਤਾ ਨਹੀਂ ਮਿਲਦੀ ਸੀ, ਕੋਈ ਵੀ ਕੰਮ ਨਹੀਂ ਹੁੰਦਾ ਸੀ। ਪਰ ਜਾਂਦੇ ਜਾਂਦੇ ਸਾਨੂੰ ਇੱਕ ਫਕੀਰ ਦਾ ਵਾਕਿਆ ਯਾਦ ਆ ਰਿਹਾ, ਜਿਨ੍ਹਾਂ ਦਾ ਨਾਮ ਸੀ ਸ਼ੇਖ ਮਗਰਬੀ। ਬਹੁਤ ਬੜੇ ਸ਼ੇਖ ਹੋਏ, ਬਹੁਤ ਬੰਦਗੀ ਕਰਨ ਵਾਲੇ, ਬਹੁਤ ਪਰਮਾਤਮਾ ਦੀ ਭਗਤੀ ਕਰਨ ਵਾਲੇ। ਹਜ਼ੂਰ ਮੁਹੰਮਦ ਨੇ ਅੱਗੇ ਕਿਹਾ, ਮਗਰਬੀ ਉੱਠ ਉੱਠ। ਮਗਰਬੀ ਸੁਪਨੇ 'ਚ ਹੀ ਸੁੱਤੇ ਪਏ ਉੱਠ ਕੇ ਬਹਿ ਜਾਂਦੇ ਹਜ਼ੂਰ ਨੂੰ ਦੇਖ ਕੇ, ਤਾਂ ਹੱਥ ਜੋੜ ਕੇ ਕਹਿੰਦੇ, ਹਜ਼ੂਰ ਤੁਸੀਂ ਹੁਕਮ ਕਰੋ। ਅੱਖ ਖੁੱਲੀ ਤਾਂ ਹੁਣ ਅੰਦਰ ਇੰਨਾ ਪਿਆਰ ਹੈ ਕਿ ਹਜ਼ੂਰ ਆਪ ਆਏ ਆ, ਤਾਂ ਇਦਾਂ ਦੀ ਅੰਦਰ ਖਿੱਚ ਪਈ ਕਿ ਜੁੱਤੀ ਪਾਣੀ ਵੀ ਭੁੱਲ ਗਏ ਔਰ ਦੌੜ ਪਏ ਦਰੋਗਾ ਦੇ ਘਰ ਦੀ ਤਰਫ ਕਿ ਹਜ਼ੂਰ ਦਾ ਹੁਕਮ ਹੈ, ਇਹਨੂੰ ਫਟਾਫਟ ਪੂਰਾ ਕਰਨਾ ਹੈ। ਨੌਕਰ ਨੇ ਆਵਾਜ਼ ਮਾਰੀ, ਥਾਣੇਦਾਰ ਦੌੜਾ ਆਇਆ, ਦੇਖਿਆ ਸਾਹਮਣੇ ਸ਼ੇਖ ਸਾਹਿਬ ਨੂੰ ਖੜੇ, ਹੱਥ ਜੋੜ ਕੇ ਖੜੇ, ਹਜ਼ੂਰ ਤੁਸੀਂ ਮੇਰੇ ਮੁਰਸ਼ਿਦ ਹੋ, ਅੱਧੀ ਰਾਤ ਨੂੰ ਨੰਗੇ ਪੈਰੀ ਮੇਰੇ ਘਰ ਚੱਲ ਕੇ ਆਏ ਹੋ। ਹਜ਼ੂਰ ਤੁਸੀਂ ਇੱਕ ਸੁਨੇਹਾ ਭੇਜਦੇ ਤਾਂ ਮੈਂ ਤੁਹਾਡੇ ਕੋਲ ਆ ਜਾਣਾ ਸੀ। ਉਹ ਐਸੀ ਵੀ ਦੇਖਣਾ ਉਹ ਆਸ਼ਿਕ ਕਿੱਦਾਂ ਦਾ ਹੈ ਕਿ ਅੱਧੀ ਰਾਤ ਨੂੰ ਹਜ਼ੂਰ ਆਪ ਆ ਕੇ ਹੁਕਮ ਕਰਦੇ ਮੈਨੂੰ ਕਿ ਜਾ ਕੇ ਰੱਬ ਦੇ ਆਸ਼ਿਕ ਨੂੰ ਕਢਾ ਕੈਦਖਾਨੇ ਚੋਂ। ਉਹਨੂੰ ਤਾਂ ਮੈਂ ਵੀ ਦੇਖਣਾ ਚਾਹੁੰਦਾ ਹਾਂ ਕਿ ਜੇ ਇਹਨੂੰ ਬੰਦ ਤੂੰ ਕੀਤਾ ਤਾਂ ਫਿਕਰ ਉਹਨਾਂ ਨੂੰ ਹੋਵੇ। ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਇੱਕ ਸੂਫੀ ਸ਼ਾਇਰ ਨੇ ਇੱਕ ਕਲਾਮ ਦੇ ਅੰਦਰ ਬੜਾ ਪਿਆਰਾ ਲਿਖਿਆ ਹੈ ਕਿ ਨਾ ਕੋਈ ਦਵਾ ਕਹਿੰਦੇ ਮੈਡੀਸਨ ਨੂੰ, ਇੱਥੇ ਦਵਾ ਦੀ ਗੱਲ ਕੀਤੀ, ਦੁਆ ਦੀ ਨਹੀਂ, ਕਿਉਂਕਿ ਦੁਆ ਦਾ ਮਤਲਬ ਹੁੰਦਾ ਅਰਦਾਸ, ਪ੍ਰਾਰਥਨਾ, ਬੇਨਤੀ। ਪਰ ਦਵਾ ਦਾ ਮਤਲਬ ਹੁੰਦਾ ਹੈ ਜੋ ਸਾਨੂੰ ਡਾਕਟਰਾਂ, ਵੈਦਾਂ, ਹਕੀਮਾਂ ਕੋਲੋਂ ਮੈਡੀਸਨ ਮਿਲਦੀ ਹੈ। ਸੋ ਇਹ ਸ਼ਾਇਰ ਨੇ ਬੜਾ ਪਿਆਰਾ ਲਿਖਿਆ ਹੈ ਕਿ ਨਾ ਕੋਈ ਦਵਾ ਨਾ ਦੁਨੀਆ, ਨਾ ਕੋਈ ਦਵਾ ਨਾ ਦੁਨੀਆ, ना कोई जाम सहारा देता है, ना कोई दवा ना दुनिया, ना कोई जाम सहारा देता है, मुश्किल पे तो मेरे मालिक का बस नाम सहारा देता है। सो दसिया गया है कि इंसान के जीवन च जदों मुश्किल आती है, कोई प्रॉब्लम आती है, कोई परेशानी आती है, तो इंसान या दवाइयां की तरफ दौड़ता है। ठीक है, जिथे दवाई की जरूरत है दवाई लै भी लेनी चाहिए है, समझते हो कि नहीं? पर विश्वास ये रखना चाहिए है कि दवाई लै रहा हाँ, ये जो मेरा फर्ज है वो पूरा कर रहे हैं, पर यकीन मेरा अपने रब ते है, क्योंकि ठीक मैनू दवाई ने नहीं, उसकी रहमत ने करना है। जिदा डॉक्टर भी दवाई देंगे है ना, असीं कई बार जिक्र किया, पर इत्थे फिर करना पैना है, क्योंकि गल ही वो चल रही है कि कई बार डॉक्टर भी कहते भाई असीं दवाई दे सकते हैं, पर ठीक करना उपर वाले के हत्थ च है। इसलिए कोई डॉक्टर जदों ऑपरेशन करन जांदा तो भी भगवान अगे प्रार्थना करके जाता कि परमात्मा मैनू सक्सैसफुल करी, कामयाबी देई ताकि ऑपरेशन सफल हो जाए। या तुसीं किसी भी डॉक्टर नूं पुछ लो कि भाई तू गारंटी दे सकदा ठीक करन दी, उन्होंने कहना नहीं मैं सिर्फ दवाई दे सकदा, गारंटी मेरे हत्थ च नहीं है, ये तो उसकी किरपा नाल ही ठीक होना है। सो इत्थे दसिया है कि ना कोई दवा और ना दुनिया, क्योंकि जब भी इंसान के जीवन च कोई मुश्किल, कोई प्रॉब्लम, कोई परेशानी आती, तो या इंसान मैडिसन की तरफ दौड़ता है या दुनिया वाल दौड़ता है कि वो मेरी मदद करेगा, वो मेरी मदद करेगा। और या फिर जो सब तो ज़्यादा कमज़ोर हो किधर दौड़ता है? वो दौड़ता है जाम की तरफ, जाम यानी नशे की तरफ, शराब की तरफ,
ਕਿ ਭਾਈ ਇਹ ਮੁਸ਼ਕਿਲ ਦਾ ਕੋਈ ਹੱਲ ਹੈ ਨਹੀਂ, ਚਲੋ ਸ਼ਰਾਬ ਪੀ ਕੇ ਹੀ ਇਹ ਗਮ ਨੂੰ ਭੁਲਾਈਏ। ਹੁਣ ਨਸ਼ਾ ਕਰਕੇ ਥੋੜੀ ਦੇਰ ਵਾਸਤੇ ਚੀਜ਼ ਭੁੱਲ ਜ਼ਰੂਰ ਜਾਂਦੀ ਹੈ, ਪਰ ਦੂਰ ਨਹੀਂ ਹੁੰਦੀ। ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਕਿਸੇ ਦੇ ਘਰ 'ਚ ਸੱਪ ਆ ਗਿਆ, ਹੁਣ ਬੰਦਾ ਕਹੇ ਸੱਪ ਨੂੰ ਕੱਢਣ ਦੀ ਤਾਕਤ ਮੇਰੇ ਕੋਲ ਨਹੀਂ ਹੈ, ਪਰ ਰਾਤ ਨੂੰ ਨੀਂਦ ਵੀ ਨਹੀਂ ਆਣੀ, ਤਾਂ ਹੁਣ ਮੈਂ ਕੀ ਕਰਾਂ? ਸ਼ਰਾਬ ਦਾ ਇੰਨਾ ਨਸ਼ਾ ਕਰ ਲਵਾਂ ਬੇਹੋਸ਼ ਹੋ ਕੇ ਲੰਮਾ ਪੈ ਜਾਵਾਂ, ਤਾਂ ਕਿ ਡਰ ਵੀ ਨਿਕਲ ਜਾਵੇ ਤਾਂ ਨੀਂਦ ਵੀ ਆ ਜਾਵੇ। ਪਰ ਉਹ ਸਮਝਦਾਰੀ ਦੀ ਗੱਲ ਨਹੀਂ ਹੈ, ਕਿਉਂਕਿ ਸੱਪ ਤਾਂ ਆਪਣੀ ਜਗ੍ਹਾ ਹੀ ਹੈ। ਹੁਣ ਜੇ ਤੂੰ ਬੇਹੋਸ਼ੀ ਵਿੱਚ ਸੌਂ ਵੀ ਗਿਆ ਤਾਂ ਖਤਰਾ ਵੱਧ ਗਿਆ, ਕਿਉਂਕਿ ਹੋਸ਼ ਵਿੱਚ ਹੋਏਗਾ, ਮਾੜੀ ਜਿਹੀ ਵੀ ਹਰਕਤ ਹੋਏਗੀ ਤਾਂ ਉੱਠ ਕੇ ਚੁਕੰਨਾ ਹੋ ਕੇ ਮੁਕਾਬਲਾ ਕਰ ਸਕਦਾ ਹੈ। ਪਰ ਜੇ ਹੋਈ ਬੇਹੋਸ਼ ਗਿਆ ਤਾਂ ਫਿਰ ਉਹਦਾ ਮੁਕਾਬਲਾ ਕਿੱਦਾਂ ਕਰੇਗਾ? ਉਹ ਮੁਸੀਬਤ ਨੂੰ ਘਰੋਂ ਕਿੱਦਾਂ ਕੱਢੇਗਾ? ਕਿਉਂਕਿ ਕਿਸੇ ਵੀ ਮੁਸੀਬਤ ਨੂੰ ਘਰੋਂ ਕੱਢਣ ਵਾਸਤੇ ਸਾਡਾ ਮਜ਼ਬੂਤ ਹੋਣਾ, ਹੋਸ਼ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ। ਔਰ ਜਿਹੜੇ ਨਸ਼ੇ ਹੈ ਇਹ ਸਾਨੂੰ ਬੇਹੋਸ਼ੀ ਔਰ ਕਮਜ਼ੋਰੀ ਦੀ ਤਰਫ ਲੈ ਜਾਂਦੇ ਆ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਆ ਕਿ ਨਸ਼ਾ ਕਰਕੇ ਤਾਂ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਆਪਣੇ ਪੈਰਾਂ 'ਤੇ ਖੜਾ ਹੋ ਜਾਵਾਂ, ਉਹਦੇ ਪੈਰ ਵੀ ਕੰਬਦੇ ਆ, ਉਹਦੀ ਚਾਲ ਅੰਦਰ ਵੀ ਕੰਪਨ ਆ ਜਾਂਦੀ। ਔਰ ਕਈ ਵਾਰ ਤਾਂ ਕਈ ਇੰਨਾ ਨਸ਼ਾ ਕਰ ਲੈਂਦੇ ਕਿ ਉਹਨਾਂ ਤੋਂ ਖੜੇ ਵੀ ਨਹੀਂ ਹੋਇਆ ਜਾਂਦਾ, ਉਹ ਗਿਰ ਹੀ ਜਾਂਦੇ, ਔਰ ਇੱਦਾਂ ਦਾ ਗਿਰਦੇ ਮੁੜ ਕੇ ਉੱਠ ਵੀ ਨਹੀਂ ਹੁੰਦਾ, ਫਿਰ ਕਿਸੇ ਹੋਰ ਦੇ ਸਹਾਰੇ ਦੀ ਲੋੜ ਪੈਂਦੀ ਹੈ ਉਹਨਾਂ ਨੂੰ। ਹੁਣ ਜਿਹੜਾ ਇਨਸਾਨ ਇੰਨਾ ਕਮਜ਼ੋਰ ਹੋ ਜਾਵੇ ਕਿ ਆਪਣੇ ਪੈਰਾਂ 'ਤੇ ਨਹੀਂ ਖੜ ਸਕਦਾ, ਉਹਨਾਂ ਮੁਸ਼ਕਿਲਾਂ, ਪਰੇਸ਼ਾਨੀਆਂ, ਤਕਲੀਫਾਂ ਦਾ ਸਾਹਮਣਾ ਕੀ ਕਰਨਾ ਹੈ? ਇਸ ਲਈ ਜਿਹੜੇ ਮਾਲਿਕ ਦੇ ਪਿਆਰੇ ਹੈ ਉਹਨਾਂ ਨੂੰ ਇੱਕੋ ਹੀ ਗੱਲ ਦੱਸੀ ਜਾਂਦੀ ਹੈ ਕਿ ਜੀਵਨ 'ਚ ਮੁਸ਼ਕਿਲਾਂ ਆਉਣ, ਪਰੇਸ਼ਾਨੀਆਂ ਆਉਣ ਤਾਂ ਕਿਸੇ ਨਸ਼ੇ ਦਾ ਸਹਾਰਾ ਲੈਣ ਦੀ ਬਜਾਏ ਆਪਣੇ ਮਾਲਿਕ ਦਾ, ਜਿੱਦਾਂ ਅੱਗੇ ਦੱਸਿਆ ਹੈ, ਕਾਹਦਾ ਸਹਾਰਾ ਲੈਣਾ ਹੈ, ਕਿਹਨੂੰ ਯਾਦ ਕਰਨਾ ਹੈ। ਅਗਰ ਕੋਈ ਬਿਮਾਰੀ ਵੀ ਆਉਂਦੀ ਹੈ, ਕੋਈ ਪ੍ਰੋਬਲਮ ਵੀ ਆਉਂਦੀ ਹੈ, ਤਾਂ ਫਿਰ ਕਿੱਧਰ ਨੂੰ ਧਿਆਨ ਦੇਣਾ ਹੈ, ਉਹਦੇ ਬਾਰੇ ਇੱਥੇ ਦੱਸਿਆ ਹੈ। ਨਾ ਦਵਾ, ਨਾ ਦੁਨੀਆ, ਨਾ ਕੋਈ ਜਾਮ सहारा देता है, मुश्किल में तो मेरे मालिक का बस नाम सहारा देता है। मुश्किल आंदी है ਤੇ ਅਸੀਂ ਆਪਣੇ ਉਸ ਮਾਲਿਕ ਨੂੰ, ਉਸ ਪਰਮਾਤਮਾ, ਉਸ ਪ੍ਰਭੂ ਨੂੰ ਯਾਦ ਕਰਨਾ ਹੈ, ਉਹਦੇ ਅੱਗੇ ਬੇਨਤੀ ਕਰਨੀ ਹੈ। ਉਹਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਉਹਨੂੰ ਯਾਦ ਕਰਨ ਨਾਲ, ਉਹਦੇ ਅੱਗੇ ਬੇਨਤੀ ਕਰਨ ਨਾਲ ਹੁੰਦਾ ਕੀ ਹੈ? ਸਾਡੀ ਹਿੰਮਤ ਵੀ ਵੱਧਦੀ ਹੈ, ਔਰ ਜਦੋਂ ਉਹਨੂੰ ਯਾਦ ਕੀਤਾ ਜਾਂਦਾ ਤਾਂ ਉਹਦੀ ਤਰਫੋਂ ਰਹਿਮਤ ਵੀ ਜ਼ਰੂਰ ਆਉਂਦੀ ਹੈ। ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਕਿ ਇਨਸਾਨ ਅਰਦਾਸ ਕਰੇ ਤਾਂ ਵਿਅਰਥ ਚਲੀ ਜਾਵੇ। ਅਰਦਾਸ ਉਹਦੇ ਘਰ ਤੱਕ ਜਦੋਂ ਪਹੁੰਚਦੀ ਹੈ ਤਾਂ ਪੂਰੀ ਵੀ ਜ਼ਰੂਰ ਹੁੰਦੀ ਹੈ। ਪਰ ਕਿਹਨਾਂ ਦੀ ਅਰਦਾਸ ਪੂਰੀ ਹੁੰਦੀ ਹੈ ਇੱਥੇ ਉਹ ਵੀ ਦੱਸ ਦਈਏ, ਕਿਉਂਕਿ ਮੌਲਾਨਾ ਰੂਮੀ ਇੱਕ ਫਕੀਰ ਹੋਏ ਹੈ ਜਿਨ੍ਹਾਂ ਨੇ ਕੁਝ ਨਿਯਮ ਦੱਸੇ ਹੈ ਕਿ ਕਿਹਨਾਂ ਦੀ ਦੁਆ ਕਬੂਲ ਹੁੰਦੀ ਹੈ। ਕਿਸੇ ਨੇ ਮੌਲਾਨਾ ਰੂਮੀ ਨੂੰ ਜਦੋਂ ਸਵਾਲ ਪੁੱਛਿਆ ਤਾਂ ਮੌਲਾਨਾ ਰੂਮੀ ਨੇ ਕਿਹਾ ਕਿ ਦੁਆ ਦੀ ਕਬੂਲੀਅਤ ਵਾਸਤੇ 6 ਚੀਜ਼ਾਂ ਦਾ ਇਨਸਾਨ ਦੇ ਅੰਦਰ ਹੋਣਾ ਜ਼ਰੂਰੀ ਹੈ। ਇਨਸਾਨ ਦੇ ਜੀਵਨ 'ਚ ਕਿੰਨੀਆਂ ਚੀਜ਼ਾਂ ਦਾ ਹੋਣਾ? 6 ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਔਰ ਜਿਹਦੇ ਜੀਵਨ 'ਚ ਇਹ 6 ਚੀਜ਼ਾਂ ਹੈ ਉਹਦੀ ਦੁਆ ਕਬੂਲ ਜ਼ਰੂਰ ਹੁੰਦੀ ਹੈ। ਤਾਂ ਕਿਸੇ ਨੇ ਪੁੱਛਿਆ ਮਹਾਰਾਜ ਉਹ 6 ਚੀਜ਼ਾਂ ਕਿਹੜੀਆਂ ਹੈ? ਤਾਂ ਮੌਲਾਨਾ ਰੂਮੀ ਨੇ ਕਿਹਾ ਪਹਿਲੀ ਚੀਜ਼ ਦੁਆ ਕਰਨੀ ਹੈ ਤਾਂ ਉਹਦੇ ਵਾਸਤੇ ਫਕੀਰਾਂ ਦੀ ਸੋਹਬਤ ਦਾ ਹੋਣਾ ਜ਼ਰੂਰੀ ਹੈ। ਕਿਉਂਕਿ ਜਦੋਂ ਇਨਸਾਨ ਫਕੀਰਾਂ ਦੀ ਸੋਹਬਤ ਕੋਲ ਬੈਠਾ ਹੁੰਦਾ ਨਾ, ਫਕੀਰਾਂ ਦੇ ਕੋਲ ਬੈਠਾ ਹੁੰਦਾ ਹੈ, ਤਾਂ ਫਿਰ ਇਨਸਾਨ ਦੀ ਦੁਆ ਜਲਦੀ ਕਬੂਲ ਹੁੰਦੀ ਹੈ। ਪਰ ਉਹਦੇ ਨਾਲ 5 ਨਿਯਮ ਹੋਰ ਵੀ ਉਹਨੂੰ ਅਪਣਾਣੇ ਪੈਂਦੇ। ਜਿੱਦਾਂ ਇੱਥੇ ਸਾਨੂੰ ਸਾਈਂ ਮੇਹਰ ਅਲੀ ਸ਼ਾਹ ਜੀ ਦੇ ਜੀਵਨ ਦਾ ਇੱਕ ਬੜਾ ਪਿਆਰਾ ਕਿੱਸਾ ਯਾਦ ਆ ਗਿਆ, ਜੋ ਬਹੁਤ ਬੜੀ ਬੰਦਗੀ ਕਰਨ ਵਾਲੇ ਫਕੀਰ ਹੋਏ ਹੈ, ਸਾਈਂ ਮੇਹਰ ਅਲੀ ਸ਼ਾਹ। ਇੱਕ ਦਿਨ ਉਹ ਬੈਠੇ ਹੋਏ ਹੈ ਔਰ ਇਦਾਂ ਹੀ ਕਾਫੀ ਗਿਣਤੀ 'ਚ ਉਹਨਾਂ ਦੇ ਪਿਆਰੇ ਬੈਠੇ ਹੈ, ਉਹਨਾਂ ਨੂੰ ਸਮਝਾ ਰਹੇ ਹੈ। ਕੀ ਸਮਝਾ ਰਹੇ ਹੈ? ਕਿ ਫਕੀਰਾਂ ਦੀ ਸੋਹਬਤ ਵਿੱਚ ਆਇਆ ਕਰੋ, ਕਿਉਂਕਿ ਫਕੀਰਾਂ ਦੀ ਸੋਹਬਤ ਵਿੱਚ ਆ ਕੇ ਇਨਸਾਨ ਨੂੰ ਉਹ ਵੀ ਚੀਜ਼ ਬੜੀ ਆਸਾਨੀ ਨਾਲ ਹਾਸਿਲ ਹੋ ਜਾਂਦੀ ਹੈ ਜਿਹੜੀ ਚੀਜ਼ ਬੜੀ ਮਿਹਨਤ ਕਰਨ ਤੋਂ ਬਾਅਦ ਵੀ ਸ਼ਾਇਦ ਹਾਸਿਲ ਨਾ ਹੋਵੇ। ਫਕੀਰਾਂ ਦੀ ਸੋਹਬਤ ਵਿੱਚ ਆਉਣ ਨਾਲ ਇਨਸਾਨ ਦੇ ਗੁਨਾਹ ਬਖਸ਼ੇ ਜਾਂਦੇ ਹੈ। ਸਮਝਾ ਰਹੇ ਸੀ ਉਹ ਰੱਬ ਦੀਆਂ ਰਹਿਮਤਾਂ ਇਨਸਾਨ ਨੂੰ ਹਾਸਿਲ ਹੁੰਦੀਆਂ ਫਕੀਰਾਂ ਦੀ ਸੋਹਬਤ 'ਚ ਬੈਠਣ ਨਾਲ। ਔਰ ਕਿਹੜਾ ਪੁਆਇੰਟ ਕਿਹਾ ਉਹਨਾਂ ਨੇ? 3 ਪੁਆਇੰਟ ਗਏ ਕਿ ਫਕੀਰਾਂ ਦੀ ਸੋਹਬਤ ਵਿੱਚ ਆਉਣ ਨਾਲ ਇਨਸਾਨ ਨੂੰ ਉਹ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ ਜਿਹੜੀ ਕਿ ਸ਼ਾਇਦ ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਨਾ ਮਿਲੇ। ਦੂਜੀ ਗੱਲ ਉਹਨਾਂ ਨੇ ਕਹੀ ਕਿ ਫਕੀਰਾਂ ਦੀ ਸੋਹਬਤ ਵਿੱਚ ਆਉਣ ਨਾਲ ਇਨਸਾਨ ਦੇ ਗੁਨਾਹ ਬਖਸ਼ੇ ਜਾਂਦੇ ਹੈ। ਤੀਸਰੀ ਚੀਜ਼ ਕਹੀ ਕਿ ਫਕੀਰਾਂ ਦੀ ਸੋਹਬਤ ਵਿੱਚ ਆਉਣ ਨਾਲ ਇਨਸਾਨ ਨੂੰ ਰੱਬ ਦੀ ਰਹਿਮਤ ਆਸਾਨੀ ਨਾਲ ਮਿਲ ਜਾਂਦੀ ਹੈ। ਹੁਣ ਜਦੋਂ ਉਹ ਸਮਝਾ ਰਹੇ ਸੀ ਤਾਂ ਉੱਥੇ ਇੱਕ ਮਨਮੁਖੀ ਬੰਦਾ ਬੈਠਾ ਸੀ। ਉਹ ਉੱਠ ਕੇ ਖੜ ਗਿਆ, ਕਹਿੰਦਾ ਮਹਾਰਾਜ ਇਹ ਕਿੱਦਾਂ ਹੋ ਸਕਦਾ ਫਕੀਰਾਂ ਦੀ ਸੋਹਬਤ 'ਚ ਆਉਣ ਨਾਲ ਉਹ ਚੀਜ਼ ਆਸਾਨੀ ਨਾਲ ਮਿਲ ਜਾਵੇ ਜਿਹੜੀ ਇਨਸਾਨ ਨੂੰ ਬੜੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਨਾ ਮਿਲੇ। ਇਹ ਕਿੱਦਾਂ ਹੋ ਸਕਦਾ ਕਿ ਫਕੀਰਾਂ ਦੀ ਸੋਹਬਤ 'ਚ ਬੈਠਣ ਨਾਲ ਹੀ ਬੰਦੇ ਦੇ ਗੁਨਾਹ ਬਖਸ਼ੇ ਜਾਣ? ਇਹ ਕਿੱਦਾਂ ਹੋ ਸਕਦਾ ਕਿ ਫਕੀਰਾਂ ਦੀ ਸੋਹਬਤ 'ਚ ਆਉਣ ਨਾਲ ਹੀ
ਬੰਦੇ ਨੂੰ ਰੱਬ ਦੀਆਂ ਰਹਿਮਤਾਂ ਹਾਸਿਲ ਆਸਾਨੀ ਨਾਲ ਹੋ ਜਾਂਦੀਆਂ ਹੈ। ਕਿੱਦਾਂ ਹੋ ਸਕਦਾ ਹੈ? ਤਾਂ ਉਸ ਵੇਲੇ ਸਾਈਂ ਮੇਹਰ ਅਲੀ ਸ਼ਾਹ ਜਿੱਥੇ ਬੈਠੇ ਹੋਏ ਸੀ ਨਾ, ਉਹਨਾਂ ਦੇ ਲਾਗੇ ਵਕਤ ਦਾ ਨਵਾਬ, ਜੋ ਉਸ ਵਕਤ ਦਾ ਨਵਾਬ ਸੀ, ਬਹੁਤ ਅਮੀਰ ਸੀ, ਜਿਹਨੂੰ ਮਿਲਣਾ ਹੀ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਸੀ। ਜਿੱਦਾਂ ਬੰਦਾ ਕਹੇ ਨਾ ਕੋਈ ਬਹੁਤ ਅਮੀਰ ਰਾਜਾ ਮਹਾਰਾਜਾ ਹੈ ਕਿ ਕੋਈ ਆਮ ਜਾ ਕੇ ਉਹਨੂੰ ਮਿਲ ਵੀ ਨਹੀਂ ਸਕਦਾ ਸੀ। ਉਹ ਵਕਤ ਦਾ ਨਵਾਬ ਸਾਈਂ ਮੇਹਰ ਅਲੀ ਸ਼ਾਹ ਜੀ ਦਾ ਬੜਾ ਮੁਰੀਦ ਸੀ। ਮੁਰੀਦ ਮਤਲਬ ਬੜਾ ਪਿਆਰ ਕਰਨ ਵਾਲਾ ਸੀ। ਔਰ ਕੁਦਰਤ ਰੱਬ ਦੀ ਉਸ ਵੇਲੇ ਉਹ ਨਵਾਬ ਸਾਈਂ ਮੇਹਰ ਅਲੀ ਸ਼ਾਹ ਜੀ ਦੇ ਕੋਲ ਖੜ ਕੇ ਪੱਖਾ ਚੱਲ ਰਿਹਾ ਸੀ। ਉਹਨਾਂ ਨੂੰ ਕੀ ਕਰ ਰਿਹਾ ਸੀ? ਪੱਖਾ ਚੱਲ ਰਿਹਾ ਸੀ, ਕਿਉਂਕਿ ਇੰਨਾ ਪਿਆਰ ਕਰਦਾ ਸੀ ਕਿ ਜਦ ਵੀ ਆਉਂਦਾ ਸੀ ਤਾਂ ਗੁਰੂ ਦੀ ਕੋਈ ਨਾ ਕੋਈ ਸੇਵਾ ਮੁਰਸ਼ਦ ਦੀ ਉਹ ਕਰਦਾ ਸੀ। ਕਦੀ ਉਹਨਾਂ ਦੇ ਜੋੜੇ ਚੱਕ ਕੇ ਉਹਨਾਂ ਰੱਖਣੇ, ਕਦੀ ਪੱਖਾ ਚੱਲਣਾ। ਜੇ ਉਹਨਾਂ ਨੇ ਪਾਣੀ ਮੰਗਣਾ ਤਾਂ ਇਹਨਾਂ ਪਾਣੀ ਆਪਣੇ ਹੱਥਾਂ ਨਾਲ ਪਿਆਲੇ 'ਚ ਪਾ ਕੇ ਪਿਲਾਣਾ, ਜਾਂ ਨਹੀਂ ਜੋ ਵੀ ਇਹਨੂੰ ਮੌਕਾ ਮਿਲਣਾ ਇਸ ਨਵਾਬ ਨੂੰ, ਇਹਨਾਂ ਉਹ ਸੇਵਾ ਕਰਨ ਦੀ ਕੋਸ਼ਿਸ਼ ਕਰਨੀ। ਤਾਂ ਉਸ ਵੇਲੇ ਨਵਾਬ ਮੇਹਰ ਅਲੀ ਸ਼ਾਹ ਜਿੱਥੇ ਬੈਠੇ ਹੋਏ ਸੀ ਸਟੇਜ ਦੇ ਉੱਪਰ ਕੁਰਸੀ ਤੇ, ਉਹਨਾਂ ਦੇ ਕੋਲ ਹੀ ਖੜਾ ਪੱਖਾ ਲੈ ਕੇ ਪੱਖੇ ਦੀ ਝੱਲ ਮਾਰ ਰਿਹਾ ਸੀ। ਪੱਖੇ ਦੀ ਝੱਲ ਮਾਰ ਰਿਹਾ ਸੀ ਮੇਹਰ ਅਲੀ ਸ਼ਾਹ ਜੀ ਨੂੰ। ਤਾਂ ਜਿਸ ਵੇਲੇ ਇਸ ਨੌਜਵਾਨ ਨੇ ਗੱਲ ਕਹੀ ਕਿ ਮਹਾਰਾਜ ਇਹ ਕਿੱਦਾਂ ਹੋ ਸਕਦਾ ਹੈ ਕਿ ਫਕੀਰਾਂ ਦੀ ਸੋਭਤ ਚਾਣ ਨਾਲ, ਫਕੀਰਾਂ ਕੋਲ ਬੈਠਣ ਨਾਲ ਜਿਹੜੀ ਚੀਜ਼ ਬੰਦੇ ਨੂੰ ਬੜੀਆਂ ਕੋਸ਼ਿਸ਼ਾਂ ਕਰਕੇ ਨਹੀਂ ਮਿਲਦੀ, ਆਸਾਨੀ ਨਾਲ ਮਿਲ ਜਾਂਦੀ ਹੈ। ਰੱਬ ਦੀ ਰਹਿਮਤ ਮਿਲ ਜਾਂਦੀ ਹੈ ਆਸਾਨੀ ਨਾਲ, ਜਾਂ ਬੰਦੇ ਦੇ ਗੁਨਾਹ ਬਖਸ਼ੇ, ਇਹ ਕਿੱਦਾਂ ਹੋ ਸਕਦਾ ਹੈ? ਮੇਹਰ ਅਲੀ ਸ਼ਾਹ ਕਹਿੰਦੇ ਜਰਾ ਕੋਲ ਆ ਸਾਡੇ, ਜਰਾ ਇੱਧਰ ਆ ਸਾਡੇ ਕੋਲ। ਜਦੋਂ ਕੋਲ ਆ ਗਿਆ ਕਹਿੰਦੇ ਆ ਜਾ, ਆ ਸਾਡੇ ਕੋਲ ਆ ਕੇ ਬਹਿ ਜਾ। ਉਹਨੂੰ ਆਪਣੇ ਕੋਲ ਬਿਠਾ ਲਿਆ। ਜਦੋਂ ਬਿਠਾ ਲਿਆ ਤਾਂ ਮੇਹਰ ਅਲੀ ਸ਼ਾਹ ਨੇ ਪੁੱਛਿਆ ਪੱਖੇ ਦੀ ਹਵਾ ਆ ਰਹੀ ਹੈ? ਕਹਿੰਦਾ ਹਾਂਜੀ ਮਹਾਰਾਜ ਆ ਰਹੀ, ਤੁਹਾਡੇ ਕੋਲ ਬਹਿ ਗਿਆ ਤਾਂ ਆ ਹੀ ਰਹੀ ਹੈ। ਹੁਣ ਜੇ ਇੱਥੇ ਕੋਈ ਪੱਖਾ ਚੱਲਦਾ ਹੋਵੇ ਕੋਲ ਆ ਕੇ ਬਹਿ ਜਾਵੇ ਤਾਂ ਫਿਰ ਜੇ ਫਕੀਰਾਂ ਨੂੰ ਹਵਾ ਆ ਰਹੀ ਤਾਂ ਜਿਹੜਾ ਉਹਨਾਂ ਦੇ ਕੋਲ ਬੈਠਾ ਹੋਵੇਗਾ ਹਵਾ ਉਹਨੂੰ ਵੀ ਆਣੀ ਹੈ। ਕਹਿੰਦੇ ਬਹਿ ਜਾ, ਫਿਰ ਤੇਰੇ ਸਵਾਲ ਦਾ ਜਵਾਬ ਰੋਕ ਕੇ ਦਿੰਦੇ ਤੈਨੂੰ, ਥੋੜਾ ਸਾਨੂੰ 2-4 ਗੱਲਾਂ ਪੂਰੀਆਂ ਕਰ ਲੈਂਦੇ। ਫਿਰ ਉਹਨੂੰ ਕੋਲ ਬਿਠਾ ਲਿਆ। ਮੇਹਰ ਅਲੀ ਸ਼ਾਹ ਕੁਝ ਸਮਝਾਉਂਦੇ ਰਹੇ। 5 ਮਿੰਟ ਬਾਅਦ ਫਿਰ ਮੇਹਰ ਅਲੀ ਸ਼ਾਹ ਨੇ ਉਸ ਨੂੰ ਕਿਹਾ ਕਿ ਤੈਨੂੰ ਤੇਰੇ ਸਵਾਲ ਦਾ ਹੀ ਜਵਾਬ ਦੇਣਾ ਹੈ, ਕਿਉਂਕਿ ਸਾਡੀ ਇੱਧਰੋਂ ਗੱਲ ਪੂਰੀ ਹੋ ਗਈ, ਹੁਣ ਤੇਰੇ ਨਾਲ ਗੱਲ ਕਰ ਲਈ। ਕਹਿੰਦੇ ਤੇਰੇ ਸਵਾਲ ਦਾ ਜਵਾਬ ਤੈਨੂੰ ਦੇਣਾ ਹੈ, ਤੂੰ ਪਹਿਲਾਂ ਇਹ ਦੱਸ ਇਹ ਪੱਖਾ ਕੌਣ ਚੱਲ ਰਿਹਾ ਹੈ? ਕਹਿੰਦਾ ਜੀ ਇਹ ਤਾਂ ਵਕਤ ਦੇ ਨਵਾਬ ਹੈ। ਵਕਤ ਦੇ ਨਵਾਬ ਹੈ। ਕਹਿੰਦੇ ਨੇ ਇੱਕ ਗੱਲ ਦੱਸ ਕਿ ਅਗਰ ਤੂੰ ਚਾਹੁੰਦਾ ਕਿ ਵਕਤ ਦਾ ਨਵਾਬ ਮੈਨੂੰ ਪੱਖਾ ਚੱਲੇ ਤੇ ਪੱਖੇ ਦੀ ਹਵਾ ਮੈਨੂੰ ਆਵੇ ਤਾਂ ਤੂੰ ਇਹ ਹਾਸਲ ਕਰ ਸਕਦਾ ਸੀ? ਕਹਿੰਦਾ ਮਾਰੇ ਪੱਖਾ ਤਾਂ ਛੱਡੋ, ਮੈਂ ਤਾਂ ਕਦੀ ਇਹਨਾਂ ਨੂੰ ਮਿਲਣ ਬਾਰੇ ਵੀ ਨਹੀਂ ਸੋਚ ਸਕਦਾ ਸੀ ਕਿ ਮੇਰੇ ਵਰਗਾ ਇਨਸਾਨ ਜਾ ਕੇ ਇਹਨਾਂ ਨੂੰ ਮਿਲ ਵੀ ਨਹੀਂ ਸਕਦਾ। ਇਹ ਤਾਂ ਇੰਨੀ ਉੱਚੀ ਪਦਵੀ ਤੇ ਬੈਠੇ ਹੋਏ ਵਕਤ ਦੇ ਨਵਾਬ, ਉਸ ਵੇਲੇ ਰਾਜੇ ਮਹਾਰਾਜੇ ਦੀ ਤਰ੍ਹਾਂ ਸ਼ਾਨ ਸੀ ਉਹਨਾਂ ਦੀ। ਕਹਿੰਦਾ ਮਹਾਰਾਜ ਮੈਂ ਤਾਂ ਸੋਚ ਵੀ ਨਹੀਂ ਸਕਦਾ ਕਦੀ। ਕਹਿੰਦੇ ਹੁਣ ਫਰਜ਼ ਕਰ ਤੂੰ ਪੈਸਾ ਖਰਚ ਲਵੇਂ, ਮਿਹਨਤ ਕਰ ਲਵੇਂ ਕਿ ਲੈ ਉਹ ਨਵਾਬ ਸਾਹਿਬ ਮੈਂ ਇੰਨਾ ਪੈਸਾ ਤੁਹਾਨੂੰ ਦਿੰਦਾ, ਮੈਨੂੰ ਪੱਖੇ ਦੀ ਹਵਾ ਮਾਰੋ, ਹੋ ਜਾਣਾ ਸੀ? ਕਹਿੰਦਾ ਜੀ ਬੜਾ ਮੁਸ਼ਕਿਲ, ਕਦੀ ਹੋ ਹੀ ਨਹੀਂ ਸਕਦਾ। ਜਿੱਦਾਂ ਹੁਣ ਤੁਸੀਂ ਕਿਸੇ ਨੂੰ ਕਹੋ ਜਾ ਕੇ ਲੈ ਵੀ ਅਮੀਰ ਮੈਂ ਪੈਸਾ ਦੇ ਕੇ, ਭਾਈ ਮੈਂ ਤੇਰੇ ਪੈਸੇ ਦਾ ਭੁੱਖਾ ਹਾਂ, ਮੇਰੇ ਕੋਲ ਪਹਿਲਾਂ ਹੀ ਬਹੁਤ ਹੈ। ਹੁਣ ਉਹ ਕਹਿੰਦੇ ਪਹਿਲੀ ਗੱਲ ਹੁਣ ਦੇਖ, ਤੂੰ ਕਹਿੰਦਾ ਬੜੀ ਮੁਸ਼ਕਿਲ ਹੈ ਨਵਾਬ ਮੈਨੂੰ ਪੱਖਾ ਚੱਲੇ ਤੇ ਪੱਖੇ ਦੀ ਹਵਾ ਮੈਨੂੰ ਆਵੇ, ਪਰ ਇਸ ਵੇਲੇ ਤੂੰ ਲੈ ਰਿਹਾ ਕਿ ਨਹੀਂ? ਇਸ ਵੇਲੇ ਤੈਨੂੰ ਨਵਾਬ ਦੇ ਪੱਖੇ ਦੀ ਹਵਾ ਆ ਰਹੀ ਹੈ ਕਿ ਨਹੀਂ? ਕਹਿੰਦਾ ਜੀ ਆ ਰਹੀ ਹੈ। ਕਹਿੰਦੇ ਕਿੱਦਾਂ ਆ ਰਹੀ ਹੈ? ਤੂੰ ਜਿਹੜੀ ਚੀਜ਼ ਕਹਿੰਦਾ ਬੜੀ ਮੁਸ਼ਕਿਲ ਹੈ, ਕਦੀ ਹੋ ਹੀ ਨਹੀਂ ਸਕਦਾ ਨਵਾਬ ਮੈਨੂੰ ਪੱਖਾ ਚੱਲੇ, ਇਹਦੇ ਪੱਖੇ ਦੀ ਹਵਾ ਮੈਂ ਲਵਾਂ, ਹੁਣ ਦੇਖ ਉਸੇ ਪੱਖੇ ਦੀ ਹਵਾ ਤੈਨੂੰ ਆ ਰਹੀ ਹੈ ਕਿ ਨਹੀਂ? ਕਹਿੰਦਾ ਜੀ ਆ ਰਹੀ ਹੈ। ਕਹਿੰਦੇ ਕਿਉਂ ਆ ਰਹੀ ਹੈ? ਕਹਿੰਦਾ ਜੀ ਪੱਖਾ ਤੁਹਾਨੂੰ ਚੱਲ ਰਿਹਾ, ਹਵਾ ਮੈਨੂੰ ਆ ਰਹੀ ਹੈ, ਕਿਉਂਕਿ ਨਵਾਬ ਏਡਾ ਉੱਚਾ ਹੈ। ਪਰ ਮਹਾਰਾਜ ਨਵਾਬ ਜਿੱਡਾ ਮਰਜ਼ੀ ਉੱਚਾ, ਪਰ ਤੁਹਾਡਾ ਤਾਂ ਮੁਰੀਦ ਹੈ, ਇਸ ਕਰਕੇ ਤੁਹਾਨੂੰ ਪੱਖਾ ਚੱਲ ਰਿਹਾ ਹੈ ਤਾਂ ਉਹਦੀ ਠੰਡੀ ਹਵਾ ਮੈਨੂੰ ਵੀ ਆ ਰਹੀ ਹੈ। ਤਾਂ ਫਕੀਰ ਕਹਿੰਦੇ ਪਹਿਲੀ ਗੱਲ ਫਿਰ ਇੱਥੋਂ ਹੀ ਪਤਾ ਲੱਗਦਾ ਜਿਹਦਾ ਨਵਾਬ ਤੋਂ ਪੱਖਾ ਚਲਾਉਣਾ ਬਹੁਤ ਮੁਸ਼ਕਿਲ ਗੱਲ ਹੈ, ਨਹੀਂ ਹੋ ਸਕਦਾ, ਪਰ ਤੈਨੂੰ ਇਹੀ ਚੀਜ਼ ਬੜੀ ਆਸਾਨੀ ਨਾਲ ਮਿਲ ਰਹੀ ਹੈ ਸਾਡੇ ਕੋਲ ਬਹਿ ਕੇ। ਆਸਾਨੀ ਨਾਲ ਮਿਲ ਰਹੀ ਕਿ ਨਹੀਂ? ਪੱਖਾ ਨਵਾਬ ਚੱਲਦਾ, ਹਵਾ ਅਸੀਂ ਵੀ ਲੈ ਰਹੇ, ਹਵਾ ਆਸਾਨੀ ਨਾਲ ਮਿਲ ਰਹੀ ਕਿ ਨਹੀਂ? ਕਿ ਜਿਹੜੀ ਚੀਜ਼ ਬੰਦੇ ਨੂੰ ਲੱਖ ਕੋਸ਼ਿਸ਼ਾਂ ਕਰਕੇ ਵੀ ਨਹੀਂ ਮਿਲਦੀ, ਜਦੋਂ ਬੰਦਾ ਫਕੀਰਾਂ ਦੀ ਸੁਭ 'ਚ ਬਹਿੰਦਾ ਹੈ ਤਾਂ ਹੁੰਦਾ ਕੀ ਹੈ ਕਿ ਫਕੀਰਾਂ ਤੇ ਵੀ ਰੱਬ ਦੀਆਂ ਰਹਿਮਤਾਂ ਦੀ ਠੰਡੀ ਹਵਾ ਸਦਾ ਵਗਦੀ ਰਹਿੰਦੀ ਹੈ, ਸਦਾ ਚੱਲਦੀ ਰਹਿੰਦੀ, ਉਹ ਰਹਿਮਤਾਂ ਉਤਰਦੀਆਂ ਰਹਿੰਦੀਆਂ ਹੈ। ਤਾਂ ਜਿਹੜਾ ਫਕੀਰਾਂ ਦੇ ਕੋਲ ਆ ਕੇ ਬੈਠ ਜਾਂਦਾ ਹੈ ਫਿਰ ਉਹਨੂੰ ਵੀ ਉਹ ਰਹਿਮਤ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਹੀ ਤਾਂ ਕਦੇ ਵੀ ਗੌਰ ਕਰਨਾ, ਜਦੋਂ ਅਸੀਂ ਫਕੀਰਾਂ ਦੇ ਸਾਹਮਣੇ ਬਹਿੰਦੇ ਆ ਨਾ, ਸਾਡੇ ਅੰਦਰ ਦਾ ਆਲਮ ਕੁਛ ਹੋਰ ਹੁੰਦਾ ਹੈ, ਮਨ ਦੀ ਅਵਸਥਾ ਕੁਛ ਹੋਰ ਹੁੰਦੀ, ਪਰ ਜਿੱਦਾਂ ਹੀ ਅਸੀਂ ਆਪਣੇ ਘਰਾਂ ਨੂੰ ਦੁਨੀਆਦਾਰੀ 'ਚ ਚਲੇ ਜਾਂਦੇ ਆ
ਤਾਂ ਬੰਦਾ ਕਹਿੰਦਾ ਕਮਾਲ ਦੀ ਗੱਲ, ਉੱਥੇ ਤਾਂ ਬੜਾ ਸ਼ਾਂਤ ਸੀ, ਉੱਥੇ ਤਾਂ ਬੜਾ ਇਦਾਂ ਸੀ, ਇੱਥੇ ਆ ਕੇ ਫਿਰ ਉਹ ਅਸਰ ਕੀ ਹੁੰਦਾ ਹੈ? ਉਹ ਰਹਿਮਤ ਦਾ ਹੀ ਅਸਰ ਹੁੰਦਾ ਹੈ ਕਿ ਇਨਸਾਨ ਦੇ ਜੀਵਨ 'ਚ ਬਦਲਾਵ ਆਉਂਦਾ ਹੈ। ਹੁਣ ਮਿਹਰ ਅਲੀ ਸ਼ਾਹ ਕਹਿੰਦੇ ਕਿ ਜਿਸ ਤਰ੍ਹਾਂ ਦੇਖ ਤੇਰੇ ਵਰਗਾ ਬੰਦਾ ਜੋ ਨਵਾਬ ਦੇ ਨੇੜੇ ਵੀ ਨਹੀਂ ਜਾ ਸਕਦਾ, ਪਰ ਸਾਡੇ ਨੇੜੇ ਆ ਕੇ ਬੈਠਣ ਨਾ ਨਵਾਬ ਦੇ ਕਿੰਨਾ ਨੇੜੇ ਵੀ ਹੋ ਗਿਆ, ਤਾਂ ਉਹਦੇ ਹੱਥੋਂ ਹਵਾ ਵੀ ਠੰਡੀ ਲੈ ਰਿਹਾ ਹੈ। ਇਸੇ ਤਰ੍ਹਾਂ ਫਕੀਰਾਂ ਦੇ ਲਾਗੇ ਆ ਕੇ ਬੈਠਣ ਨਾ, ਜਿਹੜਾ ਬੰਦਾ ਸਿੱਧਾ ਰੱਬ ਤੱਕ ਨਹੀਂ ਪਹੁੰਚ ਸਕਦਾ ਨਾ, ਫਕੀਰਾਂ ਦੇ ਲਾਗੇ ਆ ਕੇ ਬੈਠਣਾ, ਕਿਉਂਕਿ ਫਕੀਰ ਰੱਬ ਦੇ ਨੇੜੇ ਔਰ ਰੱਬ ਫਕੀਰਾਂ ਦੇ ਨੇੜੇ ਹੈ। ਜਦੋਂ ਅਸੀਂ ਫਕੀਰਾਂ ਦੇ ਕੋਲ ਬਹਿੰਦੇ ਹਾਂ ਤੇ ਅਸੀਂ ਰੱਬ ਦੇ ਵੀ ਨੇੜੇ ਹੋ ਜਾਂਦੇ ਆ। ਤਾਂ ਹੀ ਤਾਂ ਕਿਹਾ ਜਾਂਦਾ ਵਿੱਚ ਸੰਗਤ ਹਰ ਪ੍ਰਭ, ਕਿ ਪਰਮਾਤਮਾ ਨੂੰ ਪਾਣਾ ਤਾਂ ਸਤਸੰਗ ਵਿੱਚ ਬੈਠ, ਕਿਉਂਕਿ ਫਕੀਰ ਰੱਬ ਦੇ ਤਾਂ ਰੱਬ ਫਕੀਰਾਂ ਦੇ ਨਾਲ ਜੁੜਿਆ ਹੋਇਆ ਹੈ। ਜੁੜਿਆ ਤਾਂ ਰੱਬ ਤੁਹਾਡੇ ਨਾਲ ਵੀ ਹੈ, ਪਰ ਤੁਹਾਨੂੰ ਹਾਲੇ ਅਹਿਸਾਸ ਨਹੀਂ ਹੈ। ਇਸੇ ਲਈ ਤਾਂ ਬੁੱਲੇ ਸ਼ਾਹ ਬੜੀ ਪਿਆਰੀ ਗੱਲ ਕਹਿੰਦੇ ਸੀ। ਜਦੋਂ ਬੁੱਲੇ ਸ਼ਾਹ ਨੂੰ ਮੰਜ਼ਿਲ ਮਿਲੀ ਨਾ, ਤਾਂ ਕਿਸੇ ਨੇ ਪੁੱਛਿਆ ਬੁੱਲਿਆ ਇਹ ਕਿੱਥੇ? ਉਹ ਕੱਲ ਕੀ ਸੀ ਅੱਜ ਕੀ ਹੋ ਗਿਆ, ਇਹ ਹੋਇਆ ਕਿੱਦਾਂ? ਤਾਂ ਬੁੱਲੇ ਸ਼ਾਹ ਨੇ ਕਿਹਾ ਮੇਰਾ ਮੁਰਸ਼ਦ ਮੁਝੇ ਰੋਜ਼ ਨया ਸਬਕ ਸਿਖਾਤਾ ਗਿਆ। ਉਹ ਕਹਿੰਦੇ ਬੁੱਲੇ ਤੂੰ ਪਹਿਲਾਂ ਕਿੱਥੇ ਸੀ, ਅੱਜ ਕਿੱਥੇ ਪਹੁੰਚ ਗਿਆ, ਇਹ ਸਭ ਕੁਝ ਹਾਸਲ ਕਿੱਦਾਂ ਹੋਇਆ? ਤਾਂ ਬੁੱਲੇ ਸ਼ਾਹ ਨੇ ਕਿਹਾ ਮੁਰਸ਼ਦ ਦੀ ਬਦੌਲਤ, ਗੁਰੂ ਦੀ ਬਦੌਲਤ, क्योंकि मेरा मुर्शद मुझे रोज नया सबक सिखाता गया और मुझ जैसे पत्थर को तराश कर हीरा बनाता गया। कि मैं तो एक पत्थर सी, मैं तो एक पत्थर सी, पर मेरा मुर्शद रोज मैंने एक नवा सबक, जिदा एक बच्चा स्कूल जाता ना, हर रोज एक नवा सबक सिखता जाता है, सिखता जाता है, सिखता जाता है, तो हौली 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 वो अनपढ़ बच्चा फिर बड़िया बड़िया डिग्रियां लैके बड़ा अफसर बन के कुर्सी ते बह जाता है। पर सबक सीखना भी पैंदा है। कई सिर्फ सुनते ही है, सिखते नहीं है। हुण जिहड़े सिर्फ सुनते हैं सिखते नहीं है, वो कदी पत्थर तो हीरा नहीं बनते, यानी उन्होंने कदी उच्ची डिग्री नहीं मिलती। पर जिहड़े सुनन दे नाल सिखते भी है, उस ते अमल भी करते हैं, तो फिर हौली हौली उन्हां दीयां कमियां दूर हुंदियां चलियां जांदियां और इंसान जिदा बुल्ले शाह ने कहा मेरा मुर्शद मुझे रोज नया सबक सिखाता गया, सुनाता गया नहीं किया इत्थे। इसलिए तुहानूं भी एक गल कहांगे, सिर्फ सुनो ना। हुण फर्ज करो असीं कहंदे आ कि मालिक ते विश्वास रखो रहमत नाल झोली भरेगी, हुण तुसीं सुण भी सकदे हो, तां तुसीं इहनूं सिख भी सकदे हो कि हुण मैं सिखना आ। जे मैं रहमत नाल झोली भरनी है तो सिर्फ सुनना नहीं है, मैं अपने अंदर विश्वास पैदा करना है, मैं अपने अंदर हौसला पैदा करना है, मैं अपने अंदर यकीन पैदा, यानी इनू करना भी पेगा। इनू कहते सीखना, समझते हो कि नहीं? हुण तुसीं किसी बच्चे नूं कोई चीज़ सिखाते हो, वो सिर्फ सुने करे ना, तो असीं कहांगे सुन तां लिया पर सिखिया हाले तू नहीं है। पर जदों नाल नाल करी जावे, सिखी जावे कि लो तुसीं इदां कीता मैं भी इदां कर रहा, तो असीं कहंदे लै भी हुण सिख रहा है। और सिखदा सिखदा बंदा फिर एक दिन वो चीज़ पूरी तरह माहिर हो जाता है। जिदा बंदा गड्डी चलानी सिखदा सिखदा गड्डी चलानी सिख जाता है। एक कारपेंटर लक्कड़ का काम करना, लक्कड़ दी घड़दा घड़दा लक्कड़ के कई प्रकार के समान बनाने सीख जाता है। यानी काम कोई भी होवे पहला सीखना पैंदा है, सिर्फ सुनो नहीं। हाँ सुनो, सुनना भी जरूरी है, पर उहदे नाल नाल सुन के सीखना भी जरूरी है, फिर ही साडी जिंदगी 'च बदलाव आता है। तो जे सिर्फ सुन के ही चले गए तो फिर जिंदगी नहीं बदलेगी। इसलिए असीं हमेशा कहीदा कि सत्संग सुनन ना आओ, ये सोच के आओ कि अज सत्संग जाके मैं कुछ सीखना है, कुछ सीख के आना है, कुछ ऐसा सीखना है कि मेरे जीवन 'च बदलाव आवे। इसलिए मेरा मुर्शिद रोज मुझे नया सबक सिखाता चला गया। समझते हो कि नहीं? हुण तुहानूं भी रोज ही सत्संग मिलते हैं कि नहीं? ਇਹਦਾ मतलब ਤੁਸੀਂ भी रोज कोई ना कोई सबक, चाहे घंटे के सत्संग जो एक ही सबक पकड़ लो कि इनू पकड़ के मैं हुण अपने जीवन च अप्लाई करना है, तो फिर जिंदगी बदलेगी। मेरा मुर्शिद रोज मुझे नया सबक सिखाता चला गया, मुझ जैसे पत्थर को तराश कर हीरा बनाता चला गया। इत्थे मैं पत्थर सी, लोगों दी ठोकरां च कोई जानता भी नहीं सी, पुछदा भी नहीं सी, पर जिद्दां जिद्दां मुर्शिद दे सबक नूं सिखदा गया और ਉਹਦੇ मुताबिक अमल करदा गया तो कित्थे मैं पत्थर सी जिन्होंने कोई पुछदा नहीं, तो अज मेरी कीमत हीरे की तरह हो गई। और अज हर पासे मेरी कीमत है, वैल्यू है, लोग मैनू पहचानते हैं, लोग मैनू जानते हैं। कित्थे मेरे मुर्शिद ने मैनू आम तो खास कर दिता,
ਔਰ ਆਮ ਤੋਂ ਖਾਸ ਹੋਣ ਵਾਸਤੇ ਹੀ ਅਸੀਂ ਸਾਰੇ ਪੈਦਾ ਹੋਏ ਹਾਂ, ਗੱਲ ਪੱਕੀ ਤਰ੍ਹਾਂ ਯਾਦ ਰੱਖੋ। ਪਰ ਉਹ ਖਾਸ ਕਦੋਂ ਹੋਵਾਂਗੇ? ਜਦੋਂ ਆਪਣੀ ਕੁਆਲਿਟੀ ਨੂੰ ਸਮਝਾਂਗੇ, ਵਿਸ਼ਵਾਸ ਕਰਾਂਗੇ ਔਰ ਆਪਣੇ ਆਪ ਨੂੰ ਨਿਖਾਰ ਕੇ ਆਪਣੇ ਆਪ ਨੂੰ ਬਿਹਤਰ ਬਣਾਵਾਂਗੇ। ਜਿੱਦਾਂ ਇੱਥੇ ਇੱਕ ਛੋਟੀ ਜਿਹੀ ਗੱਲ ਦੱਸਾਂਗੇ, ਇਹਨੂੰ ਜ਼ਰਾ ਯਾਦ ਕਰ ਲੈਣਾ, ਸਬਕ ਹੀ ਹੈ ਕਿ ਤੁਹਾਡੇ ਵਾਸਤੇ। ਇੱਕ ਔਰਤ ਇੱਕ ਬੱਸ ਵਿੱਚ ਸਫ਼ਰ ਕਰ ਰਹੀ ਸੀ। ਇੱਕ ਔਰਤ ਇੱਕ ਬੱਸ ਵਿੱਚ ਸਫ਼ਰ ਕਰ ਰਹੀ ਸੀ। ਉਹਦੀ ਮੰਜ਼ਿਲ ਲੌਂਗ ਰੂਟ ਦੀ ਬੱਸ ਸੀ, ਲੰਬੀ ਦੂਰੀ ਵਾਲੀ ਬੱਸ ਸੀ, ਜਿੱਦਾਂ ਸਮਝ ਲਓ ਹੁਸ਼ਿਆਰਪੁਰੋਂ ਦਿੱਲੀ ਜਾਣ ਵਾਲੀ ਬੱਸ। ਤਾਂ ਹੁਣ ਉਹਨਾਂ ਕਿੱਥੇ ਜਾਣਾ ਸੀ? ਹੁਸ਼ਿਆਰਪੁਰੋਂ ਬਹਿ ਕੇ ਕਰਨਾਲ ਤੱਕ, ਜੋ ਦਿੱਲੀ ਦੇ ਰਸਤੇ ਜਾਂਦਾ ਹੈ ਕਰਨਾਲ। ਸਿਰਫ ਮਿਸਾਲ ਦੇਣ ਵਾਸਤੇ ਸਮਝਾਉਣ ਲੱਗੇ ਹਾਂ ਤੁਹਾਨੂੰ। ਹੁਸ਼ਿਆਰਪੁਰੋਂ ਬਹਿ ਗਈ ਕਰਨਾਲ ਜਾਣ ਵਾਸਤੇ। ਹੁਣ ਇਹ 4-5 ਘੰਟੇ ਦਾ ਸਫ਼ਰ ਕਰਦੀ ਗਈ, ਪਰ ਉਹਦਾ ਸੁਭਾਅ ਇੰਨਾ ਕੌੜਾ ਸੀ, ਉਹ ਇੰਨੀ ਬੁਰੀ ਸੀ ਕਿ ਜਿਹੜਾ ਵੀ ਉਹਦੇ ਕੋਲ ਬਸ ਉਹਨੂੰ ਬੁਰਾ ਬੋਲਦੀ ਸੀ, ਲੜਨ ਲੱਗੀ ਸੀ। ਆ ਤੂੰ ਨਿਆਣੇ ਚੁੱਪ ਕਰਕੇ ਬਿਠਾ, ਆ ਫਲਾਨਾ ਆਏ ਤਾਂ ਉਹ ਤੂੰ ਕਿੱਦਾਂ ਦੇਖਦਾ ਮੇਰੇ ਵੱਲ, ਯਾਨੀ ਮਾੜੀ ਮਾੜੀ ਗੱਲ ਤੇ ਦੂਜਿਆਂ ਨੂੰ ਖਿੱਚ ਕੇ ਬੋਲਦੀ ਸੀ, ਮਾੜੀ ਮਾੜੀ ਗੱਲ ਤੇ ਝਗੜਾ ਕਰਦੀ ਸੀ। ਸਾਰੀ ਬੱਸ ਪਰੇਸ਼ਾਨ ਸੀ ਇਹਦੇ ਤੋਂ। ਕੰਡਕਟਰ ਨੂੰ ਪੁੱਛਿਆ, ਭਾਈ ਉਤਰਨਾ ਕਿੱਥੇ ਇਹਨਾਂ ਮੁਸੀਬਤ ਨੇ? ਉਹ ਕਹਿੰਦੇ ਕਰਨਾਲ। ਕਹਿੰਦੇ ਫਿਰ ਤਾਂ ਚੁੱਪ ਕਰਕੇ ਬੈਠੇ ਰਹੋ, ਹਾਲੇ ਤਾਂ ਲੁਧਿਆਣਾ ਆਇਆ ਹੈ, ਫਿਰ ਲੁਧਿਆਣੇ ਤੋਂ ਬਾਅਦ ਖੰਨਾ ਆਣਾ ਹੈ, ਯਾਨੀ ਜੋ ਵੀ ਅੱਗੇ। ਹੁਣ ਬੜੇ ਪਰੇਸ਼ਾਨ ਇੰਤਜ਼ਾਰ ਕਰ ਰਹੇ ਕਿਹੜੇ ਵੇਲੇ ਉਤਰੇ ਤਾਂ ਬੱਸ ਵਿੱਚ ਥੋੜੀ ਸ਼ਾਂਤੀ ਆਵੇ। ਹੁਣ ਕਰਦਿਆਂ ਕਰਦਿਆਂ ਇਸੇ ਤਰ੍ਹਾਂ ਸਫ਼ਰ ਤੈਅ ਹੋਇਆ, ਬੜੀ ਮੁਸ਼ਕਿਲ ਕਰਨਾਲ ਆਇਆ। ਬੱਸ ਰੁਕੀ ਸਟੈਂਡ ਦੇ ਉੱਪਰ, ਜੋ ਬੱਸ ਦਾ ਸਟੈਂਡ ਸੀ ਉੱਤੇ ਰੁਕੀ। ਔਰ ਉਸ ਔਰਤ ਨੇ ਜਦੋਂ ਆਪਣਾ ਬੈਗ ਚੱਕ ਕੇ ਨਾ ਉਤਰਨ ਲੱਗੀ, ਜਦੋਂ ਆਪਣੇ ਸਮਾਨ ਚੱਕ ਕੇ ਉਤਰਨ ਲੱਗੀ, ਹਾਲੇ ਡੋਰ ਚੋਂ ਦਰਵਾਜ਼ੇ ਚੋਂ ਥੱਲੇ ਉਤਰਨ ਲੱਗੀ, ਕੰਡਕਟਰ ਨੇ ਕਿਹਾ, ਆ ਮੈਡਮ ਤੁਹਾਡੀ ਉਹ ਚੀਜ਼ ਰਹਿ ਤਾਂ ਨਹੀਂ ਗਈ, ਚੈੱਕ ਕਰ ਲਓ ਜ਼ਰਾ, ਲੱਗਦਾ ਕੁਝ ਰਹਿ ਗਿਆ। ਤਾਂ ਉਸ ਵੇਲੇ ਮੈਡਮ ਦੁਬਾਰਾ ਆਈ, ਸੀਟ ਤੇ ਦੇਖਿਆ ਚੰਗੀ ਤਰ੍ਹਾਂ, ਕਹਿੰਦੇ ਮੋਬਾਈਲ ਹੈਗਾ, ਪਰਸ ਹੈਗਾ ਆ, ਸਾਰਾ ਸਮਾਨ ਹੈਗਾ। ਕਹਿੰਦੀ ਮੇਰਾ ਤਾਂ ਸਭ ਕੁਝ ਪੂਰਾ, ਕੀ ਰਹਿ ਗਿਆ ਇੱਥੇ? ਤਾਂ ਕੰਡਕਟਰ ਨੇ ਕਿਹਾ, ਮੈਡਮ ਤੁਹਾਡਾ ਬੁਰਾ ਸੁਭਾਅ ਰਹਿ ਗਿਆ, ਤੁਹਾਡੀਆਂ ਬੁਰੀਆਂ ਯਾਦਾਂ ਰਹਿ ਗਈਆਂ ਸਾਰੇ ਦਿਮਾਗਾਂ 'ਚ। ਆ ਤੁਸੀਂ ਜਿਹੜਾ 5-6 ਘੰਟੇ ਸਫ਼ਰ ਕੀਤਾ, ਤੁਸੀਂ ਆਪਣਾ ਬੁਰਾ ਪ੍ਰਭਾਵ ਛੱਡ ਕੇ ਜਾ ਰਹੇ ਹੋ ਇੱਥੇ, ਕਿਉਂਕਿ ਹੁਣ ਜਿਹਨੇ ਵੀ ਤੁਹਾਨੂੰ ਯਾਦ ਕਰਨਾ ਆ, ਇੱਕ ਬੁਰੀ ਔਰਤ ਦੇ ਨਾਤੇ ਯਾਦ ਕਰਨਾ ਹੈ ਕਿ ਔਰਤ 5 ਘੰਟੇ ਵਾਸਤੇ ਬੱਸ 'ਚ ਆਈ ਸੀ, ਪਰ ਇੰਨੀ ਬੁਰੀ ਸੀ, ਸ਼ੁਕਰ ਰੱਬ ਦਾ ਚਲੀ ਗਈ। ਕਹਿੰਦੇ ਕੀ ਛੱਡ ਕੇ ਜਾ ਰਹੇ ਹੋ ਤੁਸੀਂ? ਬੁਰਾ ਪ੍ਰਭਾਵ। ਇੱਥੋਂ ਕੀ ਪਤਾ ਲੱਗਦਾ ਹੈ? ਇਹ ਸਿਰਫ ਉਦਾਹਰਨ ਦਿੱਤੀ ਸਮਝਾਉਣ ਵਾਸਤੇ। ਹੁਣ ਤੁਸੀਂ ਵੀ ਇਹ ਜ਼ਿੰਦਗੀ 'ਚ ਇੱਕ ਸਫ਼ਰ ਤੈਅ ਕਰ ਰਹੇ ਹੋ। ਮਾਂ ਦੀ ਕੋਖ ਤੋਂ ਜਨਮ ਲੈਂਦਿਆਂ ਸਫ਼ਰ ਸ਼ੁਰੂ ਹੋ ਗਿਆ, ਔਰ ਜਦ ਤੱਕ ਮੌਤ ਨਹੀਂ ਆਣੀ ਸਫ਼ਰ ਜਾਰੀ ਰਹਿਣਾ ਹੈ। ਤਾਂ ਜ਼ਰਾ ਤੁਸੀਂ ਚੈੱਕ ਕਰੋ, ਤੁਸੀਂ ਕਿਹੜਾ ਪ੍ਰਭਾਵ ਛੱਡ ਰਹੇ ਹੋ ਆਪਣੇ ਆਂਢ ਗੁਆਂਢ ਤੇ, ਆਪਣੇ ਪਰਿਵਾਰ ਤੇ, ਆਪਣੇ ਮਿਲਣ ਵਾਲੇ ਸੱਜਣਾ ਮਿੱਤਰਾਂ ਤੇ। ਤੁਸੀਂ ਕਿਹੜਾ ਪ੍ਰਭਾਵ ਛੱਡ ਰਹੇ ਹੋ? ਕਿਤੇ ਉਹ ਪ੍ਰਭਾਵ ਤਾਂ ਨਹੀਂ ਛੱਡ ਰਹੇ ਕਿ ਜਦੋਂ ਜਾਣਾ, ਸ਼ੁਕਰ ਹੈ ਰੱਬ ਦਾ ਚਲਾ ਹੀ ਜਾਵੇ, ਬੜਾ ਪਾਪ ਕਰਦਾ, ਬੜਾ ਦੁਖੀ ਕੀਤਾ ਇਹਨਾਂ, ਸਾਡਾ ਜੀਣਾ ਹਰਾਮ ਕੀਤਾ, ਨਿਕਲੀ ਜਾਵੇ ਇਹਦੀ ਟਿਕਟ ਜਲਦੀ ਕੱਟ ਹੋ ਜਾਵੇ, ਇਹਦਾ ਸਟੈਂਡ ਜਲਦੀ ਆ ਜਾਵੇ, ਤਾਂ ਕਿ ਉਤਰੇ ਬੱਸ ਚੋਂ, ਜ਼ਿੰਦਗੀ ਦੀ ਬੱਸ ਚੋਂ ਉਤਰੇ ਔਰ ਅਸੀਂ ਸੌਖੇ ਹੋਈਏ। ਕਿਹੜਾ ਪ੍ਰਭਾਵ ਛੱਡ ਰਹੇ ਹਾਂ ਅਸੀਂ? ਕਿਉਂਕਿ ਜੈਸੇ ਸਾਡੇ ਕਰਮ ਹੋਣੇ ਹੈ, ਜੈਸੀ ਸਾਡੀ ਬੋਲਬਾਣੀ ਹੋਣੀ ਹੈ, ਜੈਸੀ ਸਾਡੀ ਕਰਨੀ ਹੋਣੀ ਹੈ, ਫਿਰ ਕੀ ਹੋਣਾ ਹੈ? ਲੋਕਾਂ ਨੇ ਸਾਨੂੰ ਉਸੇ ਰੰਗ ਨਾਲ ਯਾਦ ਕਰਨਾ, ਉਸੇ ਰੂਪ 'ਚ ਯਾਦ ਕਰਨਾ ਹੈ। ਅਸੀਂ ਆਪਣੀ ਕਰਨੀ ਨਾਲ ਅੱਛਾ ਪ੍ਰਭਾਵ ਵੀ ਦੂਜਿਆਂ ਤੇ ਪਾ ਸਕਦੇ ਹਾਂ, ਤਾਂ ਆਪਣੀ ਕਰਨੀ ਨਾਲ ਬੁਰਾ ਪ੍ਰਭਾਵ ਵੀ, ਬੋਲ ਦਿਓ ਹੁਣ ਕਿਹੜਾ ਪ੍ਰਭਾਵ ਪਾਣਾ ਹੈ? ਤਾਂ ਫਿਰ ਉਹਦੇ ਵਾਸਤੇ ਸਾਨੂੰ ਗਾਲੀਆਂ ਕੱਢ ਕੇ ਅੱਛਾ ਪ੍ਰਭਾਵ ਪਾ ਸਕਦੇ ਹਾਂ, ਅਸੀਂ ਕਿਸੇ ਨਾਲ ਝਗੜਾ ਕਰਕੇ ਅੱਛਾ ਪ੍ਰਭਾਵ ਪਾ ਸਕਦੇ ਹਾਂ, ਕਿਸੇ ਨੂੰ ਬੁਰੇ ਬੋਲ ਬੋਲ ਕੇ, ਕਿਸੇ ਦਾ ਦਿਲ ਦੁਖਾ ਕੇ ਅੱਛਾ ਪ੍ਰਭਾਵ ਪਾ ਸਕਦੇ ਹਾਂ, ਕਿਸੇ ਦੀ ਨਿੰਦਿਆ ਕਰਕੇ, ਕਿਸੇ ਦੀ ਚੁਗਲੀ ਕਰਕੇ ਅੱਛਾ ਪ੍ਰਭਾਵ ਪਾ ਸਕਦੇ ਹਾਂ, ਮਾੜੀ ਮਾੜੀ ਗੱਲ ਤੇ ਖਿੱਚ ਕੇ ਅੱਛਾ ਪ੍ਰਭਾਵ ਪਾ ਸਕਦੇ ਹਾਂ। ਤਾਂ ਫਿਰ ਅੱਛਾ ਪ੍ਰਭਾਵ ਕਿੱਦਾਂ ਪਏਗਾ? ਕਰ ਤਾਂ ਅਸੀਂ ਇਹੀ ਰਹੇ ਹਾਂ ਸਾਰੇ, ਮਾੜੀ ਮਾੜੀ ਗੱਲ ਤੇ ਖਿਝੀ ਜਾਣਾ, ਮਾੜੀ ਮਾੜੀ ਗੱਲ ਤੇ ਦੂਜੇ ਨੂੰ ਨਿੰਦੀ ਜਾਣਾ, ਮਾੜੀ ਮਾੜੀ ਗੱਲ ਤੇ ਦੂਜੇ ਨੂੰ ਬੁਰਾ ਬੋਲੀ ਜਾਣਾ, ਮੌਕਾ ਨਹੀਂ ਛੱਡਣਾ ਕਿਸੇ ਦੀ ਬੇਇੱਜ਼ਤੀ ਕਰਨ ਦਾ, ਮੌਕਾ ਨਹੀਂ ਛੱਡਣਾ ਕਿਸੇ ਦੀ ਨਿੰਦਿਆ ਕਰਨ ਦਾ। ਕਿਸੇ ਅੰਦਰ ਤਾਰੀਫ ਹੋਵੇ ਉਹ ਨਹੀਂ ਕਰਨੀ, ਪਰ ਕਿਸੇ ਅੰਦਰ ਬੁਰਾਈ ਹੋਵੇ ਉਹ ਦਸਾਂ 'ਚ ਬਹਿ ਕੇ ਕਰਨੀ ਹੈ। ਕਿਹੜਾ ਪ੍ਰਭਾਵ ਅਸੀਂ ਪਾ ਰਹੇ ਹਾਂ? ਉਹ ਯਾਦ ਰੱਖੋ, ਜੇ ਮਾਲਿਕ ਨੇ ਜ਼ਿੰਦਗੀ ਦਿੱਤੀ, ਇੱਕ ਦਿਨ ਇਹ ਜ਼ਿੰਦਗੀ ਦੀ ਬੱਸ ਜੋ ਅਸੀਂ ਸਾਰਿਆਂ ਨੇ ਉਤਰਨਾ ਹੈ, ਕਮ ਸੇ ਕਮ ਆਪਣਾ ਸੁਭਾਅ, ਆਪਣੀ ਕਰਨੀ, ਆਪਣੀਆਂ ਆਦਤਾਂ ਇਦਾਂ ਦੀਆਂ ਬਣਾਈਏ ਕਿ ਜਦੋਂ ਜ਼ਿੰਦਗੀ 'ਚੋਂ ਜਾਣਾ ਹੀ ਪਵੇ, ਜਾਂ ਜਿੰਨਾ ਚਿਰ ਵੀ ਬੱਸ ਵਿੱਚ ਜ਼ਿੰਦਗੀ ਦੀ ਸਫ਼ਰ ਕਰ ਹੀ ਰਹੇ ਹਾਂ, ਤਾਂ ਦੂਜਿਆਂ ਤੇ ਅੱਛਾ ਪ੍ਰਭਾਵ ਪਵੇ ਕਿ ਇਨਸਾਨ ਬਹੁਤ ਹੀ, ਕਹਿ ਦਿਓ, ਅੱਛਾ ਹੈ। ਅੱਛਾ ਪ੍ਰਭਾਵ ਛੱਡੀਏ, ਸਭ ਨਾਲ ਪਿਆਰ ਨਾਲ ਬੋਲੀਏ। ਹੁਣ ਜਰਾ ਦੂਜੀ ਔਰਤ ਦੀ ਗੱਲ ਕਰੀਏ। ਇਸੀ ਬੱਸ ਵਿੱਚ ਇੱਕ ਹੋਰ ਔਰਤ ਹੈ ਜਿਹੜੀ ਸਭ ਨਾਲ ਹੱਸ ਰਹੀ ਹੈ,
ਸਭ ਨਾਲ ਮੁਸਕਰਾ ਕੇ ਗੱਲ ਕਰ ਰਹੀ ਹੈ, ਸਭ ਦਾ ਹਾਲ ਚਾਲ ਪੁੱਛ ਰਹੀ ਹੈ, ਨਿੱਕੇ ਨਿੱਕੇ ਬੱਚਿਆਂ ਨੂੰ ਟੌਫੀ ਦੇ ਰਹੀ ਹੈ, ਬਿਸਕੁਟ ਖਾਂਦੀ ਹੈ, ਪੈਕਟ ਖੋਲਦੀ ਹੈ ਤਾਂ ਬੱਚਿਆਂ ਨੂੰ ਕਹਿੰਦੀ ਲਓ ਬੇਟਾ ਲੈ ਲਓ, ਤੁਸੀਂ ਵੀ ਲਓ, ਤੁਸੀਂ ਵੀ ਲਓ। ਹੁਣ ਉਹ ਸਾਰਿਆਂ ਨਾਲ ਹੱਸ ਕੇ ਗੱਲ ਕਰਦੀ ਹੈ, ਸਭ ਨਾਲ ਪਿਆਰ ਨਾਲ ਗੱਲ ਕਰਦੀ ਹੈ, ਮੁਸਕਰਾ ਕੇ ਗੱਲ ਕਰਦੀ ਹੈ। ਤਾਂ ਹੁਣ ਉਹਦਾ ਪ੍ਰਭਾਵ ਕੀ ਪੈ ਰਿਹਾ ਹੈ? ਸਾਰੇ ਕਹਿ ਰਹੇ ਇਹਦਾ ਸੁਭਾਅ ਬਹੁਤ ਹੀ ਅੱਛਾ ਹੈ। ਅੱਛਾ ਸੁਭਾਅ ਹੈ ਤਾਂ ਪ੍ਰਭਾਵ ਵੀ, ਜਿੱਦਾਂ ਸਮਝ ਲਓ ਕਿਸੇ ਚੀਜ਼ ਚੋਂ ਦੁਰਗੰਧ ਆਉਂਦੀ ਹੈ ਤਾਂ ਪ੍ਰਭਾਵ ਵੀ ਆਲੇ ਦੁਆਲੇ ਵਾਤਾਵਰਨ ਦੁਰਗੰਧ ਭਰਿਆ ਹੋ ਜਾਏਗਾ। ਸਮਝਦੇ ਹੋ ਕਿ ਨਹੀਂ? ਕਿਸੇ ਚੀਜ਼ ਚੋਂ, ਕਿਸੇ ਚੀਜ਼ ਦਾ ਸੁਭਾਅ ਹੈ ਖੁਸ਼ਬੂ ਦੇਣਾ। ਸੁਭਾਅ ਕਹਿੰਦੇ ਜੋ ਸਾਡੇ ਅੰਦਰ ਹੈ, ਔਰ ਪ੍ਰਭਾਵ ਕਹਿੰਦੇ ਜੋ ਉਹਦੀ ਵਜ੍ਹਾ ਨਾਲ ਬਾਹਰ ਆਉਂਦਾ ਹੈ। ਜਿੱਦਾਂ ਗੁਲਾਬ ਅੰਦਰ ਖੁਸ਼ਬੂ ਹੈ, ਉਹਦਾ ਪ੍ਰਭਾਵ ਕੀ ਹੁੰਦਾ ਹੈ ਕਿ ਵਾਤਾਵਰਨ ਖੁਸ਼ਬੂ ਨਾਲ ਮਹਿਕ ਜਾਂਦਾ ਹੈ। ਇਹ ਪਰ ਉਹਦੇ ਅੰਦਰ ਦਾ ਸੁਭਾਅ ਹੈ ਮਹਿਕਣਾ, ਔਰ ਉਹਦਾ ਪ੍ਰਭਾਵ ਦੂਜਿਆਂ ਤੇ ਪੈਂਦਾ ਹੈ। ਇੱਕ ਗੰਦਗੀ ਹੈ, ਇੱਕ ਗੋਬਰ, ਇੱਕ ਗੰਦਗੀ ਹੈ, ਉਹਦੇ ਅੰਦਰ ਕੀ, ਉਹਦਾ ਸੁਭਾਅ ਕੀ ਹੈ? ਦੁਰਗੰਧ। ਹੁਣ ਜੇ ਇੱਥੇ ਵੀ ਗੰਦਗੀ ਨੂੰ ਰੱਖਾਂਗੇ, ਜੇ ਉਹਦਾ ਸੁਭਾਅ ਦੁਰਗੰਧ ਹੈ ਤਾਂ ਉਹਦਾ ਪ੍ਰਭਾਵ ਦੁਰਗੰਧ ਹੀ ਹੋਣਾ ਹੈ। ਇਸ ਕਰਕੇ ਯਾਦ ਰੱਖੋ ਕਿ ਆਪਣਾ ਸੁਭਾਅ ਅੱਛਾ ਬਣਾਓ। ਤੁਹਾਡਾ ਸੁਭਾਅ ਅੱਛਾ ਹੋਏਗਾ ਤਾਂ ਪ੍ਰਭਾਵ ਆਪੇ ਹੀ ਅੱਛਾ ਹੋ ਜਾਏਗਾ। ਔਰ ਜੇ ਸੁਭਾਅ ਅੱਛਾ ਹੈ ਤਾਂ ਦੁਨੀਆ ਤੇ ਦਾ ਪ੍ਰਭਾਵ ਅੱਛਾ ਪੈਣਾ ਹੈ। ਅੱਛਾ ਪ੍ਰਭਾਵ, ਅੱਛਾ ਸੁਭਾਅ ਜਿਹਦਾ ਹੁੰਦਾ ਨਾ, ਦੁਨੀਆ ਤੇ ਦਾ ਅੱਛਾ ਪ੍ਰਭਾਵ ਪੈਂਦਾ ਹੀ ਹੈ। ਪਰ ਅੱਛੇ ਸੁਭਾਅ ਵਾਲਿਆਂ ਦਾ ਪਰਮਾਤਮਾ ਦਾ ਵੀ ਪ੍ਰਭਾਵ ਪੈਂਦਾ ਹੈ, ਔਰ ਰੱਬ ਵੀ ਖੁਸ਼ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੀ ਜ਼ਿੰਦਗੀ ਨੂੰ ਇਹ ਬਣਾਓ ਕਿ ਮੈਂ ਜਿੱਥੇ ਵੀ ਬੈਠਾ ਨਾ, ਮੇਰਾ ਸੁਭਾਅ ਅੱਛਾ ਹੋਵੇ, ਬੋਲ ਬਾਣੀ ਅੱਛੀ ਹੋਵੇ, ਤਾਂ ਕਿ ਜਦੋਂ ਉੱਠ ਕੇ ਜਾਵਾਂ ਤਾਂ ਲੋਕ ਮੈਨੂੰ ਕਿਸ ਰੂਪ 'ਚ ਯਾਦ ਕਰਨ? ਉਹ ਵੀ ਕਹਿਣ ਭਾਈ ਕੋਈ ਛੱਡ ਕੇ ਚਲਾ ਗਿਆ। ਕਿਹੜੀਆਂ ਕੀ ਛੱਡ ਕੇ ਗਿਆ? ਆਪਣਾ ਅੱਛਾ ਪ੍ਰਭਾਵ, ਖੁਸ਼ੀ ਛੱਡ ਕੇ ਗਿਆ ਹੈ, ਇੱਕ ਅੱਛੀ ਯਾਦ ਛੱਡ ਕੇ ਗਿਆ ਕਿ ਸਾਰੀ ਜ਼ਿੰਦਗੀ ਯਾਦ ਕਰਨਾ ਕਿ ਉਹ ਇਨਸਾਨ ਮਿਲਿਆ ਸੀ, ਬੜਾ ਹੀ ਅੱਛਾ ਸੀ, ਬੜਾ ਹੀ ਨੇਕ ਸੀ। ਗੱਲਾਂ ਹੀ ਉਹਨਾਂ ਬੜੀਆਂ ਪਿਆਰੀਆਂ ਕੀਤੀਆਂ, ਗੱਲਾਂ ਹੀ ਉਹਨਾਂ ਸਾਨੂੰ ਜੋੜਨ ਵਾਲੀਆਂ ਕੀਤੀਆਂ, ਗੱਲਾਂ ਹੀ ਉਹਨਾਂ ਹਿੰਮਤ ਵਾਲੀਆਂ ਕੀਤੀਆਂ, ਹੌਸਲੇ ਵਾਲੀਆਂ ਕੀਤੀਆਂ। ਸੋ ਜਿੱਥੇ ਵੀ ਬੈਠੋ ਗੱਲ ਹਿੰਮਤ ਵਾਲੀ ਕਰੋ, ਡਰਾਉਣ ਵਾਲੀ ਗੱਲ ਨਾ ਕਰੋ। ਜੇ ਕਈ ਵਾਰ ਪਤਾ ਕਈ ਗੱਲਾਂ ਕਿੱਦਾਂ ਦੀਆਂ ਕਰਦੇ ਹੋ, ਉਹ ਭਾਈ ਮੈਂ ਉੱਥੇ ਗਿਆ ਸੀ, ਪਤਾ ਫਲਾਨੀ ਜਗ੍ਹਾ ਬੈਠਾ ਸੀ, ਉੱਥੇ ਤਾਂ ਮੈਨੂੰ ਆ ਭੂਤ ਨਜ਼ਰ ਆ ਗਿਆ, ਪ੍ਰੇਤ ਨਜ਼ਰ ਆ ਗਿਆ। ਜਿਹੜੇ ਭੂਤਾਂ ਨੂੰ ਨਹੀਂ ਮੰਨਦੇ ਉਹਦੀਆਂ ਗੱਲਾਂ ਸੁਣ ਕੇ ਉਹਨਾਂ ਅੰਦਰ ਵੀ ਡਰ। ਉਹ ਹਿੰਮਤ ਦੀ ਗੱਲ ਕਰੀਏ, ਹੌਸਲੇ ਦੀ ਗੱਲ ਕਰੀਏ ਕਿ ਹਰ ਜਗ੍ਹਾ ਮੇਰਾ ਮਾਲਿਕ ਹੈ, ਹਰ ਜਗ੍ਹਾ ਮੇਰੇ ਮਾਲਿਕ ਦੀ ਰਹਿਮਤ ਹੈ, ਹਰ ਜਗ੍ਹਾ ਮੇਰਾ ਮਾਲਿਕ ਮੇਰੇ। ਇਦਾਂ ਦਾ ਵਿਸ਼ਵਾਸ ਰੱਖੋ, ਜੇ ਜੀਵਨ 'ਚ ਮੁਸ਼ਕਿਲ ਆਏਗੀ ਵੀ ਆਪਣੇ ਰੱਬ ਤੇ ਯਕੀਨ ਹੋਇਆ ਤਾਂ ਰੱਬ ਦੀ ਰਹਿਮਤ ਨਾਲ ਮੁਸ਼ਕਿਲਾਂ ਵੀ ਦੂਰ ਹੋ ਜਾਣਗੀਆਂ। ਅੱਛਾ ਪ੍ਰਭਾਵ, ਕਿਉਂਕਿ ਫਕੀਰਾਂ ਦੇ ਪ੍ਰਭਾਵ ਨਾਲ ਹੀ ਇਨਸਾਨ ਦੇ ਜੀਵਨ 'ਚ ਬਦਲਾਅ ਆਉਂਦਾ ਹੈ। ਹੁਣ ਇੱਥੇ ਮੇਹਰ ਅਲੀ ਸ਼ਾਹ ਦੀ ਇੱਕ ਹੋਰ ਗੱਲ ਯਾਦ ਆ ਗਈ ਸਾਨੂੰ। ਇੱਕ ਦਿਨ ਮੇਹਰ ਅਲੀ ਸ਼ਾਹ ਇੱਕ ਜਗ੍ਹਾ ਬੈਠੇ ਹੋਏ ਸੀ, ਉਸ ਵੇਲੇ ਅੰਗਰੇਜ਼ਾਂ ਦੀ ਹਕੂਮਤ ਸੀ, ਜਦੋਂ ਮੇਹਰ ਅਲੀ ਸ਼ਾਹ ਦਾ ਜ਼ਮਾਨਾ ਸੀ, ਉਦੋਂ ਅੰਗਰੇਜ਼ ਭਾਰਤ ਤੇ ਰਾਜ ਕਰਦੇ ਸੀ। ਜਰਾ ਸਮਝਣਾ ਕਿ ਇੱਕ ਦਿਨ ਮੇਹਰ ਅਲੀ ਸ਼ਾਹ ਇੱਕ ਜਗ੍ਹਾ ਬੈਠੇ ਤਸਵੀਰ ਲੈ ਕੇ ਆਪਣੇ ਰੱਬ ਦਾ ਨਾਮ ਲੈ ਰਹੇ ਹੈ। ਇੱਕ ਪੇੜ ਦੇ ਥੱਲੇ ਬੈਠੇ ਰੱਬ ਦਾ ਨਾਮ ਲੈ ਰਹੇ ਆ, ਤਾਂ ਉੱਥੋਂ ਅੰਗਰੇਜ਼ ਆ ਗਏ। ਅੰਗਰੇਜ਼ਾਂ ਦਾ ਅਫਸਰ ਆਪਣੀ ਟੋਲੀ ਦੇ ਨਾਲ ਆ ਗਿਆ, ਗੁਜ਼ਰ ਰਿਹਾ ਸੀ। ਹੁਣ ਅੰਗਰੇਜ਼ ਹਰੇਕ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ, ਕੌਣ ਹੈ, ਕੋਈ ਕ੍ਰਾਂਤੀਕਾਰੀ ਤਾਂ ਨਹੀਂ? ਕਿਉਂਕਿ ਕ੍ਰਾਂਤੀਕਾਰੀ ਵੀ ਉਸ ਵੇਲੇ ਬੜੇ ਹੁੰਦੇ ਸੀ ਜੋ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬੜੀਆਂ ਬੜੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਸੀ। ਅੰਗਰੇਜ਼ ਆਪਣੇ ਸਿਪਾਹੀਆਂ ਨਾਲ ਜਾ ਰਿਹਾ ਹੈ ਘੋੜੇ ਤੇ ਸਵਾਰ ਹੋ ਕੇ। ਜਦੋਂ ਦੇਖਿਆ ਮੇਹਰ ਅਲੀ ਸ਼ਾਹ ਅੱਖਾਂ ਬੰਦ ਕਰਕੇ ਪੇੜ ਥੱਲੇ ਸਿਮਰਨ ਕਰ ਰਿਹਾ ਹੈ, ਅੰਗਰੇਜ਼ ਨੇ ਘੋੜਾ ਰੋਕਿਆ, ਉਤਰਿਆ ਘੋੜੇ ਤੋਂ, ਪਤਾ ਕਰੋ ਕੌਣ ਹੈ ਇਹ। ਤਾਂ ਕਿਸੇ ਨੇ ਕਿਹਾ ਮਾਰੇ ਕੋਈ ਫਕੀਰ ਲੱਗਦਾ ਹੈ। ਤਾਂ ਅੰਗਰੇਜ਼ ਆਇਆ, ਮੇਹਰ ਅਲੀ ਸ਼ਾਹ ਬੈਠੇ ਹੋਏ ਹੈ। ਹੁਣ ਉਹ ਅੰਗਰੇਜ਼ ਜੋ ਕਿ ਬਾਹਰਲਾ ਗੋਰਾ ਸੀ, ਹੁਣ ਉਹਨਾਂ ਨੂੰ ਇਦਾਂ ਦੀ ਪ੍ਰੈਕਟਿਸ ਕਰਾ ਕੇ ਭੇਜਿਆ ਸੀ ਜਿੱਦਾਂ ਪਤਾ ਇੱਥੋਂ ਕਿਸੇ ਨੇ ਕੰਮ ਕਰਨ ਜਾਣਾ ਹੈ ਤਾਂ ਉਹਨੂੰ ਇੰਗਲਿਸ਼ ਵੀ ਸਿੱਖਣੀ ਪੈਂਦੀ ਹੈ। ਉੱਧਰੋਂ ਸਰਕਾਰ ਵੀ ਜਿਹਨੂੰ ਇੱਧਰ ਭੇਜਦੀ ਸੀ ਤਾਂ ਥੋੜ੍ਹੀ ਬਹੁਤੀ ਹਿੰਦੀ ਪੰਜਾਬੀ ਜੋ ਲੈਂਗੁਏਜ ਹੁੰਦੀ ਸੀ ਸਿਖਾ ਕੇ ਭੇਜਦੀ ਸੀ, ਗੱਲਬਾਤ ਕਰਨੀ ਆਸਾਨ ਰਵੇ। ਅੰਗਰੇਜ਼ ਨੇ ਆ ਕੇ ਪੁੱਛਿਆ ਮੇਹਰ ਅਲੀ ਨੂੰ, ਕੀ ਕਰ ਰਹੇ ਹੋ, ਕੌਣ ਹੋ ਤੁਸੀਂ, ਕੀ ਕਰ ਰਹੇ ਹੋ? ਤਾਂ ਮੇਹਰ ਅਲੀ ਨੇ ਕਿਹਾ ਮੈਂ ਰੱਬ ਦਾ ਫਕੀਰ, ਆਪਣੇ ਰੱਬ ਦੀ ਬੰਦਗੀ ਕਰ ਰਿਹਾ। ਇਹਲੇ ਬੰਦਗੀ ਕਰਿਆ ਕਰੋ ਕਿਉਂਕਿ ਅਸੀਂ ਸਾਰੇ ਰੱਬ ਦੇ ਬੰਦੇ ਆ, ਹੈ ਕਿ ਨਹੀਂ? ਤਾਂ ਹੀ ਤਾਂ ਕਹਿੰਦੇ ਜ਼ਿੰਦਗੀ ਆਮਦ ਬਰਾਏ ਬੰਦਗੀ, ਬੇਬੰਦਗੀ ਜੇ ਜ਼ਿੰਦਗੀ ਸ਼ਰਮਿੰਦਗੀ। ਕਿ ਜ਼ਿੰਦਗੀ ਆਮਦ ਬਰਾਏ ਬੰਦਗੀ, ਆਮਦ ਦਾ ਮਤਲਬ ਹੁੰਦਾ ਜ਼ਿੰਦਗੀ ਦਿੱਤੀ ਸਾਨੂੰ ਉਸ ਪ੍ਰਮਾਤਮਾ ਨੇ ਬੰਦਗੀ ਕਰਨ ਵਾਸਤੇ ਹੈ, ਅੱਛਾਈ ਕਰਨ ਵਾਸਤੇ ਹੈ, ਨੇਕੀ ਕਰਨ ਵਾਸਤੇ ਹੈ। ਔਰ ਜਿਸ ਜ਼ਿੰਦਗੀ ਅੰਦਰ ਬੰਦਗੀ ਨਹੀਂ ਹੈ, ਅੱਛਾਈ ਨਹੀਂ ਹੈ, ਨੇਕੀ ਨਹੀਂ ਹੈ, ਤਾਂ ਕਹਿੰਦੇ ਬੇਬੰਦਗੀ ਜ਼ਿੰਦਗੀ ਸ਼ਰਮਿੰਦਗੀ। ਕਿ ਜਿੱਥੇ ਬੰਦਗੀ ਨਹੀਂ ਹੈ ਤਾਂ ਫਿਰ ਜ਼ਿੰਦਗੀ ਜ਼ਿੰਦਗੀ ਨਹੀਂ ਹੈ, ਫਿਰ ਤਾਂ ਸ਼ਰਮਿੰਦਗੀ ਹੈ। ਜਿੱਦਾਂ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਨੂੰ ਦਿੱਤਾ ਜਾਵੇ
ਔਰ ਉਹ ਕੰਮ 'ਚ ਸਫਲ ਨਾ ਹੋਵੇ ਤਾਂ ਬੰਦਾ ਸ਼ਰਮਿੰਦਾ ਜਿਹਾ ਹੋਏ ਖੜ ਜਾਂਦਾ, ਮੇਰੇ ਤੋਂ ਕੰਮ, ਮੈਂ ਬੜਾ ਸ਼ਰਮਿੰਦਾ ਆ, ਕੰਮ ਕਿਹਾ ਸੀ ਹੋਇਆ ਹੀ ਨਹੀਂ। ਬੱਚੇ ਪੇਪਰ ਦੇਣ ਜਾਂਦੇ ਆ, ਫੇਲ ਹੋ ਜਾਣ ਤੇ ਸ਼ਰਮਿੰਦੇ ਜਿਹੇ ਹੋ ਕੇ ਖੜ ਜਾਂਦੇ ਕਿ ਅੱਜ ਮੈਂ ਫੇਲ ਹੋ ਗਿਆ। ਉਹ ਕਹਿੰਦੇ ਕਿ ਇਹ ਬੰਦਿਆ, ਜੇ ਤੂੰ ਬੰਦਗੀ ਨਹੀਂ ਕਰਦਾ, ਜੇ ਤੂੰ ਸਿਮਰਨ ਨਹੀਂ ਕਰਦਾ ਤਾਂ ਫਿਰ ਤੇਰੀ ਇਹ ਜ਼ਿੰਦਗੀ ਸ਼ਰਮਿੰਦਗੀ ਹੈ। ਕਿਉਂਕਿ ਜਿਹੜੇ ਮਕਸਦ ਵਾਸਤੇ ਤੂੰ ਆਇਆ ਹੈ ਦੁਨੀਆ ਤੇ, ਉਹ ਕੰਮ ਤੂੰ ਕੀਤਾ ਹੀ ਨਹੀਂ, ਤਾਂ ਫਿਰ ਮਾਣ ਕਾਹਦਾ ਕਰਦਾ ਹੈ? ਮਾਣ ਤਾਂ ਉਹ ਕਰੇ, ਸਿਰ ਤਾਂ ਉਹ ਚੱਕੇ ਕਿ ਜਿਹੜਾ ਕਵੇ ਵੀ ਜਿਹੜੇ ਕੰਮ ਵਾਸਤੇ ਮੇਰੇ ਮਾਲਿਕ ਨੇ, ਮੇਰੇ ਰੱਬ ਨੇ ਮੈਨੂੰ ਦੁਨੀਆ ਤੇ ਭੇਜਿਆ ਸੀ, ਉਹ ਕੰਮ ਮੈਂ ਕਰ ਰਿਹਾ ਹਾਂ, ਮੈਂ ਅੱਛਾਈ ਕਰ ਰਿਹਾ, ਮੈਂ ਨੇਕੀ ਕਰ ਰਿਹਾ, ਮੈਂ ਚਾਰੋਂ ਤਰਫ ਪਿਆਰ ਦਾ ਹੋਕਾ ਦੇ ਰਿਹਾ ਹਾਂ, ਮੈਂ ਚਾਰੋਂ ਤਰਫ ਏਕਤਾ ਦਾ ਹੋਕਾ ਦੇ ਰਿਹਾ ਹਾਂ, ਮੈਂ ਚਾਰੋਂ ਤਰਫ ਅੱਛਾਈ ਦਾ ਹੋਕਾ ਦੇ ਰਿਹਾ ਹਾਂ, ਮੈਂ ਅੱਛਾ ਕਰਮ ਕਰ ਰਿਹਾ, ਮੈਂ ਨੇਕੀਆਂ ਕਰ ਰਿਹਾ, ਮੈਂ ਸਭ ਦਾ ਭਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਮੈਂ ਆਪਣੇ ਰੱਬ ਦੀ ਇਬਾਦਤ ਕਰ ਰਿਹਾ ਹਾਂ। ਤਾਂ ਫਿਰ ਰੱਬ ਵੀ ਕਹੇਗਾ ਹਾਂ ਇਹ ਹੈ ਜਿਹਨੂੰ ਮੈਂ ਜਿਸ ਮਕਸਦ ਵਾਸਤੇ ਜ਼ਿੰਦਗੀ ਦਿੱਤੀ ਸੀ, ਇਹ ਉਹ ਕੰਮ ਪੂਰਾ ਕਰ ਰਿਹਾ। ਸ਼ਾਬਾਸ਼ ਮੇਰੇ ਬੱਚੇ, ਮੈਨੂੰ ਗਰਵ ਹੈ ਤੇਰੇ ਤੇ। ਉਹ ਰੱਬ ਵੀ ਗਰਵ ਕਰੇ ਸਾਡੇ ਤੇ। ਪਰ ਅੱਜ ਅਸੀਂ ਜ਼ਿੰਦਗੀ ਕਿੱਦਾਂ ਦੀ ਜੀ ਰਹੇ ਹਾਂ? ਰੱਬ ਨੇ ਦਿੱਤੀ ਜ਼ਿੰਦਗੀ ਬੰਦਗੀ ਕਰਨ ਵਾਸਤੇ ਹੈ, ਪਰ ਬੰਦਾ ਕਰਦਾ ਕੀ ਹੈ? ਨਸ਼ਿਆਂ 'ਚ, ਲੜਾਈ ਝਗੜਿਆਂ 'ਚ। ਇੱਦਾਂ ਜ਼ਿੰਦਗੀ ਗੁਜ਼ਰ ਜਾਂਦੀ ਕਿ ਨਹੀਂ? ਕਿਤੇ ਝਗੜਾ ਕਰ ਰਿਹਾ, ਕੋਈ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਪਿਆ ਹੈ, ਕੋਈ ਥਾਣਿਆਂ ਦੇ ਚੱਕਰਾਂ 'ਚ ਪਿਆ ਹੈ, ਕੋਈ ਗਾਲੀ ਗਲੋਚ ਕਰ ਰਿਹਾ, ਕੋਈ ਝਗੜਾ, ਕੋਈ ਨਿੰਦਿਆ ਕਰ ਰਿਹਾ ਹੈ। ਯਾਨੀ ਦੇਖਿਆ ਜਾਵੇ ਤਾਂ ਪ੍ਰਮਾਤਮਾ ਦੇਖੇਗਾ ਉਹ ਤੈਨੂੰ ਇੰਨੀ ਕੀਮਤੀ ਜ਼ਿੰਦਗੀ ਇਸ ਵਾਸਤੇ ਦਿੱਤੀ ਸੀ, ਮੈਂ ਇੰਨਾ ਕੀਮਤੀ ਹੀਰਾ ਜਨਮ ਆਹ ਕੰਮ ਵਾਸਤੇ ਦਿੱਤਾ ਸੀ ਕਿ ਤੂੰ ਦੂਜਿਆਂ ਦੀ ਨਿੰਦਿਆ ਕਰਦਾ ਫਿਰੇ, ਦੂਜਿਆਂ ਦੇ ਝਗੜੇ ਕਰਦਾ ਫਿਰੇ, ਦੂਜਿਆਂ ਦੇ ਜੀਵਨ 'ਚ ਦੁੱਖ ਭਰਦਾ ਫਿਰੇ, ਦੂਜਿਆਂ ਦਾ ਜੀਵਨ ਨਰਕ ਬਣਾਉਂਦਾ ਫਿਰੇ, ਨਸ਼ੇ ਕਰਕੇ ਆਪਣੇ ਹੱਥੀ ਆਪਣੀ ਕੀਮਤੀ ਜ਼ਿੰਦਗੀ ਨੂੰ ਤਬਾਹ ਕਰਦਾ ਫਿਰੇ। ਉਹ ਇਸ ਵਾਸਤੇ ਤੈਨੂੰ ਜ਼ਿੰਦਗੀ ਦਿੱਤੀ ਨਹੀਂ। ਮੈਂ ਜ਼ਿੰਦਗੀ ਇਸ ਲਈ ਦਿੱਤੀ ਸੀ ਕਿ ਤੂੰ ਆਪਣੇ ਜੀਵਨ ਨੂੰ ਬਿਹਤਰ ਬਣਾ ਸਕੇ, ਆਪ ਵੀ ਅੱਛਾ ਬਣ ਸਕੇ ਤਾਂ ਦੂਜਿਆਂ ਦੇ ਜੀਵਨ 'ਚ ਵੀ ਅੱਛੇ ਰੰਗ ਭਰ ਸਕੇ। ਇਸ ਲਈ ਜ਼ਿੰਦਗੀ ਆਮਦ ਬਰਾਏ ਬੰਦਗੀ, ਬੇਬੰਦਗੀ ਦੇ ਜ਼ਿੰਦਗੀ। ਇਸ ਲਈ ਅੱਜ ਤੋਂ ਸ਼ਰਮਿੰਦਗੀ ਵਾਲੀ ਜ਼ਿੰਦਗੀ ਨਹੀਂ ਜੀਣੀ, ਬੰਦਗੀ ਵਾਲੀ ਜ਼ਿੰਦਗੀ ਜੀਣੀ ਹੈ। ਪਰਮਾਤਮਾ ਦੀ ਬੰਦਗੀ, ਪਰਮਾਤਮਾ ਦਾ ਪਿਆਰ, ਉਹਦਾ ਵਿਸ਼ਵਾਸ ਐਸਾ ਹੋਵੇ ਜ਼ਿੰਦਗੀ 'ਚ, ਤਾਂ ਫਿਰ ਜ਼ਿੰਦਗੀ ਜ਼ਿੰਦਗੀ ਹੈ। ਹੁਣ ਮੇਹਰ ਅਲੀ ਸ਼ਾਹ ਕਹਿੰਦੇ ਕਿ ਮੈਂ ਆਪਣੇ ਰੱਬ ਦੀ ਬੰਦਗੀ ਕਰ ਰਿਹਾ, ਮੈਂ ਰੱਬ ਦਾ ਫਕੀਰ। ਪੁੱਛਿਆ ਤੂੰ ਕੌਣ ਹੈ, ਕੀ ਕਰ ਰਿਹਾ ਹੈ? ਤਾਂ ਮੇਹਰ ਅਲੀ ਨੇ ਕੀ ਜਵਾਬ ਦਿੱਤਾ? ਮੈਂ ਰੱਬ ਦਾ ਫਕੀਰ ਔਰ ਆਪਣੇ ਰੱਬ ਦੀ ਬੰਦਗੀ ਕਰ ਰਿਹਾ। ਹੁਣ ਕੋਈ ਬੰਦੇ ਨੂੰ ਪੁੱਛੇ ਤਾਂ ਬੰਦਾ ਫਟਾਫਟ ਮੈਂ ਫਲਾਨਾ ਆ, ਆਹ ਮੇਰਾ ਨਾਮ ਹੈ, ਆਹ ਮੇਰਾ ਪਿੰਡ ਹੈ। ਸਮਝਦੇ ਹੋ ਕਿ ਨਹੀਂ? ਪਰ ਰੱਬ ਦੇ ਪਿਆਰੇ ਕੀ ਕਹਿੰਦੇ ਆ? ਬੁੱਲਾ ਕੀ ਜਾਣਾ ਮੈਂ। ਬੁੱਲਾ ਕਹਿੰਦਾ ਕੀ ਜਾਣਾ ਮੈਂ ਕੌਣ? ਜਿਹੜੇ ਕਹਿੰਦੇ ਸਭ ਤੋਂ ਪਹਿਲਾਂ ਤਾਂ ਇਹੀ ਕਿਹਾ ਕਿ ਅਸੀਂ ਰੱਬ ਦੇ ਬੰਦੇ ਆ, ਪਰਮਾਤਮਾ ਦੇ ਬੰਦੇ ਆ ਅਸੀਂ। ਨਾਮ ਤਾਂ ਬਾਅਦ ਚੋਂ ਮਾਤਾ ਪਿਤਾ ਨੇ ਰੱਖ ਦਿੱਤਾ, ਬਾਕੀ ਚੀਜ਼ਾਂ ਤਾਂ ਬਾਅਦ ਦੀਆਂ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਉਹਦੇ ਆ। ਕਿਉਂਕਿ ਜਦੋਂ ਇਹ ਗੱਲ ਆ ਜਾਂਦੀ ਹੈ ਤਾਂ ਜਾਤ ਪਾਤ, ਊਚ ਨੀਚ ਦੇ ਸਾਰੇ ਭੇਦਭਾਵ ਹੀ ਖਤਮ ਹੋ ਜਾਂਦੇ। ਕਿਉਂਕਿ ਜੇ ਮੈਂ ਰੱਬ ਦਾ ਬੰਦਾ ਤਾਂ ਉਹ ਵੀ ਰੱਬ ਦਾ ਬੰਦਾ, ਉਹ ਵੀ ਰੱਬ ਦਾ ਬੰਦਾ, ਸਾਰੇ ਰੱਬ ਦੇ ਬੰਦੇ ਆ, ਤਾਂ ਕੋਈ ਭੇਦਭਾਵ ਰਹਿ ਹੀ ਨਹੀਂ ਜਾਂਦਾ, ਕੋਈ ਝਗੜਾ ਰਹਿ ਹੀ ਨਹੀਂ ਜਾਂਦਾ। ਇਹ ਲਈ ਜ਼ਿੰਦਗੀ ਜੀਣ ਦਾ ਮਜ਼ਾ ਹੀ ਸਹੀ ਮਾਇਨੇ ਜਦੋਂ ਆਉਂਦਾ, ਜਦੋਂ ਅੰਦਰ ਨਫ਼ਰਤ ਹੋਵੇ ਹੀ ਨਾ। ਤੁਹਾਡੇ ਸਾਹਮਣੇ ਕਿਸੇ ਵੀ ਧਰਮ ਦਾ ਕੋਈ ਵੀ ਇਨਸਾਨ ਆ ਕੇ ਖੜ ਜਾਵੇ, ਜਦੋਂ ਤੁਸੀਂ ਉਹਨੂੰ ਪਿਆਰ ਦੀ ਨਜ਼ਰ ਨਾਲ ਦੇਖਦੇ ਹੋ ਨਾ ਕਿ ਮੈਨੂੰ ਵੀ ਮੇਰੇ ਰੱਬ ਨੇ ਬਣਾਇਆ ਹੈ, ਤਾਂ ਇਹਦੇ ਅੰਦਰ ਵੀ ਉਹਦਾ ਹੀ ਨੂਰ ਹੈ। ਜਦੋਂ ਪਿਆਰ ਨਾਲ ਮਿਲੋਗੇ ਕਿਸੇ ਨਾਲ ਤਾਂ ਫਿਰ ਦੇਖੋ ਜ਼ਿੰਦਗੀ ਦਾ ਮਜ਼ਾ ਹੀ ਕੁਛ ਹੋਰ ਹੋਏਗਾ। ਜ਼ਿੰਦਗੀ ਇਹਨੂੰ ਕਹਿੰਦੇ, ਸਹੀ ਮਾਇਨੇ ਜ਼ਿੰਦਗੀ ਇਹੀ ਹੈ ਜਿੱਥੇ ਪਿਆਰ ਹੋਵੇ। ਸੋ ਮੇਹਰ ਅਲੀ ਸ਼ਾਹ ਨੇ ਕਿਹਾ ਵੀ ਮੈਂ ਰੱਬ ਦਾ ਬੰਦਾ, ਆਪਣੇ ਰੱਬ ਦੀ ਬੰਦਗੀ ਕਰ ਰਿਹਾ ਹਾਂ। ਉਹਨਾਂ ਦੇ ਹੱਥ ਦੀ ਤਸਵੀਰ ਨੂੰ ਦੇਖ ਕੇ ਅੰਗਰੇਜ਼ ਨੇ ਕਿਹਾ ਤੇਰੇ ਹੱਥ 'ਚ ਕੀ ਹੈ? ਮੇਹਰ ਅਲੀ ਸ਼ਾਹ ਨੂੰ ਪੁੱਛਿਆ, ਜਵਾਬ ਦੇ ਦਿਓ ਕੀ ਪੁੱਛਿਆ, ਕਿ ਤੇਰੇ ਹੱਥ 'ਚ ਕੀ ਹੈ? ਤਾਂ ਮੇਹਰ ਅਲੀ ਸ਼ਾਹ ਨੇ ਜਵਾਬ ਨਹੀਂ ਦਿੱਤਾ ਕਿ ਤਸਵੀਰ ਹੈ ਜਾਂ ਮਾਲਾ ਹੈ। ਉਹਨਾਂ ਨੇ, ਅੰਗਰੇਜ਼ ਨੇ ਨਾ ਇੱਥੇ ਪਿਸਤੌਲ ਲਗਾਈ ਹੋਈ ਸੀ, ਕਮਰ ਦੇ ਨਾਲ ਗਨ ਬੰਨੀ ਹੋਈ ਸੀ, ਰਿਵਾਲਵਰ। ਤਾਂ ਮੇਹਰ ਅਲੀ ਨੇ ਉੱਧਰ ਨੂੰ ਇਸ਼ਾਰਾ ਕੀਤਾ, ਕਹਿੰਦੇ ਉਹ ਕੀ ਹੈ ਜੋ ਤੂੰ ਬੰਨਿਆ ਹੋਇਆ ਲੱਕ ਤੇ? ਤਾਂ ਉਸ ਲਈ ਉਹਨਾਂ ਕਿਹਾ ਇਹ ਮੇਰੀ ਰਿਵਾਲਵਰ ਹੈ, ਇਹ ਮੇਰਾ ਹਥਿਆਰ ਹੈ। ਸਮਝਣਾ ਜ਼ਰਾ, ਇਹ ਮੇਰੀ ਪਿਸਤਲ ਹੈ, ਰਿਵਾਲਵਰ, ਇਹ ਮੇਰਾ ਹਥਿਆਰ ਹੈ। ਤਾਂ ਮੇਹਰ ਅਲੀ ਮੁਸਕਰਾਏ, ਕਹਿੰਦੇ ਜੇ ਉਹ ਤੇਰਾ ਹਥਿਆਰ ਹੈ ਤਾਂ ਆਹ ਤਸਵੀਰ ਸਾਡਾ ਹਥਿਆਰ ਹੈ। ਫਿਰ ਸਮਝਦੇ ਹੋ ਕਿ ਨਹੀਂ? ਇਹ ਤਸਵੀਰ ਸਾਡਾ ਹਥਿਆਰ ਹੈ। ਤਾਂ ਉਸ ਲਈ ਉਹ ਅੰਗਰੇਜ਼ ਕਹਿੰਦਾ ਅੱਛਾ ਤੇਰਾ ਹਥਿਆਰ ਹੈ, ਤਾਂ ਤੇਰਾ ਹਥਿਆਰ ਕੀ ਕਰ ਸਕਦਾ ਹੈ? ਤਾਂ ਮੇਹਰ ਅਲੀ ਮੁਸਕਰਾਏ, ਕਹਿੰਦੇ ਪਹਿਲਾਂ ਤੂੰ ਦੱਸ ਤੇਰਾ ਹਥਿਆਰ ਕੀ ਕਰ ਸਕਦਾ ਹੈ? ਸਮਝਦੇ ਹੋ ਕਿ ਨਹੀਂ? ਤਾਂ ਅੰਗਰੇਜ਼ ਨੇ ਪਿਸਤੌਲ ਕੱਢਿਆ, ਕਹਿੰਦੇ ਮੇਰੇ ਹਥਿਆਰ ਕੀ ਕਰ ਸਕਦਾ ਹੈ? ਸਾਹਮਣੇ ਨਾ ਪੇੜ ਦੇ ਉੱਪਰ ਇੱਕ ਘੁੱਗੀ ਬੈਠੀ ਹੋਈ ਸੀ, ਉਹਨੇ ਨਿਸ਼ਾਨਾ ਲੈ ਕੇ ਗੋਲੀ ਮਾਰੀ ਤਾਂ ਗੋਲੀ ਘੁੱਗੀ ਤੇ ਲੱਗੀ, ਘੁੱਗੀ ਤੜਫ ਕੇ ਥੱਲੇ ਡਿੱਗੀ। ਜਦੋਂ ਥੱਲੇ ਡਿੱਗੀ
ਅੰਗਰੇਜ਼ ਹੱਸ ਕੇ ਕਹਿਣ ਲੱਗਾ, ਦੇਖ ਮੇਰਾ ਹਥਿਆਰ ਆ ਕੰਮ ਕਰ ਸਕਦਾ ਹੈ, ਹੁਣ ਦੱਸ ਤੇਰਾ ਹਥਿਆਰ ਕੀ ਕਰ ਸਕਦਾ ਹੈ। ਮੇਹਰ ਅਲੀ ਨੇ ਜਦੋਂ ਦੇਖਿਆ ਘੁੱਗੀ ਨੂੰ ਤੜਫਦਿਆਂ ਤਾਂ ਮਨ 'ਚ ਦਇਆ ਆਈ। ਅੰਗਰੇਜ਼ ਵੱਲ ਦੇਖਿਆ, ਫਿਰ ਉਹਨਾਂ ਨੇ ਤਸਬੀਹ ਪਕੜੀ। ਜਦੋਂ ਅੰਗਰੇਜ਼ ਨੇ ਪੁੱਛਿਆ ਮੇਰਾ ਹਥਿਆਰ ਇਹ ਕੰਮ ਕਰ ਸਕਦਾ ਹੈ, ਹੁਣ ਦੱਸ ਤੇਰਾ ਹਥਿਆਰ ਕੀ ਕਰ ਸਕਦਾ ਹੈ। ਮੇਹਰ ਅਲੀ ਉੱਠੇ ਆਪਣੇ ਆਸਨ ਤੋਂ, ਯਾਨੀ ਜਿੱਥੇ ਬੈਠੇ ਸੀ ਬੰਦਗੀ ਤੋਂ ਉੱਠੇ, ਤੜਫਦੀ ਹੋਈ ਘੁੱਗੀ ਦੇ ਕੋਲ ਗਏ ਔਰ ਆਪਣੀ ਮਾਲਾ ਰੱਬ ਦਾ ਨਾਮ ਲੈ ਕੇ ਉਹਦੇ ਨਾਲ ਲਾਈ। ਜਿੱਦਾਂ ਹੀ ਮਾਲਾ ਉਹਦੇ ਨਾਲ ਲਾਈ ਤਾਂ ਘੁੱਗੀ ਉੜ ਕੇ ਪੇੜ ਤੇ ਬਹਿ ਗਈ। ਕਹਿੰਦੇ ਦੇਖ ਸਾਡਾ ਹਥਿਆਰ ਆ ਕੰਮ ਕਰਦਾ ਹੈ। ਕਹਿੰਦੇ ਆ ਅੰਗਰੇਜ਼ ਤੇਰਾ ਹਥਿਆਰ ਜੀਂਦਿਆਂ ਨੂੰ ਮਾਰਦਾ ਹੈ, ਹੱਸਦਿਆਂ ਨੂੰ ਰਵਾਉਂਦਾ ਹੈ, ਜਿਹੜੇ ਖੁਸ਼ ਨੂੰ ਦਰਦ ਦਿੰਦਾ ਹੈ। ਤਾਂ ਸਾਡਾ ਹਥਿਆਰ ਮੁਰਦਿਆਂ ਨੂੰ ਜ਼ਿੰਦਗੀ ਦਿੰਦਾ ਹੈ, ਰੋਂਦਿਆਂ ਨੂੰ ਹਸਾਉਂਦਾ ਹੈ। ਜਿਹੜਾ ਦਰਦ ਵਿੱਚ ਆ ਜਾਵੇ ਉਹਨਾਂ ਦੇ ਜੀਵਨ 'ਚ ਖੁਸ਼ੀਆਂ ਦੇ ਰੰਗ ਭਰਦਾ ਹੈ। ਜਿੱਦਾਂ ਹੀ ਅੰਗਰੇਜ਼ ਨੇ ਦੇਖਿਆ, ਅੰਗਰੇਜ਼ ਦਾ ਸਿਰ ਕਦਮਾਂ ਝੁਕ ਗਿਆ, ਕਿਉਂਕਿ ਇਹ ਤਾਂ ਚਮਤਕਾਰ ਸੀ। ਜਿਹੜੀ ਘੁੱਗੀ ਗੋਲੀ ਖਾ ਕੇ ਤੜਫ ਰਹੀ ਸੀ, ਮਰਨ ਵਾਲੀ ਸੀ, ਦੁਬਾਰਾ ਠੀਕ ਹੋ ਕੇ ਪੇੜ ਤੇ ਬਹਿ ਗਈ। ਕਹਿੰਦੇ ਉਸ ਵੇਲੇ ਅੰਗਰੇਜ਼ ਨੇ ਕਦਮਾਂ 'ਚ ਸਿਰ ਰੱਖਿਆ, ਕਹਿੰਦਾ ਮਹਾਰਾਜ ਹੁਣ ਆਹ ਹਥਿਆਰ ਛੱਡਿਆ, ਹੁਣ ਮੈਨੂੰ ਵੀ ਆਪਣਾ ਹਥਿਆਰ ਫੜਾ ਦਿਓ, ਯਾਨੀ ਆਪਣੀ ਤਸਵੀਰ ਫੜਾ ਦਿਓ, ਕਿਉਂਕਿ ਅੱਜ ਤੋਂ ਮੈਂ ਸਰਕਾਰ ਦਾ ਨਹੀਂ, ਹੁਣ ਤੁਹਾਡਾ ਨੌਕਰ ਹੋ ਗਿਆ। ਏਦਾਂ ਜ਼ਿੰਦਗੀ ਬਦਲਦੀ ਹੈ ਫਕੀਰਾਂ ਦੀ ਸੋਹਬਤ ਵਿੱਚ ਆ ਕੇ, ਕਿ ਜਿਹੜੇ ਇਨਸਾਨ ਜ਼ੁਲਮ ਕਰਨ ਵਾਲੇ ਹੁੰਦੇ ਆ, ਜਦੋਂ ਫਕੀਰਾਂ ਦੀ ਰਹਿਮਤ ਦੇਖਦੇ ਆ ਤਾਂ ਫਕੀਰ ਸਿਰਫ, ਜਿੱਦਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਫਕੀਰ ਪਾਪੀ ਦਾ ਅੰਤ ਨਹੀਂ ਕਰਦੇ, ਬਲਕਿ ਉਹਦੇ ਅੰਦਰਲੇ ਪਾਪ ਦਾ ਅੰਤ ਕਰਦੇ, ਉਹਦੇ ਅੰਦਰਲੀ ਪਾਪੀ ਸੋਚ ਦਾ ਅੰਤ ਕਰਦੇ, ਉਹਦੀ ਬੁਰੀ ਸੋਚ ਨੂੰ ਬਦਲ ਕੇ ਅੱਛਾ ਬਣਾ ਦਿੰਦੇ ਆ। ਸਮਝਦੇ ਹੋ ਕਿ ਨਹੀਂ? ਇਹ ਲਈ ਮੇਹਰ ਅਲੀ ਸ਼ਾਹ ਕਹਿੰਦੇ ਫਕੀਰਾਂ ਦਾ ਹਥਿਆਰ ਸਾਡਾ ਹਥਿਆਰ ਆਹ ਕੰਮ ਕਰਦਾ ਹੈ। ਤਾਂ ਫਿਰ ਅੰਗਰੇਜ਼ ਚਰਨਾਂ 'ਚ ਪੈ ਗਿਆ, ਕਹਿੰਦਾ ਜੀ ਅੱਜ ਤੋਂ ਇਹ ਹਥਿਆਰ ਛੱਡਿਆ, ਹੁਣ ਆਪਣੇ ਹਥਿਆਰ ਫੜਾ ਦਿਓ, ਜਿਹੜਾ ਮੁਰਦਿਆਂ ਨੂੰ ਜ਼ਿੰਦਗੀ ਦੇਣ ਵਾਲਾ ਹੈ, ਰੋਂਦਿਆਂ ਨੂੰ ਹਸਾਉਣ ਵਾਲਾ ਹੈ। ਸੋ ਇਸ ਸਾਖੀ ਤੋਂ ਕੀ ਪਤਾ ਲੱਗਦਾ ਹੈ ਕਿ ਜ਼ਰਾ ਸੋਚੋ, ਉਹਨਾਂ ਨੇ ਕੀ ਕਿਹਾ ਕਿ ਫਕੀਰ ਰੋਂਦਿਆਂ ਨੂੰ ਹਸਾਉਂਦੇ ਹੈ, ਦੁਖੀਆਂ ਦੇ ਜੀਵਨ 'ਚ ਖੁਸ਼ੀਆਂ ਭਰਦੇ ਹੈ, ਮੁਰਦਿਆਂ ਨੂੰ ਜ਼ਿੰਦਗੀ ਦਿੰਦੇ। ਯਾਨੀ ਦੱਸਣਾ ਕੀ ਚਾਹੁੰਦੇ ਆ ਕਿ ਜਦੋਂ ਕਿਸੇ ਵੀ ਪੰਛੀ ਦਾ ਅੰਡਾ ਲੈ ਲਈਏ ਤਾਂ ਅੰਡੇ ਅੰਦਰ ਕੀ ਹੁੰਦਾ ਹੈ। ਹੁਣ ਤੁਸੀਂ ਫਰਜ਼ ਕਰਕੇ ਮੁਰਗੀ ਦਾ ਅੰਡਾ ਲੈਂਦੇ ਹੋ, ਮੁਰਗੀ ਨੇ ਅੰਡਾ ਦਿੱਤਾ, ਤੁਸੀਂ ਚੱਕਿਆ, ਉਹਨੂੰ ਤੋੜਦੇ ਹੋ ਤਾਂ ਕੀ ਨਿਕਲਦਾ ਹੈ ਵਿੱਚੋਂ? ਜਰਾ ਦੇਖੋ, ਸਿਰਫ ਪਾਣੀ ਜਿਹਾ ਹੁੰਦਾ ਨਾ, ਕੀ ਹੁੰਦਾ? ਪਾਣੀ ਹੁੰਦਾ ਹੈ, ਇੱਕ ਪੀਲਾ ਜਿਹਾ ਥੋੜਾ ਜਿਹਾ ਹਿੱਸਾ ਹੁੰਦਾ ਹੈ, ਜਾਂ ਉਹਦਾ ਪਾਣੀ ਹੁੰਦਾ ਹੈ। ਕਿਤੇ ਉਹਦੇ ਅੰਦਰ ਕੋਈ ਹੱਡੀ ਹੁੰਦੀ ਹੈ, ਕੋਈ ਉਹਦੇ ਅੰਦਰ ਅੱਖ ਹੁੰਦੀ ਹੈ, ਉਹਦੇ ਅੰਦਰ ਕੋਈ ਪਰ ਹੁੰਦਾ ਹੈ, ਉਹਦੇ ਅੰਦਰ ਕੋਈ ਚੀਜ਼ ਹੁੰਦੀ ਹੈ ਕਿ ਲੈ ਵੀ ਬੰਦਾ ਕਵੇ। ਹੁਣ ਇੱਕ ਪੰਛੀ ਨੂੰ ਪਕੜ ਲਓ, ਹੁਣ ਫਰਜ਼ ਕਰਕੇ ਮੁਰਗੀ ਨੂੰ ਲੈ ਲਓ, ਮੁਰਗੀ ਅੰਦਰ ਹੱਡੀ ਵੀ ਹੁੰਦੀ ਹੈ, ਪੰਖ ਵੀ ਹੁੰਦੇ ਹੈ, ਚੁੰਝ ਵੀ ਹੁੰਦੀ ਹੈ, ਉਹਦਾ ਦਿਲ ਵੀ ਹੁੰਦਾ ਹੈ, ਉਹਦੀਆਂ ਅੱਖਾਂ ਵੀ ਹੁੰਦੀਆਂ ਹੈ, ਸਭ ਕੁਝ ਹੁੰਦਾ, ਕਿ ਪੰਜੇ ਵੀ ਹੁੰਦੇ ਹੈ। ਪਰ ਉਸੇ ਮੁਰਗੀ ਦਾ ਅੰਡਾ ਜਦੋਂ ਤੱਕ ਚੂਹਾ ਨਹੀਂ ਬਣਿਆ ਵਿੱਚ, ਤਾਂ ਕੀ ਹੁੰਦਾ? ਸਿਰਫ ਪਾਣੀ ਹੁੰਦਾ ਹੈ, ਨਾ ਕੋਈ ਹੱਡੀ, ਨਾ ਕੋਈ ਚੁੰਝ, ਨਾ ਕੋਈ ਦਿਲ, ਕੁਝ ਨਹੀਂ ਹੁੰਦਾ। ਤਾਂ ਜ਼ਰਾ ਸੋਚੋ, ਉਸ ਵੇਲੇ ਉਸ ਅੰਡੇ ਅੰਦਰ ਸਿਰਫ ਪਾਣੀ ਹੈ, ਔਰ ਉਹ ਪਾਣੀ ਤੋਂ ਉਹਦੇ ਅੰਦਰ ਹੱਡੀ, ਉਹਦੇ ਅੰਦਰ ਦਿਲ, ਉਹਦੇ ਅੰਦਰ ਚੁੰਝ, ਪੰਜੇ, ਪਰ, ਪੰਖ, ਸਭ ਕੁਝ ਕੌਣ ਬਣਾਉਂਦਾ ਹੈ? ਇਹੀ ਰੱਬ ਦੀ ਰਹਿਮਤ ਹੈ। ਉਹ ਜਿਹੜਾ ਅੰਡੇ ਤੋਂ ਅੰਦਰ ਪਾਣੀ ਤੋਂ ਸਭ ਕੁਝ ਬਣਾ ਸਕਦਾ ਹੈ। ਅਗਰ ਅਸੀਂ ਉੱਤੇ ਯਕੀਨ ਰੱਖੀਏ ਤਾਂ ਕੀ ਸਾਡੀ ਜ਼ਿੰਦਗੀ 'ਚ ਖੁਸ਼ੀਆਂ, ਆਨੰਦ, ਤੰਦਰੁਸਤੀ, ਇਹ ਸਭ ਕੁਝ ਨਹੀਂ ਆ ਸਕਦਾ? ਆ ਸਕਦਾ ਹੈ, ਵਿਸ਼ਵਾਸ ਦੀ ਲੋੜ ਹੈ। ਕੋਈ ਅੰਡੇ ਅੰਦਰ ਬਾਹਰੋਂ ਨਹੀਂ ਕੁਛ ਆਉਂਦਾ ਕਿ ਲੈ ਵੀ ਅੰਡੇ 'ਚ ਹੁਣ ਬੱਚਾ ਬਣ ਰਿਹਾ ਤਾਂ ਬਾਹਰੋਂ ਪੰਖ ਆ ਜਾਣ, ਬਾਹਰੋਂ ਹੱਡੀ ਆ ਜਾਵੇ, ਬਾਹਰੋਂ ਪੰਜੇ ਆ ਜਾਣ, ਬਾਹਰੋਂ ਅੱਖਾਂ ਨਹੀਂ, ਸਭ ਕੁਝ ਉਹਦੇ ਅੰਦਰ ਹੀ, ਉਹ ਪਾਣੀ ਦੇ ਵਿੱਚ ਹੀ ਰੱਬ ਤਿਆਰ ਕਰ ਦਿੰਦਾ ਹੈ। ਇਹਦੀ ਕੁਦਰਤ ਹੈ। ਔਰ ਜਿਹਨੂੰ ਯਕੀਨ ਹੁੰਦਾ ਨਾ, ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਅੰਡਾ ਇੱਕ ਕਿਸਮ ਦਾ ਮੁਰਦਾ ਹੁੰਦਾ, ਜਿਹਦੇ ਅੰਦਰ ਜਿੰਦਾ ਮੁਰਗੀ ਫੜਫੜਾਉਂਦੀ ਹੋਈ ਬਾਹਰ ਆ ਜਾਂਦੀ ਹੈ। ਸਮਝਦੇ ਹੋ ਕਿ ਨਹੀਂ? ਇੱਥੋਂ ਕੀ ਪਤਾ ਲੱਗਦਾ ਹੈ ਕਿ ਇਹ ਇਨਸਾਨ ਆਪਣੇ ਰੱਬ ਤੇ ਯਕੀਨ ਕਰਨਾ ਸ਼ੁਰੂ ਕਰ। ਜਿਹੜਾ ਇੱਕ ਪਾਣੀ ਦੇ ਨੁਕਤੇ 'ਚ, ਹੁਣ ਮਾਂ ਦੇ ਗਰਭ 'ਚ ਜਦੋਂ ਬੱਚਾ ਜਾਂਦਾ ਤਾਂ ਬੱਚਾ ਵੀ ਕੀ ਹੁੰਦਾ ਹੈ? ਪਾਣੀ ਦੀ ਇੱਕ ਬੂੰਦ ਹੀ ਹੁੰਦਾ ਹੈ। ਪਰ ਉਹ ਇੱਕ ਪਾਣੀ ਦੀ ਬੂੰਦ 'ਚੋਂ ਹੀ ਇਨਸਾਨ ਕਿੰਨਾ ਸੋਹਣਾ ਬਣ ਕੇ ਬਾਹਰ ਆ ਜਾਂਦਾ 9 ਮਹੀਨਿਆਂ 'ਚ। ਹੱਡੀਆਂ, ਹਾਰਟ, ਫੇਫੜੇ, ਹੱਥ ਪੈਰ, ਸਭ ਕੁਝ ਬਣ ਜਾਂਦਾ ਹੈ। ਉਹ ਤਾਕਤ ਸਭ ਕੁਝ ਕਰ ਸਕਦੀ ਹੈ, ਬਸ ਯਕੀਨ ਜ਼ਰੂਰੀ ਹੈ। ਇਸ ਲਈ ਇਹ ਯਾਦ ਰੱਖਣਾ ਹੈ ਕਿ ਆਪਣੇ ਰੱਬ ਦੀਆਂ ਰਹਿਮਤਾਂ ਤੇ ਹਮੇਸ਼ਾ ਵਿਸ਼ਵਾਸ ਰੱਖੋ, ਯਕੀਨ ਰੱਖੋ ਕਿ ਮੇਰਾ ਮਾਲਿਕ ਅਸੰਭਵ ਨੂੰ ਸੰਭਵ, ਨਾਮੁਮਕਿਨ ਨੂੰ ਮੁਮਕਿਨ, ਹਰ ਮੁਸ਼ਕਿਲ 'ਚੋਂ ਮੈਨੂੰ ਕੱਢ
ਮੇਰੇ ਹਰ ਦੁੱਖ ਨੂੰ ਦੂਰ ਕਰ, ਮੇਰੀ ਝੋਲੀ ਖੁਸ਼ੀਆਂ ਨਾਲ ਭਰ, ਮੇਰੀ ਹਰ ਮੁਸ਼ਕਿਲ ਨੂੰ ਹੱਲ। ਇਹ ਯਕੀਨ ਹੋਣਾ ਚਾਹੀਦਾ ਹੈ, ਸਮਝਦੇ ਹੋ ਕਿ ਨਹੀਂ? ਇਸ ਲਈ ਵਿਸ਼ਵਾਸ ਰੱਖੋ ਤਾਂ ਫਿਰ ਉਹੀ ਹੋ ਜਾਂਦਾ ਹੈ ਕਿ ਅੰਗਰੇਜ਼ ਦਾ ਹਿਰਦਾ ਬਦਲ ਗਿਆ, ਦਿਲ ਬਦਲ ਗਿਆ। ਤਾਂ ਹੀ ਤਾਂ ਕਿਹਾ ਜਾਂਦਾ ਫਕੀਰਾਂ ਦੇ ਕੋਲ ਆ ਕੇ ਹੀ ਇਨਸਾਨ ਦੇ ਜੀਵਨ 'ਚ ਬਦਲਾਵ ਆਉਂਦੇ। ਜਿੱਦਾਂ ਬੁੱਲੇ ਸ਼ਾਹ ਨੇ ਕਿਹਾ ਕਿ ਮੇਰਾ ਮੁਰਸ਼ਿਦ ਰੋਜ਼ ਮੁਝੇ ਨया सबक सिखाता चला गया, और मुझ जैसे पत्थर को तराश कर हीरा। ਹੁਣ ਦੇਖੋ ਉਹ ਅੰਗਰੇਜ਼ ਵੀ ਪੱਥਰ ਸੀ, ਪਰ ਮੇਹਰ ਅਲੀ ਦੀ ਨਜ਼ਰ ਨਾਲ ਉਹ ਵੀ ਹੀਰਾ ਬਣ ਗਿਆ। ਕਿੱਥੇ ਪਾਪ ਕਰਮ ਕਰਨ ਵਾਲਾ ਕਹਿੰਦਾ ਜੀ ਸਰਕਾਰ ਦੀ ਨੌਕਰੀ ਬਹੁਤ ਕਰ ਲਈ, ਹੁਣ ਆਪਣਾ ਨੌਕਰ ਬਣਾ ਲਓ, ਕਿਉਂਕਿ ਪਤਾ ਇਹ ਉਹ ਦਰ ਹੈ ਜਿੱਥੇ ਖੁਸ਼ੀਆਂ ਦਿੱਤੀਆਂ ਜਾਂਦੀਆਂ ਹੈ। ਇਸ ਲਈ ਵੀ ਫਿਰ ਕਹਾਂਗੇ ਆਪਣੇ ਜੀਵਨ ਨੂੰ ਐਸਾ ਬਣਾਓ ਕਿ ਤੁਹਾਡੇ ਵੱਲੋਂ ਦੂਜਿਆਂ ਨੂੰ ਖੁਸ਼ੀ ਮਿਲੇ, ਹੌਸਲਾ ਮਿਲੇ, ਹਿੰਮਤ ਮਿਲੇ। ਜੇ ਉਹਦੀ ਟੁੱਟੀ ਹੋਈ ਆਸ ਹੈ ਨਾ, ਤੁਹਾਡੇ ਨਾਲ ਗੱਲ ਕਰਕੇ ਉਹਦੀ ਟੁੱਟੀ ਹੋਈ ਆਸ ਵੱਧ ਜਾਵੇ। ਸਮਝਦੇ ਹੋ ਕਿ ਨਹੀਂ? ਅੱਜ ਜਿਹਨਾਂ ਜੀਵਾਂ ਵੱਲੋਂ ਸਤਸੰਗ ਹੈ, ਇਹ ਕੱਲ ਸ਼ਾਮ ਦੇ ਆਏ, ਇਹਨਾਂ ਨੇ ਇਹ ਗੱਲ ਕਰਾਈ, ਸ਼ਾਇਦ ਉਹ ਜਰਮਨ ਦੇ ਜੀਵ ਸੀਗੇ। ਹੁਣ ਕਹਿੰਦੇ ਮਾਲਕੋ ਬੜੇ ਦੁਖੀ ਸੀ, ਬੜੇ ਪਰੇਸ਼ਾਨ ਸੀ। ਫਿਰ ਉਹਨਾਂ ਨੂੰ ਤੁਹਾਡੇ ਬਾਰੇ ਦੱਸਿਆ, ਸਤਸੰਗ ਭੇਜਿਆ ਉਹਨਾਂ ਨੂੰ। ਤਾਂ ਹੁਣ ਉਹਨਾਂ ਨੇ ਵੀਡੀਓ ਕਾਲ ਤੇ ਗੱਲ ਕੀਤੀ ਕੱਲ ਸ਼ਾਮੀ ਸਾਡੇ ਨਾਲ, ਜਦੋਂ ਬੰਦਨਾ ਤੋਂ ਬਾਅਦ ਬੈਠੇ ਸੀ ਅਸੀਂ। ਤਾਂ ਉਹ ਕਹਿੰਦੇ ਮਾਲਕੋ ਜਦੋਂ ਦਾ ਸਤਸੰਗ ਸੁਣਨ ਲੱਗਾ ਆ, ਇਸ ਪਰਿਵਾਰ ਦਾ ਥੈਂਕ ਯੂ, ਤੁਹਾਡੇ ਨਾਲ ਜੋੜਿਆ। ਹੁਣ ਮੈਂ ਜਿਹੜੇ ਕੰਮ ਨੂੰ ਵੀ ਹੱਥ ਪਾਉਂਦਾ ਮੈਨੂੰ ਸਫਲਤਾ ਮਿਲਦੀ ਹੈ। ਜਲਦੀ ਮੈਂ ਆ ਗਿਆ, ਮੈਂ ਵੀ ਸਤਸੰਗ ਕਰਵਾਉਣਾ ਹੈ। ਯਾਨੀ ਬਦਲਾਵ ਆਉਂਦਾ ਇਨਸਾਨ ਦੀ ਜ਼ਿੰਦਗੀ 'ਚ ਜਦੋਂ ਇਨਸਾਨ ਵਿਸ਼ਵਾਸ ਨਾਲ ਆਪਣੇ ਮਾਲਿਕ ਨਾਲ ਕਹਿੰਦਾ। ਕੰਮ ਉਹਨਾਂ ਨੇ ਦੱਸਿਆ ਕਿ ਕੰਮ ਪਹਿਲਾਂ ਵੀ ਉਹੀ ਸੀ, ਪਰ ਸਫਲਤਾ ਨਹੀਂ ਮਿਲਦੀ ਸੀ, ਕੋਈ ਵੀ ਕੰਮ ਨਹੀਂ ਹੁੰਦਾ ਸੀ। ਪਰ ਇੱਕ ਮਾਲਕ ਦੇ ਸਤਸੰਗ ਸੁਣਨ ਨਾਲ ਇੰਨਾ ਮਨ 'ਚ ਵਿਸ਼ਵਾਸ ਜਾਗਿਆ ਕਿ ਜਿੱਦਾਂ ਹੀ ਕਹੀਦਾ ਹੈ, ਡਰਨਾ ਨਹੀਂ ਹੈ, ਚਿੰਤਾ ਨਹੀਂ ਕਰਨੀ, ਇਹ ਵਿਸ਼ਵਾਸ ਰੱਖਣਾ ਕਿ ਮੇਰਾ ਮਾਲਿਕ ਮੈਨੂੰ ਕਾਮਯਾਬੀ ਜ਼ਰੂਰ, ਕਿਉਂਕਿ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੈਨੂੰ ਸਫਲਤਾ ਜ਼ਰੂਰ, ਮੈਨੂੰ ਸਫਲਤਾ ਦੇਣ ਵਾਲਾ ਮੇਰਾ ਮਾਲਿਕ ਮੇਰੇ ਵਿਗੜੇ ਕੰਮ ਜ਼ਰੂਰ, ਕਿਉਂਕਿ ਕੰਮਾਂ ਨੂੰ ਬਣਾਉਣ ਵਾਲਾ ਮੇਰਾ ਮਾਲਿਕ ਵਿਗੜੀ ਬਣਾਉਣ ਵਾਲਾ ਮੇਰਾ ਮਾਲਿਕ ਅਗਰ ਇਦਾਂ ਦਾ ਬੰਦਾ ਵਿਸ਼ਵਾਸ ਰੱਖੇ ਤਾਂ ਵਿਗੜੀਆਂ ਵੀ ਬਣਦੀਆਂ ਚਲੀਆਂ ਜਾਂਦੀਆਂ। ਇਸ ਲਈ ਯਾਦ ਰੱਖਣਾ ਕਿ किसी ने नमाज, किसी ने वर्त, किसी ने रोजा रखा। समझते हो कि नहीं? इत्थे ये बड़ी प्यारी गल है। किसी ने रोजा, किसी ने वर्त, किसी ने उपवास रखा। किसी ने रोजा, किसी ने वर्त, किसी ने उपवास रखा, मगर खुदा तो उसको मिलेगा जिसने नीयत को अपनी साफ रखा। अगर जिंदगी में मुश्किलें आए तो घबराना मत, अगर जिंदगी में मुश्किलें आए तो घबराना मत, दूर हो जाएंगी सारी मुश्किलें जिसने अपने मालिक पर विश्वास रखा। याद रखना हमेशा, चाहे जिन्ने मर्जी रोजे रख लीए, जिन्ने मर्जी वर्त रख लीए, जिन्ने मर्जी उपवास रख लीए, सिर्फ रोजे वर्त उपवास रखने नाल ही रब नहीं मिलना। ये मिलना कदों है? खुदा तो उसको मिलेगा जिसने नीयत को अपनी, नीयत साफ चाहिए है, मन साफ चाहिए, दिल साफ होना चाहिए है। इधरों वर्त रखिया है कि मैं पानी नहीं पीना, रोटी नहीं खानी, तो जुबान तो असी बुरा बोली जाइए, झगड़े करी जाइए, लड़ाई करी जाइए, किसी का हक खो के खाई जाइए, तो काला उपवास हो। और नीयत भी साफ चाहिए है। इसलिए जिद्दां दस रहे सी असी कि 6 चीज़ां कहियां है मौलाना रूमी ने कि दुआ किहदी कबूल हुंदी है। पहली उन्होंने कहा सी फकीरां दी सोबत, कि दुआ की कबूलियत वास्ते पहली चीज़ फकीरां दी सोबत होना जरूरी है। और दूसरी गल उन्होंने कही यकीने कामिल। यकीने कामिल का मतलब तेरा पक्का यकीन, ये नहीं कि मैनू विश्वास है पर माड़ी मुश्किल आई तो हाए मेरा की बनेगा, ਇਹਦਾ मतलब यकीन कच्चा है। क्योंकि जिन्हें पक्के यकीन होंगे है वो डरते, वो फिक्र नहीं करते, वो कहते यकीन इन्ना पक्का तूफान आंदा देख के भी वो चिंता नहीं करते, मुस्कुरा के खड़ जाते हैं। कोई पूछे भाई एडा बड़ा तूफान है तू फिर खड़ा है, डर नहीं लगता, दौड़ना नहीं है तू? वो कहता दौड़ना नहीं है, क्योंकि मेरे मुर्शद ने कहा यकीन कामिल रखो, इसलिए मेरा यकीन पक्का है। आए तूफान मैनू कोई डर नहीं, तूफान आंदा है, टकरांदा है, गुजर जाता है, वो सही सलामत खड़ा रहता, अगे बढ़ता चला जाता है। ਇਹਨੂੰ ਕਹਿੰਦੇ ਯਕੀਨੇ ਕਾਮਿਲ, ਜਿਹੜਾ ਤੂਫਾਨਾਂ ਨੂੰ ਦੇਖ ਕੇ ਡਰੇ ਨਾ, ਜਿੱਦਾਂ ਆਪਾਂ ਕਹਿੰਦੇ ਦ੍ਰਿੜ ਵਿਸ਼ਵਾਸ, ਜਿਹਨੂੰ ਕਹਿੰਦੇ ਦ੍ਰਿੜ ਵਿਸ਼ਵਾਸ, ਇਹਨੂੰ ਥੋੜਾ ਇਦਾਂ ਕਹਿ ਲਓ ਯਕੀਨੇ ਕਾਮਿਲ, ਗੱਲ ਇੱਕੋ ਹੀ ਹੈ। ਪੱਕਾ ਵਿਸ਼ਵਾਸ, ਪੱਕਾ ਯਕੀਨ, ਪੱਕਾ ਭਰੋਸਾ।
कि हर मुश्किल चों कड्ढण वाला मेरा मालिक मेरे, हर मुश्किल तो बचाने वाला मेरा मालिक मेरे, इनू कहंदे यकीने कामिल, दृढ़ विश्वास। इसलिए मौलाना रूमी कहंदे पहला फकीरां दी सोबत, दूजा तेरे अंदर होना चाहिए है यकीने कामिल यानी दृढ़ विश्वास, तीजा तेरे अंदर होना चाहिए सबर, और चौथा तेरे अंदर होना चाहिए शुक्र। सबर शुक्र ये भी जरूरी है। सबर का मतलब कितना, जिदा कई बार देखते ना तुसी कि एक माली जमीन च बीज नूं बोंदा है, फिर बीज नूं बो के सही टाइम ना पानी खाद वो दिंदा रहिंदा है, पर नाल सबर भी रखता है। पता है कि जे बीज गया है तो हुण सबर रखना पैना, वक्त आने ते इहदा पौधा भी निकलना है जमीन चों, और फिर हौली हौली पौधे ने पेड़ भी बनना है, फिर हौली हौली पेड़ नूं फल भी लगने फुल भी लगने हैं। वो प्रोसैस में थोड़ा टाइम लगता है, पर उत्थे यकीन यानी सबर ही वो प्रोसैस नूं पूरा करता है। तो जे माली कहे है 2 दिन हो गए पुट के देखा जरा किते बीज खराब तो नहीं हो गया, सड़ तो नहीं गया, हुण जरा सोचो जे बीज नूं बोया 2 दिनों बाद कढ़ के देखे है बीज तो ठीक है, फिर रख के पूर देवे, फिर 2 दिन वेट करे है पौधा निकले, फिर पट के देखा तो फिर की होएगा, फिर जवाब दे दो। फिर वो पौधा वो बीज पौधा नहीं बनेगा, वृक्ष नहीं बनेगा। हुण वो कहते बीज बो दिता ना, बस तू अपने यकीन का, अपने विश्वास का, अपने प्यार का जल दे जा, वक्त आन ते वो तेरे बीज जो अरदास का बीज गया ना प्रभु के घर की जमीन च, उन्होंने फल फुल भी जरूर लगणगे। यकीन रखना, सबर रखना है। सो विश्वास इनू ही कहते, कामिले यकीन इनू ही कहते कि मैनू विश्वास है कि जे मैं बेनती की तो पूरी भी जरूर होएगी। इसलिए कहते सबर और फिर नाल नाल शुक्र, क्योंकि बंदा कहता पहला मेरा काम होवे फिर शुक्र करा। मौलाना रूमी कहते नहीं, रब दे घर दा नियम है, तू जदों शुक्र करेगा ना, जिन्ना ज्यादा शुक्र करेगा उन्नी जल्दी कृपा होएगी। हुण फर्ज करो अजमा के देखो कितने कोई दर्द है ना, सिर दर्द कुछ भी, हाय मेरे दर्द क्यों हो रही है, ये मेरे दर्द नहीं होनी चाहिए, कदों ठीक होनी है, जिन्ना इदा सोची जाना है वो दर्द होर। जे बंदा शांत होके बह जाए, शुक्र है मेरे मालिक, ये दर्द भी तेरा ही है, शुक्र है दर्द भी मैनू कबूल है, शुक्र है ये दर्द भी मजा है। तो तुम देखोगे जो कह ना दर्द भी मजा है, तो हौली हौली दर्द ठीक होनी, शुक्र है शुक्र है शुक्र है करते चलो। क्योंकि जिहड़ी चीज़ में असीं एक्सैप्ट कर लेंदे हैं ना, कबूल कर लेंदे हैं, उस चीज़ का प्रभाव साडे ते घटना शुरू हो जाता है। तो जे असीं उहदे विरोध करते चले जाइए, हुण फर्ज करो कुत्ता बाहर भौंक रहा होवे, आ कुत्ता क्यों भौंकी जाता है मैनूं बड़ी परेशानी हो रही है, तो जिन्ना कुत्ते ने भौंकना तुहानूं खिज आनी है, गुस्सा आना है। हुण कुत्ते नूं तुसीं चुप करा नहीं सकते, समझदे हो कि नहीं, तो गली 'च लगा होया है, पर तुसीं सोची जाना जिन्ना उहदे बारे, उहदा विरोध करी जाना, तुहानूं तकलीफ होई जानी है, नींद भी नहीं आनी, मन बेचैन होई जाना। पर जे तुसीं कहो कोई गल नहीं, ये कुत्ते अंदर भी रब ही बोल रहा है, क्योंकि सारे प्राणियों ने उन्हें बनाया है, की पता ये भी रब का ही नाम लै रहा हो, क्योंकि हरेक ने अपनी भाषा 'च ही रब नूं याद करना। कोई इटली का है तो उन्हें इटली की भाषा याद करना, कोई जर्मन का तो जर्मन की भाषा, जे घुग्गी है तो उन्हें अपनी भाषा 'च रब का शुक्र करना, जे जानवर है कोई। बुल्ले शाह भी कहते राती जागे शेख सदामे, रात नूं जागण कुत्ते, वो बुल्लिया ते तो उत्ते, कहते कुत्ते भी रात नूं बंदगी करते अपने रब की। तो तू जे उठ के बंदगी ना की तो फिर तेरे तो चंगे, ये सोचो वो अपना काम कर रहा है, और ओदी आवाज़ नूं भी इदां सुनो कि लै भी ये अंदर भी मेरा रब ही बोल रहा है, समझदे हो कि नहीं। तो तुहानूं कुत्ते की आवाज़ भी मधुर लगनी शुरू हो जाएगी, ਉਹਦੇ ਵਿੱਚ भी शांति मिलनी, क्योंकि जिहड़ी चीज़ ਨੂੰ ਅਸੀਂ कबूल कर लेंदे ना, वो चीज़ सानू तकलीफ देना बंद कर देंदी है। तो जिहड़ी चीज़ बारे ज़्यादा मेरे नाल क्यों हो रहा, मेरे नाल काते हो रहा, इदां मेरे नाल क्यों हो रही है, ਉਹਦੇ नाल क्यों नहीं हुंदा, ਉਹਦੇ नाल क्यों नहीं हुंदा, जिन्ना ਅਸੀਂ ਇਹ सोचते मेरे नाल क्यों काते हो रहा है, उन्ना साडी परेशानी वधदी चली जाती है। समझ आ रही साडी गल? इसलिए कबूल करो, शुक्र करो। इसलिए मौलाना रूमी ने कहा कि पहला फकीरां दी सोबत, यकीने कामिल, सबर, शुक्र, और फिर कहंदे कि नेक नीयत, यानी जे तू दुआ करनी तेरी नीयत भी नेक होनी चाहिए है। ये ना होवे कि तू दुआ करे किसी की बर्बादी की, रब्बा उन्होंने बर्बाद कर दे, मेरा दुश्मन है, वह काम बंद कर दे, रब्बा मेरा दुश्मन है, वो बेटे को कामयाबी ना मिले, इदां दी दुआवां रब वो कहते तेरी नीयत अंदर खोट है ना, तू दूजे का बुरा मंग रहा है, तो कभी पूरी नहीं होनी। समझदे हो कि नहीं?
ਨੀਅਤ ਦੀ ਸਫਾਈ ਹੋਣੀ ਚਾਹੀਦੀ ਹੈ ਕਿ ਜੇ ਮੈਂ ਮੰਗ ਰਿਹਾ ਹਾਂ, ਫਰਜ਼ ਕਰੋ ਮੈਂ ਕਹਿੰਦਾ ਰੱਬਾ ਮੈਨੂੰ ਤੰਦਰੁਸਤੀ ਦੇ, ਤਾਂ ਫਿਰ ਰੱਬ ਨੇ ਕਹਿਣਾ ਆਪਣੇ ਵਾਸਤੇ ਮੰਗ ਰਿਹਾ, ਕਿਸੇ ਦਾ ਬੁਰਾ ਨਹੀਂ ਮੰਗ ਰਿਹਾ, ਚਲੋ ਅੱਛੀ ਗੱਲ ਹੈ। ਮੇਰੇ ਕੰਮਕਾਰ 'ਚ ਬਰਕਤ ਦੇ, ਮੈਨੂੰ ਕਾਮਯਾਬੀ ਦੇ। ਪਰ ਇੱਥੇ ਇਹ ਵੀ ਨਹੀਂ ਕਹਿਣਾ ਮੈਨੂੰ ਕਾਮਯਾਬੀ ਦੇ ਤਾਂ ਉਹਦਾ ਕੰਮ ਬੰਦ ਕਰ ਦੇ, ਨਹੀਂ। ਫਿਰ ਵੀ ਆਪਾਂ ਉਹਦੇ ਵਿੱਚ ਆਪਣੀ ਨੀਅਤ ਅੰਦਰ ਖੋਟ ਲਿਆਂਦਾ। ਤਾਂ ਜਿੱਦਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਖੋਟਾ ਪੈਸਾ ਲੈ ਕੇ ਬਾਜ਼ਾਰ ਜਾਓ ਤਾਂ ਕੋਈ ਚੀਜ਼ ਖਰੀਦ ਸਕਦੇ ਹਾਂ ਅਸੀਂ? ਖੋਟੇ ਪੈਸੇ ਨਾਲ ਕੋਈ ਚੀਜ਼ ਮਿਲੇਗੀ ਸਾਨੂੰ? ਉਹ ਜੇ ਖੋਟੇ ਪੈਸੇ ਨਾਲ ਸਾਨੂੰ ਇੱਕ ਟੌਫੀ, ਇੱਕ ਚਾਕਲੇਟ, 1 ਕਿਲੋ ਆਲੂ ਨਹੀਂ ਮਿਲ ਸਕਦੇ, ਤਾਂ ਖੋਟੀ ਨੀਅਤ ਲੈ ਕੇ ਰੱਬ ਦੀਆਂ ਰਹਿਮਤਾਂ ਕਿੱਦਾਂ ਪਾ ਲਵਾਂਗੇ ਅਸੀਂ? ਨੀਅਤ ਵਿੱਚ ਖੋਟ ਰੱਖ ਕੇ ਸਾਨੂੰ ਰੱਬ ਕਿੱਦਾਂ ਮਿਲ ਜਾਏਗਾ? ਉੱਥੇ ਵੀ ਸਾਡੀ ਨੀਅਤ ਦਾ ਖਰਾ ਹੋਣਾ ਜ਼ਰੂਰੀ ਹੈ, ਕਿਉਂਕਿ ਦੇਣ ਵਾਲੇ ਨੇ ਦੇਖਣਾ ਇਹਦਾ ਪੈਸਾ ਖਰਾ ਆ ਜਾਂ ਖੋਟਾ ਆ। ਨਕਲੀ ਨੋਟ ਲੈ ਕੇ ਤੁਸੀਂ ਦੇ ਦੋਗੇ ਕਿਸੇ ਨੂੰ, ਕਹਿਣਾ ਭਾਈ ਨਕਲੀ ਹੈ, ਖੋਟਾ ਹੈ, ਨਵਾਂ ਖਰਾ ਲਿਆ। ਤਾਂ ਰੱਬ ਦੇ ਘਰ 'ਚ ਵੀ ਜਦੋਂ ਦੁਆ ਜਾਂਦੀ ਤਾਂ ਰੱਬ ਵੀ ਕਹਿੰਦਾ ਹੈ ਜੇ ਤੇਰੀ ਨੀਅਤ ਅੰਦਰ ਖੋਟ ਹੈ ਤਾਂ ਯਾਰ ਇੱਥੋਂ ਤੈਨੂੰ ਕੁਝ ਨਹੀਂ ਮਿਲਣਾ, ਤਾਂ ਜੇ ਤੇਰੀ ਨੀਅਤ ਖਰੀ ਹੈ ਤਾਂ ਸਭ ਕੁਝ ਲੈ ਕੇ ਜਾਏਗਾ। ਇਹਨੇ ਆਪਣੀ ਨੀਅਤ ਅੰਦਰ ਅੱਛਾਈ ਲਿਆਓ। ਇਹਨੇ ਮੌਲਾਨਾ ਰੂਮੀ ਕਹਿੰਦੇ ਪੰਜਵੀਂ ਚੀਜ਼ ਅੱਛੀ ਨੀਅਤ, ਔਰ ਛੇਵੀਂ ਚੀਜ਼ ਉਹ ਕਹਿੰਦੇ ਅੱਛੀ ਕਰਨੀ, ਨੇਕ ਅਮਾਲ। ਨੇਕ ਨੀਅਤ, ਨੇਕ ਅਮਾਲ। ਨੀਅਤ ਕਹਿੰਦੇ ਅਸੀਂ ਸੋਚਦੇ ਕੀ ਆ, ਤਾਂ ਅਮਾਲ ਕਹਿੰਦੇ ਅਸੀਂ ਕਰਦੇ ਕੀ ਆ। ਸਮਝਦੇ ਹੋ ਕਿ ਨਹੀਂ? ਜੋ ਅਸੀਂ ਕਰਦੇ ਆ ਉਹ ਸਾਡੇ ਅਮਾਲ ਹੈ, ਕਿਸੇ ਨਾਲ ਕਰ ਰਹੇ ਆ ਅਸੀਂ। ਤਾਂ ਨੀਅਤ ਹੈ ਕਿ ਸਾਡੇ ਅੰਦਰ ਅੰਦਰ ਕੀ ਚੱਲ ਰਿਹਾ ਸਾਡੇ। ਇਹ ਲਈ ਤੇਰੇ ਅੰਦਰ ਵੀ ਨੇਕੀ ਹੋਣੀ ਚਾਹੀਦੀ ਹੈ ਤਾਂ ਤੇਰੇ ਅਮਾਲ ਵੀ, ਕਿਉਂਕਿ ਜਿਹੜਾ ਨੇਕ ਅਮਾਲ ਕਰਦਾ ਹੈ, ਜਿਹੜਾ ਇਹਨਾਂ ਹੱਥਾਂ ਨਾਲ ਕੁਝ ਭਲਾ ਕਰਦਾ ਹੈ, ਦਾਨ ਪੁੰਨ ਕਰਦਾ ਹੈ, ਅੱਛਾਈ ਕਰਦਾ ਹੈ, ਤਾਂ ਸਮਝ ਲਓ ਉਹਦੇ ਅਮਾਲ ਨੇਕ ਹੈ। ਜਿਹਦੇ ਅਮਾਲ ਨੇਕ ਹੋਣ, ਜਿਹਦੀ ਨੀਅਤ ਨੇਕ ਹੋਵੇ, ਜਿਹਦੇ ਅੰਦਰ ਸਬਰ ਸ਼ੁਕਰ ਹੋਵੇ, ਯਕੀਨੇ ਕਾਮਿਲ ਹੋਵੇ, ਔਰ ਫਕੀਰਾਂ ਦਾ ਸੰਗ ਵੀ ਕਰਦਾ ਹੋਵੇ, ਫਿਰ ਉਹਦੀ ਦੁਆ ਕਬੂਲ ਜ਼ਰੂਰ ਹੁੰਦੀ ਹੈ। ਇਸ ਲਈ 6 ਗੁਣ ਆਪਣੇ ਅੰਦਰ ਲਿਆਓ। ਸਮਝਦੇ ਹੋ ਕਿ ਨਹੀਂ? ਸੋਬਤ ਤਾਂ ਤੁਸੀਂ ਕਰ ਹੀ ਰਹੇ ਹੋ। ਹੁਣ ਕੀ ਕਰਨਾ? ਅਗਲੀਆਂ ਚੀਜ਼ਾਂ ਕਿ ਅਸੀਂ ਆਪਣੇ ਯਕੀਨ ਨੂੰ, ਆਪਣੇ ਵਿਸ਼ਵਾਸ ਨੂੰ ਪੱਕਾ ਕਰਨਾ ਹੈ, ਸਬਰ ਰੱਖਣਾ ਹੈ, ਔਰ ਆਪਣੇ ਮਾਲਿਕ ਦਾ, ਆਪਣੇ ਰੱਬ ਦਾ ਸ਼ੁਕਰ ਕਰਨਾ ਹੈ, ਔਰ ਨਾਲ ਨਾਲ ਆਪਣੀ ਨੀਅਤ ਨੂੰ ਅੱਛਾ ਰੱਖਣਾ ਹੈ, ਤਾਂ ਆਪਣੀ ਕਰਨੀ ਵੀ ਅੱਛੀ ਬਣਾਉਣੀ ਹੈ। ਅੱਛੇ ਕਰਮ ਕਰੀਏ, ਨੇਕ ਅਮਾਲ ਕਰੀਏ। ਜਦੋਂ ਇਨਸਾਨ ਐਸਾ ਬਣ ਜਾਂਦਾ ਹੈ ਤਾਂ ਮੌਲਾਨਾ ਰੂਮੀ ਕਹਿੰਦੇ ਫਿਰ ਜੋ ਖੁਦਾ ਦੇ ਕੋਲੋਂ ਮੰਗਦਾ ਉਹਨੂੰ ਮਿਲਦਾ ਜ਼ਰੂਰ ਹੈ। ਉਹਦੀ ਝੋਲੀ ਖੁਸ਼ੀਆਂ ਨਾਲ ਭਰਦੀ ਫਿਰ ਜ਼ਰੂਰ ਹੈ, ਫਿਰ ਉਹਨੂੰ ਕਮੀ ਨਹੀਂ ਕੋਈ ਰਹਿੰਦੀ। ਇਸ ਲਈ ਆਪਣੇ ਮਾਲਿਕ ਦਾ ਸਿਮਰਨ ਕਰਕੇ, ਆਪਣੇ ਮਾਲਿਕ ਦੀ ਬੰਦਗੀ ਕਰਕੇ ਦੇਖੋ ਵੀ ਜੀਵਨ 'ਚ ਬਦਲਾਅ ਵੀ ਆਉਂਦਾ ਹੈ। ਇਸ ਲਈ ਸਮਾਂ ਕਾਫੀ ਹੋ ਗਿਆ, ਸਤਸੰਗ ਨੂੰ ਸਮਾਪਤੀ ਤਰਫ ਲੈ ਕੇ ਜਾਵਾਂਗੇ। ਪਰ ਜਾਂਦੇ ਜਾਂਦੇ ਸਾਨੂੰ ਇੱਕ ਫਕੀਰ ਦਾ ਵਾਕਿਆ ਯਾਦ ਆ ਰਿਹਾ, ਜਿਨ੍ਹਾਂ ਦਾ ਨਾਮ ਸੀ ਸ਼ੇਖ ਮਗਰਬੀ। ਕੀ ਨਾਮ ਸੀ? ਸ਼ੇਖ ਮਗਰਬੀ। ਬਹੁਤ ਬੜੇ ਸ਼ੇਖ ਹੋਏ, ਬਹੁਤ ਬੰਦਗੀ ਕਰਨ ਵਾਲੇ, ਬਹੁਤ ਪਰਮਾਤਮਾ ਦੀ ਭਗਤੀ ਕਰਨ ਵਾਲੇ। ਕਹਿੰਦੇ ਇੱਕ ਦਿਨ ਸ਼ੇਖ ਮਗਰਬੀ ਆਰਾਮ ਕਰ ਰਹੇ ਹੈ, ਔਰ ਜਿਸ ਮੌਕੇ 'ਚ ਸ਼ੇਖ ਮਗਰਬੀ ਸੀ, ਉਸ ਮੌਕੇ ਦੇ ਜਿੰਨੇ ਬੜੇ ਬੜੇ ਅਫਸਰ ਸੀ, ਦਰੋਗਾ ਸੀ, ਬਾਦਸ਼ਾਹ ਸੀ, ਸਾਰੇ ਉਹਨਾਂ ਨੂੰ ਮੰਨਦੇ ਹੁੰਦੇ ਸੀ। ਯਾਨੀ ਸਾਰੇ ਉਹਨਾਂ ਦਾ ਹੁਕਮ ਮੰਨਦੇ ਸੀ, ਉਹਨਾਂ ਦੇ ਮੁਰੀਦ ਸੀ ਐਡੇ ਬੜੇ ਸ਼ੇਖ ਮਗਰਬੀ। ਕਹਿੰਦੇ ਇੱਕ ਦਿਨ ਉਹ ਸੁੱਤੇ ਪਏ। ਹੁਣ ਜਰਾ ਗੌਰ ਕਰਨਾ, ਇਹ ਆਸ਼ਿਕਾਂ ਦੀ ਗੱਲ ਹੈ। ਕਿਹਨਾਂ ਦੀ ਗੱਲ ਹੈ? ਜਿਹੜੇ ਆਪਣੇ ਰੱਬ ਨਾਲ ਇਸ਼ਕ ਕਰਨ ਵਾਲੇ, ਆਪਣੇ ਰੱਬ ਨਾਲ ਪਿਆਰ ਕਰਨ ਵਾਲੇ। ਅਗਰ ਤੁਸੀਂ ਪਿਆਰ ਕਰੋਗੇ ਤਾਂ ਕੀ ਮਿਲੇਗਾ, ਕੀ ਹੋਏਗਾ, ਕੀ ਬਦਲਾਅ ਆਏਗਾ ਤੁਹਾਡੇ ਜੀਵਨ 'ਚ, ਇੱਥੋਂ ਪਤਾ ਲੱਗਦਾ ਹੈ। ਕਹਿੰਦੇ ਸ਼ੇਖ ਮਗਰਬੀ ਸੁੱਤੇ ਪਏ ਹੈ ਕਿ ਅਚਾਨਕ ਖਾਬ ਆਇਆ। ਤਾਂ ਖਾਬ 'ਚ ਕੀ ਦੇਖਦੇ ਕਿ ਹਜ਼ੂਰ ਮੁਹੰਮਦ ਸਾਹਿਬ ਆ ਗਏ। ਹਜ਼ੂਰ ਮੁਹੰਮਦ ਨੇ ਅੱਗੇ ਕਿਹਾ, ਮਗਰਬੀ ਉੱਠ ਉੱਠ। ਮਗਰਬੀ ਸੁਪਨੇ 'ਚ ਹੀ ਸੁੱਤੇ ਪਏ, ਉੱਠ ਕੇ ਬਹਿ ਜਾਂਦੇ ਹਜ਼ੂਰ ਨੂੰ ਦੇਖ ਕੇ। ਤਾਂ ਹੱਥ ਜੋੜ ਕੇ ਕਹਿੰਦੇ, ਹਜ਼ੂਰ ਤੁਸੀਂ ਹੁਕਮ ਕਰੋ। ਉਹ ਕਹਿੰਦੇ ਇਸ ਮੁਹੱਲੇ ਦਾ, ਇਸ ਸ਼ਹਿਰ ਦਾ ਦਰੋਗਾ ਤੇਰਾ ਮੁਰੀਦ ਹੈ, ਜਾ ਉਹਦੇ ਕੋਲ, ਕਿਉਂਕਿ ਖੁਦਾ ਦਾ ਫਰਮਾਨ ਹੈ ਕਿ ਉਸ ਦਰੋਗਾ ਨੇ ਰਾਤੀ ਮੇਰੇ ਇੱਕ ਆਸ਼ਿਕ ਨੂੰ ਫੜ ਕੇ ਨਜਾਇਜ਼ ਜੇਲ੍ਹ 'ਚ ਬੰਦ ਕੀਤਾ ਹੈ। ਕਿੱਥੇ ਬੰਦ ਕੀਤਾ ਹੈ? ਥਾਣੇ ਦੀ ਜੇਲ੍ਹ 'ਚ ਬੰਦ ਕੀਤਾ ਨਜਾਇਜ਼। ਜਾ ਕੇ ਆਪਣੇ ਦਰੋਗਾ ਮੁਰੀਦ ਨੂੰ ਕਹਿ ਉਹਨੂੰ ਹੁਣੇ ਯਾਦ ਕਰੇ। ਅੱਧੀ ਰਾਤ ਦਾ ਸਮਾਂ। ਕਿੰਨੀ ਰਾਤ ਦਾ? ਅੱਧੀ ਰਾਤ। ਜਿੱਦਾਂ ਆਪਾਂ ਕਹਿ ਲਈਏ 12-1 ਦਾ ਟਾਈਮ। ਜਦੋਂ ਖਾਬ ਆਇਆ ਸ਼ੇਖ ਮਗਰਬੀ ਨੂੰ ਕਿ ਹਜ਼ੂਰ ਆਪ ਆਏ ਔਰ ਕਿਹਾ ਕਿ ਖੁਦਾ ਦਾ ਫਰਮਾਨ ਹੈ ਕਿ ਹੁਣੇ ਹੀ ਜਾ, ਦਰੋਗਾ ਨੂੰ ਕਹਿ ਜੋ ਤੇਰਾ ਮੁਰੀਦ ਹੈ ਕਿ ਤੂੰ ਮੇਰੇ ਆਸ਼ਿਕ ਨੂੰ ਰਾਤੀ ਬੰਦ ਕੀਤਾ, ਉਹ ਨਿਰਦੋਸ਼ ਹੈ, ਉਹ ਤਾਂ ਮਸਤ ਹੈ, ਮੇਰਾ ਆਸ਼ਿਕ ਹੈ, ਮੇਰੇ ਨਾਲ ਪਿਆਰ ਕਰਨ ਵਾਲਾ। ਜਾ ਕੇ ਉਹਨੂੰ ਕਹਿ ਹੁਣੇ ਯਾਦ ਕਰੇ ਉਹਨੂੰ।
ਜਦੋਂ ਹੁਕਮ ਹੋਇਆ ਤਾਂ ਸ਼ੇਖ ਮਗਰਵੀ ਦੀ ਅੱਖ ਖੁੱਲ ਗਈ। ਅੱਖ ਖੁੱਲੀ ਤਾਂ ਹੁਣ ਅੰਦਰ ਇੰਨਾ ਪਿਆਰ ਹੈ ਕਿ ਹਜ਼ੂਰ ਆਪ ਆਏ ਆ, ਤਾਂ ਇਦਾਂ ਦੀ ਅੰਦਰ ਖਿੱਚ ਪਈ ਕਿ ਜੁੱਤੀ ਪਾਣੀ ਵੀ ਭੁੱਲ ਗਏ ਔਰ ਦੌੜ ਪਏ ਦਰੋਗਾ ਦੇ ਘਰ ਦੀ ਤਰਫ ਕਿ ਹਜ਼ੂਰ ਦਾ ਹੁਕਮ ਹੈ, ਇਹਨੂੰ ਫਟਾਫਟ ਪੂਰਾ ਕਰਨਾ ਹੈ। ਕਿਉਂਕਿ ਜਦੋਂ ਕਹਿੰਦੇ ਨਾ ਗੁਰੂ ਦਾ ਹੁਕਮ ਹੋਵੇ, ਮੁਰਸ਼ਦ ਦਾ ਹੁਕਮ ਹੋਵੇ, ਤਾਂ ਬੰਦਾ ਇਹ ਥੋੜੀ ਦੇਖਦਾ ਹੁਣ ਮੈਂ ਕੀ ਆ, ਉਹ ਦੌੜਦਾ ਫਟਾਫਟ ਪੂਰਾ ਕਰੀਏ। ਕਹਿੰਦੇ ਇੱਧਰ ਸ਼ੇਖ ਸਾਹਿਬ ਉਹਨਾਂ ਦੇ ਜੋ ਹੋਰ ਪਿਆਰੇ ਸੀ, ਜੋ ਸੇਵਾਦਾਰ ਉਹਨਾਂ ਕੋਲ ਰਹਿੰਦੇ ਸੀ, ਉਹਨਾਂ ਨੇ ਦੇਖਿਆ ਕਿ ਸਾਡੇ ਸ਼ੇਖ ਨੰਗੇ ਪੈਰੀ ਦੌੜੇ, ਉਹ ਵੀ ਮਗਰ ਨੰਗੇ ਪੈਰੀ ਦੌੜ ਪਏ। ਜਾ ਕਿੱਥੇ ਰਹੇ ਆ? ਹੁਣ ਕਹਿੰਦੇ ਸ਼ੇਖ ਮਗਰਵੀ ਨੂੰ ਪਤਾ ਸੀ ਕਿ ਉਸ ਨਗਰ ਦਾ ਜੋ ਕੋਤਵਾਲ ਰਹਿੰਦਾ ਕਿੱਥੇ ਸੀ, ਕਿਉਂਕਿ ਪਤਾ ਕਿ ਅੱਧੀ ਰਾਤ ਨੂੰ ਕੋਤਵਾਲ ਆਪਣੇ ਥਾਣੇ ਦਾ ਹੋਣਾ ਨਹੀਂ, ਘਰ ਹੀ ਹੋਣਾ ਹੈ। ਸਿੱਧੇ ਉਹਦੇ ਘਰ ਚਲੇ ਗਏ। ਘਰ ਜਾ ਕੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਕੋਤਵਾਲ ਦੇ ਨੌਕਰ ਨੇ ਦਰਵਾਜ਼ਾ ਖੋਲ੍ਹਿਆ, ਜੋ ਕਰਮਚਾਰੀ ਸੀ। ਦਰਵਾਜ਼ਾ ਖੋਲ੍ਹਿਆ, ਦੇਖਿਆ ਕਿ ਸ਼ੇਖ ਸਾਹਿਬ ਨੂੰ ਖੜਿਆ। ਉਹ ਨੌਕਰ ਵੀ ਡਰ ਗਿਆ ਕਿ ਇਸ ਲਈ ਅੱਧੀ ਰਾਤ ਨੂੰ ਸ਼ੇਖ ਸਾਹਿਬ ਆਪ ਆ ਗਏ। ਇਹ ਤਾਂ ਇੱਕ ਸੰਦੇਸ਼ਾ ਹੀ ਭੇਜ ਦਿੰਦੇ, ਇੱਕ ਹੁਕਮ ਹੀ ਭੇਜ ਦਿੰਦੇ, ਤਾਂ ਥਾਣੇਦਾਰ ਨੇ ਦੌੜਾ ਆਪ ਉੱਥੇ ਚੱਲ ਜਾਣਾ ਸੀ। ਤਾਂ ਇਹਨਾਂ ਨੇ ਕਿਹਾ ਬੁਲਾ ਆਪਣੇ ਥਾਣੇਦਾਰ ਨੂੰ। ਨੌਕਰ ਨੇ ਆਵਾਜ਼ ਮਾਰੀ, ਥਾਣੇਦਾਰ ਦੌੜਾ ਆਇਆ, ਦੇਖਿਆ ਸਾਹਮਣੇ ਸ਼ੇਖ ਸਾਹਿਬ ਨੂੰ ਖੜਿਆ, ਹੱਥ ਜੋੜ ਕੇ ਖੜਿਆ, ਹਜ਼ੂਰ ਤੁਸੀਂ ਮੇਰੇ ਮੁਰਸ਼ਦ ਹੋ, ਅੱਧੀ ਰਾਤ ਨੂੰ ਨੰਗੇ ਪੈਰੀ ਮੇਰੇ ਘਰ ਚੱਲ ਕੇ ਆਏ ਹੋ। ਹਜ਼ੂਰ ਤੁਸੀਂ ਇੱਕ ਸੁਨੇਹਾ ਭੇਜਦੇ ਤਾਂ ਮੈਂ ਤੁਹਾਡੇ ਕੋਲ ਆ ਜਾਣਾ ਸੀ। ਤਾਂ ਸ਼ੇਖ ਮਗਰਵੀ ਕਹਿੰਦੇ ਸੁਨੇਹਾ ਭੇਜਣ ਦਾ ਤਾਂ ਵਕਤ ਹੀ ਹੈ ਨਹੀਂ, ਕਿਉਂਕਿ ਹਜ਼ੂਰ ਆਪ ਆਏ ਸੀ ਮੇਰੇ ਖਾਬ 'ਚ ਔਰ ਕਹਿੰਦੇ ਜਲਦੀ ਜਾ ਔਰ ਜਾ ਕੇ ਕਹਿ ਦੇ ਥਾਣੇਦਾਰ ਨੂੰ ਕਿ ਜਿਹੜਾ ਤੂੰ ਰਾਤੀ ਫੜਿਆ ਨਾ ਮੇਰਾ ਆਸ਼ਿਕ ਹੈ, ਉਹ ਛੱਡ ਦੇ ਉਹਨੂੰ ਜਲਦੀ। ਉਹ ਰਾਤੀ ਤੂੰ ਕਿਹਨੂੰ ਫੜਿਆ ਹੈ? ਫੜਿਆ ਕਿਸੇ ਨੂੰ? ਉਹ ਕਹਿੰਦੇ ਹਾਂ ਮਹਾਰਾਜ, ਅਸੀਂ ਗਸ਼ਤ ਤੇ ਜਾ ਰਹੇ ਸੀ, ਇੱਕ ਮਸਤ ਜਿਹਾ ਸੀ, ਸਾਨੂੰ ਲੱਗਾ ਕਿ ਕਿਤੇ ਕੋਈ ਚੋਰ ਨਾ ਹੋਵੇ, ਕਿਉਂਕਿ ਹੋ ਹੀ ਜਾਂਦਾ ਨਾ ਭੁਲੇਖਾ ਥਾਣੇਦਾਰਾਂ ਨੂੰ। ਇਹ ਮਸਤ ਜਿਹਾ ਘੁੰਮ ਰਿਹਾ ਹੈ, ਪੁੱਛੋ ਨਾਮ ਤਾਂ ਨਾਂ ਨਹੀਂ ਦੱਸਦਾ, ਕਿੱਥੋਂ ਆ ਤੇਰਾ ਪਿੰਡ ਕੀ ਉਹ ਨਹੀਂ ਦੱਸਦਾ, ਸਾਨੂੰ ਸ਼ੱਕ ਹੋਈ ਕਿਤੇ ਚੋਰ ਹੀ ਨਾ ਹੋਵੇ। ਅਸੀਂ ਫੜ ਕੇ ਉਹਨੂੰ ਜੇਲ੍ਹ 'ਚ ਬੰਦ ਕਰਤਾ ਕਿ ਹੁਣ ਬੰਦ ਕਰੋ, ਸਵੇਰੇ ਦੇਖਾਂਗੇ, ਫਿਰ ਇਹਦਾ ਹਿਸਾਬ ਕਿਤਾਬ ਕਰਾਂਗੇ। ਉਹ ਮਗਰਵੀ ਕਹਿੰਦੇ ਚੱਲ ਭਾਈ ਹੁਣੇ ਹੀ ਉਹਨੂੰ ਕੈਦ ਚੋਂ ਕੱਢ। ਥਾਣੇਦਾਰ ਕਹਿੰਦਾ ਹਜ਼ੂਰ ਤੁਸੀਂ ਬੈਠੋ, ਘਰੇ ਹੀ ਬੈਠੋ, ਮੈਂ ਹੁਣੇ ਜਾ ਕੇ ਉਹਨੂੰ ਆਜ਼ਾਦ ਕਰ ਦਊਂ। ਕਹਿੰਦੇ ਨਹੀਂ, ਅਸੀਂ ਵੀ ਤੇਰੇ ਨਾਲ ਜਾਣਾ ਹੈ। ਉਹ ਐਸੀ ਵੀ ਦੇਖਣਾ ਉਹ ਆਸ਼ਿਕ ਕਿੱਦਾਂ ਦਾ ਹੈ ਕਿ ਅੱਧੀ ਰਾਤ ਨੂੰ ਹਜ਼ੂਰ ਆਪ ਆ ਕੇ ਹੁਕਮ ਕਰਦੇ ਮੈਨੂੰ ਕਿ ਜਾ ਕੇ ਰੱਬ ਦੇ ਆਸ਼ਿਕ ਨੂੰ ਕਢਾ ਕੈਦਖਾਨੇ ਚੋਂ। ਉਹਨੂੰ ਤਾਂ ਮੈਂ ਵੀ ਦੇਖਣਾ ਚਾਹੁੰਦਾ ਹਾਂ ਕਿ ਜੇ ਇਹਨੂੰ ਬੰਦ ਤੂੰ ਕੀਤਾ ਤਾਂ ਫਿਕਰ ਉਹਨਾਂ ਨੂੰ ਹੋਵੇ। ਕਹਿੰਦੇ ਆਪ ਮਗਰਵੀ ਨਾਲ ਗਏ ਔਰ ਜਾ ਕੇ ਥਾਣੇ 'ਚ ਜਦੋਂ ਉਸ ਮਸਤ ਨੂੰ, ਉਸ ਫਕੀਰ ਨੂੰ ਜੋ ਕਿ ਕੈਦ ਸੀ, ਉੱਥੇ ਵੀ ਉਹ ਹੱਸ ਰਿਹਾ ਹੈ, ਖੜਾ ਹੈ ਔਰ ਹੱਸ ਰਿਹਾ ਹੈ ਸਲਾਖਾਂ ਫੜ ਕੇ। ਥਾਣੇਦਾਰ ਨੇ ਕਿਹਾ ਮਹਾਰਾਜ ਰਾਤੀ ਵੀ ਹੱਸ ਰਹੇ ਸੀ ਇਹ। ਕਹਿੰਦੇ ਜਾ ਕੇ ਨਾ ਥਾਣੇਦਾਰ ਨੇ ਫਟਾਫਟ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੋਲ੍ਹਿਆ, ਜਦੋਂ ਬਾਹਰ ਆਏ ਤਾਂ ਉਹ ਜਿਹੜਾ ਮਸਤ ਫਕੀਰ ਸੀ ਨਾ, ਉਹ ਬਿਨਾਂ ਆਲੇ ਦੁਆਲੇ ਦੇਖਿਆ ਤੁਰ ਪਿਆ। ਤਾਂ ਮਗਰਵੀ ਦੇ ਮਨ 'ਚ ਹੈ ਕਮਾਲ ਦੀ ਗੱਲ ਹੈ, ਬੁਲਾਇਆ ਤੱਕ ਨਹੀਂ ਇਹਨਾਂ। ਨਹੀਂ ਤਾਂ ਬੰਦਾ ਜਿਹਨੂੰ ਬੁਲਾਉਂਦਾ ਹੈ, ਜਿਹੜਾ ਛਡਾਉਂਦਾ ਉਹਨੂੰ ਥੈਂਕ ਯੂ ਕਹਿੰਦਾ, ਧੰਨਵਾਦ ਕਹਿੰਦਾ ਹੈ, ਸ਼ੁਕਰੀਆ ਕਹਿੰਦਾ, ਗੱਲਬਾਤ ਹੀ ਉਹਦੇ ਨਾਲ ਕਰਦਾ ਹੈ ਕਿ ਤੁਸੀਂ ਆਏ, ਮੈਨੂੰ ਛੁਡਾਇਆ, ਤੁਹਾਡਾ ਧੰਨਵਾਦ। ਪਰ ਇਹ ਤਾਂ ਚੰਗਾ ਮਸਤ ਹੈ, ਬਿਨਾਂ ਬੋਲਿਆ ਤੁਰ ਪਿਆ ਬਾਹਰ ਨੂੰ। ਜਿੱਦਾਂ ਜੇਲ੍ਹ ਦਾ ਦਰਵਾਜ਼ਾ ਖੁੱਲ੍ਹਾ ਨਾਲ ਹੀ ਬਾਹਰ ਨੂੰ। ਮਗਰ ਵੀ ਆਪ ਮਗਰ ਉਹਦੇ ਗਏ, ਕਹਿੰਦੇ ਰੁਕੋ, ਇਹ ਅੱਲਾ ਦੇ ਆਸ਼ਿਕ ਰੁਕ। ਉਹ ਆਸ਼ਿਕ ਰੁਕਿਆ, ਕਹਿੰਦੇ ਹਾਂ ਦੱਸੋ। ਉਹ ਮਗਰ ਵੀ ਕਹਿੰਦੇ ਤੁਸੀਂ ਹੋ ਕੌਣ, ਤੁਹਾਡਾ ਨਾਮ ਕੀ ਹੈ, ਤੁਸੀਂ ਰਹਿੰਦੇ ਕਿੱਥੇ ਹੋ, ਮੈਨੂੰ ਥੋੜਾ ਦੱਸ ਦਿਓ, ਕਿਉਂਕਿ ਨਗਰ ਦਾ ਬਾਦਸ਼ਾਹ ਮੇਰਾ ਮੁਰੀਦ ਹੈ, ਨਗਰ ਦੇ ਸਾਰੇ ਸੈਨਿਕ ਮੇਰੇ ਮੁਰੀਦ ਹੈ, ਕਿਉਂਕਿ ਜਿੱਥੇ ਬਾਦਸ਼ਾਹ ਮੁਰੀਦ ਹੋ ਜਾਵੇ ਤਾਂ ਉਹਦੇ ਨਾਲ ਦੇ ਵਜ਼ੀਰ ਤਾਂ ਆਪੇ ਮੁਰੀਦ ਹੋ ਜਾਂਦੇ। ਉਹ ਮੈਨੂੰ ਦੱਸੋ ਆਪਣੇ ਬਾਰੇ, ਤਾਂ ਕਿ ਕੱਲ ਨੂੰ ਦੁਬਾਰਾ ਤੁਹਾਨੂੰ ਕੋਈ ਇਦਾਂ ਦੀ ਪਰੇਸ਼ਾਨੀ ਨਾ ਆਵੇ। ਤਾਂ ਜੇ ਇਦਾਂ ਦੀ ਪਰੇਸ਼ਾਨੀ ਆਵੇ ਤਾਂ ਮੈਂ ਤੁਹਾਡੀ ਮਦਦ ਕਰਨ ਵਾਸਤੇ ਪਹੁੰਚ ਜਾਵਾਂ। ਦੱਸੋ ਮੈਨੂੰ ਤੁਸੀਂ ਹੋ ਕੌਣ। ਤਾਂ ਉਸ ਵੇਲੇ ਰੱਬ ਦਾ ਆਸ਼ਿਕ ਕਹਿੰਦਾ, ਹੱਸ ਕੇ ਕੀ ਕਹਿਣ ਲੱਗਾ, ਕਹਿੰਦਾ ਸ਼ੇਖ ਮਗਰਵੀ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਕਿ ਮੈਂ ਕੌਣ ਹਾਂ, ਬਸ ਇੰਨਾ ਹੀ ਕਾਫੀ ਹੈ, ਮੈਂ ਆਪਣੇ ਰੱਬ ਦਾ ਆਸ਼ਿਕ ਹਾਂ। ਸਮਝਦੇ ਹੋ ਕਿ ਨਹੀਂ, ਮੈਂ ਆਪਣੇ ਰੱਬ ਦਾ ਆਸ਼ਿਕ ਹਾਂ। ਉਹ ਸ਼ੇਖ ਮਗਰਵੀ ਕਹਿੰਦੇ ਉਹ ਤਾਂ ਮੈਨੂੰ ਵੀ ਪਤਾ, ਪਰ ਜੇ ਤੁਹਾਡਾ ਪਤਾ ਹੋਵੇ, ਅਤਾ ਪਤਾ ਹੋਵੇ, ਨਾਮ ਪਤਾ ਹੋਵੇ ਤਾਂ ਤੁਹਾਡੀ ਮਦਦ ਹੋ ਸਕਦੀ ਹੈ। ਤਾਂ ਉਸ ਵੇਲੇ ਉਹ ਆਸ਼ਿਕ ਨੇ ਕਿਹਾ, ਉਹ ਮਗਰਵੀ ਮੈਨੂੰ ਮਦਦ ਦੀ ਲੋੜ ਨਹੀਂ ਹੈ, ਪਤਾ ਤਾਂ ਉਹ ਦੱਸੇ ਜਿਹਨੂੰ ਮਦਦ ਦੀ ਲੋੜ ਹੁੰਦੀ ਹੈ। ਉਹ ਮੈਨੂੰ ਮਦਦ ਦੀ ਲੋੜ ਨਹੀਂ ਹੈ, ਜੇ ਕੱਲ ਨੂੰ ਫਿਰ ਮੇਰੇ ਤੇ ਮੁਸੀਬਤ ਆਈ ਤਾਂ ਜਿਹਨੇ ਅੱਜ ਆ ਕੇ ਅੱਧੀ ਰਾਤ ਨੂੰ ਤੈਨੂੰ ਨੰਗੇ ਪੈਰੀ ਮੇਰੇ ਕੋਲ ਭੇਜ ਦਿੱਤਾ, ਉਹ ਕੱਲ ਨੂੰ ਫਿਰ ਮੇਰੀ ਮਦਦ ਕਰ ਦੇਗਾ। ਤੇਰੀ ਲੋੜ ਕੀ ਹੈ ਮੈਨੂੰ, ਕਿਉਂਕਿ ਅੱਜ ਵੀ ਤਾਂ ਉਹਨੇ ਭੇਜਿਆ ਨਾ ਤੈਨੂੰ, ਅੱਜ ਵੀ ਤਾਂ ਉਹਨੇ ਭੇਜਿਆ ਨਾ ਜਿਹਦੇ ਕਰਕੇ ਤੂੰ ਨੰਗੇ ਪੈਰੀ ਖੜਾ ਹੈ। ਕੱਲ ਨੂੰ ਫੇਰ ਲੋੜ ਪਈ ਤਾਂ ਉਹਨੂੰ ਯਾਦ ਕਰ ਲਵਾਂਗੇ। ਜਿਹਨੇ ਅੱਜ ਤੈਨੂੰ ਭੇਜ ਸਕਦਾ ਕੱਲ ਨੂੰ ਕਿਸੇ ਹੋਰ ਨੂੰ ਭੇਜ ਦੇਗਾ।
ਕਿਉਂਕਿ ਮਗਰਵੀ ਨੇ ਸਦਾ ਨਹੀਂ ਰਹਿਣਾ। ਉਹਨੇ ਕੀ ਕਿਹਾ ਆਸ਼ਿਕ ਨੇ? ਮਗਰਵੀ ਨੇ ਸਦਾ ਨਹੀਂ ਰਹਿਣਾ, ਪਰ ਜਿਹਦਾ ਆਸ਼ਿਕ ਮੈਂ ਆ ਉਹਨਾਂ ਸਦਾ ਹੀ ਰਹਿਣਾ ਹੈ। ਸਮਝ ਲੈਣਾ ਸਾਰੇ। ਜਦੋਂ ਇੰਨੀ ਗੱਲ ਕਹੀ ਤਾਂ ਅੰਗਰੇਜ਼ ਕਹਿੰਦਾ ਮਹਾਰਾਜ ਰਾਤੀ ਜਦੋਂ ਇਹਨੂੰ ਬੰਦ ਕਰਕੇ ਲੈ ਕੇ ਚੱਲਾ ਸੀ ਨਾ, ਮੈਂ ਫੜ ਕੇ ਜੇਲ੍ਹ 'ਚ ਬੰਦ ਕਰਨ ਲੱਗਾ ਸੀ, ਤਾਂ ਮੈਂ ਪੁੱਛਿਆ ਕੌਣ ਹੈ ਤੂੰ? ਇਹ ਹੱਸ ਰਿਹਾ ਸੀ। ਮੈਂ ਕਿਹਾ ਹੱਸ ਕਿਉਂ ਰਿਹਾ ਆ? ਉਹ ਤੈਨੂੰ ਡਰ ਨਹੀਂ? ਤੈਨੂੰ ਮੈਂ ਜੇਲ੍ਹ 'ਚ ਬੰਦ ਕੀਤਾ ਹੈ, ਹੱਸ ਕਿਉਂ ਰਿਹਾ ਹੈ? ਤਾਂ ਕਹਿੰਦਾ ਉਸਲੇ ਵੀ ਇੱਕੋ ਹੀ ਗੱਲ ਕਹੀ ਸੀ, ਓਏ ਥਾਣੇਦਾਰਾ ਕਰਦੇ ਬੰਦ, ਤੈਨੂੰ ਪਤਾ ਨਹੀਂ ਮੇਰੀ ਪਹੁੰਚ ਕਿੱਥੇ ਤੱਕ ਹੈ। ਤਾਂ ਮੈਂ ਇਹਨੂੰ ਕਿੱਥੇ ਤੱਕ ਪਹੁੰਚ ਹੈ? ਕਹਿੰਦਾ ਮੈਂ ਉਹਦੇ ਮਜ਼ਾਕ 'ਚ ਕਿਹਾ ਸੀ ਕਿ ਤੇਰੀ ਪਹੁੰਚ ਬਾਦਸ਼ਾਹ ਤੱਕ ਹੈ। ਜਿਹੜਾ ਤੂੰ ਕਹਿੰਦਾ ਮੈਨੂੰ ਜਿੱਦਾਂ ਬੰਦਾ ਡਰਾਉਂਦਾ, ਤੈਨੂੰ ਪਤਾ ਨਹੀਂ ਮੇਰੀ ਪਹੁੰਚ, ਮੈਨੂੰ ਬੰਦ ਕਰਨ ਲੱਗਾ, ਪਤਾ ਕਿੱਥੇ ਤੱਕ ਮੇਰੀ ਪਹੁੰਚ? ਕਹਿੰਦਾ ਮੈਂ ਹੱਸ ਗਿਆ, ਕਿਉਂ ਕਿੱਥੇ ਤੱਕ ਤੇਰੀ ਪਹੁੰਚ? ਮਸਤ ਪਾਗਲ ਤਾਂ ਲੱਗਦਾ ਦੇਖਣ ਨੂੰ ਇਹ। ਕਿੱਥੇ ਤੱਕ ਤੇਰੀ ਪਹੁੰਚ ਹੈ ਦੱਸ ਮੈਨੂੰ? ਬਾਦਸ਼ਾਹ ਤੱਕ ਪਹੁੰਚ ਹੈ। ਹੱਸ ਕੇ ਕਹਿਣ ਲੱਗਾ ਨਹੀਂ ਫਿਰ ਠਹਿਰ ਲਾ, ਅੱਧੀ ਰਾਤ ਨੂੰ ਹੀ ਪਤਾ ਲੱਗ ਜੂ ਮੇਰੀ ਪਹੁੰਚ ਕਿੱਥੇ ਤੱਕ ਹੈ। ਕਹਿੰਦਾ ਮਾਰੇ ਹੁਣ ਪਤਾ ਲੱਗਾ ਇਹਦੀ ਪਹੁੰਚ ਤਾਂ ਸਿੱਧੀ ਖੁਦਾ ਤੱਕ ਹੈ, ਕਿ ਮੇਰੇ ਮੁਰਸ਼ਿਦ ਨੂੰ ਵੀ ਭੱਜਣਾ ਪੈ ਗਈਆਂ। ਸੋ ਫਿਰ ਕਵਾਂਗੇ ਜਿਹਦੀ ਪਹੁੰਚ ਥਾਣੇਦਾਰ ਤੱਕ ਹੋਵੇ ਉਹੀ ਨਹੀਂ ਮਾਣ ਕਰਦਾ। ਪਤਾ ਮੈਨੂੰ ਥਾਣੇਦਾਰ ਮੇਰਾ ਮਿੱਤਰ ਹੈ, ਔਰ ਡੀਐਸਪੀ ਮੇਰਾ ਮਿੱਤਰ ਹੈ, ਐਸਐਸਪੀ ਮੇਰਾ ਮਿੱਤਰ ਹੈ, ਫਲਾਨਾ ਮੰਤਰੀ ਮੇਰਾ ਮਿੱਤਰ ਹੈ, ਹੁੰਦਾ ਕਿ ਨਹੀਂ? ਪਰ ਉਹਨਾਂ ਦੀ ਇੱਕ ਪਹੁੰਚ, ਇੱਕ ਹੱਦ ਹੈ, ਹੱਦ ਤੋਂ ਅੱਗੇ ਉਹ ਵੀ ਜਾ ਨਹੀਂ ਸਕਦੇ। ਅਗਰ ਯਾਰੀ ਲਾਣੀ ਹੈ ਤਾਂ ਉਹਦੇ ਨਾਲ ਲਾਈਏ ਜਿਹਦੀ ਰਹਿਮਤ ਦੀ ਕੋਈ ਹੱਦ, ਔਰ ਜਿਹੜਾ ਉਹਦੇ ਤੱਕ ਪਹੁੰਚ ਗਿਆ ਨਾ ਉਹਨੂੰ ਫਿਰ ਕਿਸੇ ਚੀਜ਼ ਦੀ ਕਮੀ ਰਹਿੰਦੀ ਨਹੀਂ, ਉਹ ਡਰ ਰਹਿੰਦਾ ਹੀ ਨਹੀਂ ਹੈ। ਇਸ ਲਈ ਅਸੀਂ ਕਹਿੰਦੇ ਹਾਂ ਕਿ ਇਸ਼ਕ ਕਰੀਏ ਆਪਣੇ ਉਸ ਮਾਲਿਕ ਨਾਲ, ਪਿਆਰ ਕਰੀਏ, ਵਿਸ਼ਵਾਸ ਰੱਖੀਏ। ਇਸੇ ਲਈ ਦੱਸਿਆ ਜਾਂਦਾ ਕਿ ਮੁਰਸ਼ਿਦ ਨਾਲ ਜੁੜ ਕੇ ਹੀ ਬੰਦਾ ਉਸ ਰਹਿਮਤ ਤੱਕ ਪਹੁੰਚਦਾ ਹੈ, ਕਿਉਂਕਿ ਮੁਰਸ਼ਿਦ ਇੱਕ ਜ਼ਰੀਆ ਬਣਦਾ ਹੈ ਸਾਡੇ ਉੱਪਰ ਜਿਹੜਾ ਰੰਗ ਚੜਦਾ ਨਾ ਉਹ ਰੱਬ ਦੀਆਂ ਰਹਿਮਤਾਂ ਦਾ, ਉਹ ਮੁਰਸ਼ਿਦ ਇੱਕ ਜ਼ਰੀਆ ਬਣਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਤੁਸੀਂ ਵੀ ਮਾਲਿਕ ਤੇ ਯਕੀਨ ਰੱਖੋ। ਔਰ ਫਿਰ ਕਹਾਂਗੇ ਕਿ ਅਗਰ ਮੁਸ਼ਕਿਲ ਆਵੇ, ਪਰੇਸ਼ਾਨੀ ਆਵੇ ਤਾਂ ਡਰਨ ਦੀ ਲੋੜ ਨਹੀਂ, ਚਿੰਤਾ ਕਰਨ ਦੀ। ਜਿੱਦਾਂ ਅਸੀਂ ਇੱਕ ਸ਼ੇਰ ਕਹੀਦਾ ਇੱਥੇ, ਹੁਣ ਜਾਂਦੇ ਜਾਂਦੇ ਕਹਿ ਦਈਏ ਕਿ ਹਜ਼ਾरों मुश्किलों से मैं मुस्कुरा के लड़ सकता हूं, मेरा हौसला और विश्वास बहुत ज्यादा है। जरा कह दो मेरा हौसला और विश्वास बहुत। ਹੁਣ ਹੌਸਲਾ ਕਦੋਂ ਜ਼ਿਆਦਾ ਹੁੰਦਾ ਹੈ, ਵਿਸ਼ਵਾਸ ਕਦੋਂ ਜ਼ਿਆਦਾ ਹੁੰਦਾ ਹੈ? हजारों मुश्किलों से मैं मुस्कुरा के लड़ सकता हूं, मेरा हौसला और विश्वास बहुत ज्यादा है। जब से मेरे मालिक ने कहा है मैं तुझे हारने नहीं दूंगा, ये मेरा तुझसे वादा है। ਜਦੋਂ ਮਾਲਿਕ ਨੇ ਕਹਿਤਾ ਨਾ ਵਾਦਾ ਹੈ, ਤੇਰੀ ਹਾਰ ਨਹੀਂ ਹੋਏਗੀ, ਬਸ ਵਿਸ਼ਵਾਸ ਨਾਲ ਅੱਗੇ ਕਦਮ ਵਧਾ, ਤੈਨੂੰ ਕਾਮਯਾਬੀ ਜ਼ਰੂਰ, ਤੈਨੂੰ ਸਫਲਤਾ ਜ਼ਰੂਰ। ਤਾਂ ਤੁਸੀਂ ਵੀ ਇਹ ਯਕੀਨ ਰੱਖੋ, ਇੱਥੋਂ ਹੋ ਜਾਓ ਆਪਣੇ ਮਾਲਿਕ ਦੇ, ਇੱਥੋਂ ਯਕੀਨ ਰੱਖੋ, ਵਿਸ਼ਵਾਸ ਰੱਖੋ ਆਪਣੇ ਉਸ ਮਾਲਿਕ ਪ੍ਰਮਾਤਮਾ ਪ੍ਰਭੂ ਤੇ, ਜਿਸਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ। ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ। ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, मेरे सारे दुख दूर। मैं बहुत खुशी आ गई, आ गई, आ गई, आ गई, रहमत आ गई, आ गई, आ गई, आ गई। बस इतने रहमत नहीं, वादा तो बस यकीन पूरा रखियो, विश्वास पूरा रखियो। कभी मुश्किल परेशानी ਨੂੰ देख के डरना नहीं, सबर शुक्र, क्योंकि जो तुसी चाहते हो ना सबर रखो, ਤੁਹਾਡੀ सोच तो अच्छा ही मिलेगा ਤੁਹਾਨੂੰ। समझते हो कि नहीं? इसलिए ताही दसी दा क्या फर्क होता है खुदा और पीर में, वही जो फर्क होता है बादशाह और वजीर में। अगर कुछ मांगो और ना मिले तो समझ लेना कुछ और अच्छा लिखा है तकदीर में, कि रब ने कुछ अच्छा ही लिखा होएगा। साडी सोच तो ज्यादा ही वो जद भी दिंदा है, साडी सोच तो ज्यादा दिंदा और अच्छा दिंदा है। बस यकीन रखना तुहाडा काम है, रहमतां नाल झोली भरनी उस मालिक दा काम है। तुसीं अपना काम पूरा करो तो उन्हां दा कर ही देना पूरा। समझदे हो कि नहीं? इसलिए हुण आखिरले वचनां 'च यही कहांगे, अपने मालिक ते विश्वास रखो, यकीन रखो, भरोसा रखो, हर मुश्किल दा हल होएगा,
ਹਰ ਦੁੱਖ ਦੂਰ ਹੋਏਗਾ, ਝੋਲੀ ਖੁਸ਼ੀਆਂ ਨਾਲ ਜ਼ਰੂਰ ਭਰੇਗੀ, ਕਾਮਯਾਬੀ ਜ਼ਰੂਰ ਮਿਲੇਗੀ, ਕਿਉਂਕਿ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ, ਸਫਲਤਾ ਦੇਣ ਵਾਲਾ ਮੇਰਾ ਮਾਲਿਕ ਮੇਰੇ, ਰਹਿਮਤਾਂ ਕਰਨ ਵਾਲਾ ਮੇਰਾ ਮਾਲਿਕ ਮੇਰੇ, ਮੈਨੂੰ ਕਾਮਯਾਬੀ ਸਫਲਤਾ ਦੀਆਂ ਮੰਜ਼ਿਲਾਂ ਤੱਕ ਲੈ ਕੇ ਜਾਣ ਵਾਲਾ ਮੇਰਾ ਮਾਲਿਕ ਮੇਰੇ, ਮੇਰੀ ਹਰ ਮੁਸ਼ਕਿਲ ਦਾ ਅੰਤ ਕਰਨ ਵਾਲਾ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਚਲੋ ਇਦਾਂ ਹੀ ਮਾਲਿਕ ਤੁਹਾਡੇ ਹਰ ਕਦਮ ਤੇ ਜੇ ਦਿਲੋਂ ਕਿਹਾ ਹੈ ਵਿਸ਼ਵਾਸ ਨਾਲ ਤਾਂ ਯਾਦ ਰੱਖੋ ਫਿਰ ਨਾਲ ਹੀ ਹੈ ਤੁਹਾਡੇ, ਉਹ ਸਮਝ ਦਿਓ। तो आने वाला हर पल तुहाडे वास्ते खुशियां, रहमतां, बरकतां लैके आवे, कामयाबी, सफलता लैके आवे। मालिक दिन दुगनी रात तुहानू चौगनी तरक्की देन। और अज जिन्ने भी जी उस मालिक के घर च पहुंचे है, मालिक तुहाडियां सब दियां हाज़रियां कबूल करन। और जिहड़े अज प्यार विश्वास नाल न्याज़ां लैके आए है, जे कोई अपनी तकलीफ दुख की न्याज़ लैके आया है तो जिस भावना नाल तुसीं न्याज़ लैके आए हो, मालिक तुहाडी उह न्याज़ नूं कबूल करन, तुहाडी भावना नूं, कामना नूं पूरा करन। और जिहड़े जी खुशी की न्याज़ लैके आए है, मालिक ਉਹਨਾਂ ਦੀ ਖੁਸ਼ੀ ਦੀ ਨਿਆਜ਼ ਨੂੰ ਕਬੂਲ ਕਰਨ। ਔਰ ਉਹਨਾਂ ਦੀ ਝੋਲੀ 'ਚ ਇੰਨੀਆਂ ਖੁਸ਼ੀਆਂ ਪਾ ਦੇਣਗੇ ਕਦੀ ਮੰਗਣ ਦੀ, ਫਰਿਆਦ ਕਰਨ ਦੀ ਲੋੜ ਹੀ ਨਾ ਪਵੇ। ਔਰ ਜਿਹੜੇ ਸੇਵਾ 'ਚ ਯੋਗਦਾਨ ਦੇਣ ਵਾਲੇ ਮਾਲਕ, ਉਹਨਾਂ ਦੇ ਕੰਮਾਂ ਕਾਰਾਂ 'ਚ, ਕਮਾਈਆਂ 'ਚ ਬਰਕਤਾਂ ਪਾਉਣ, ਤਾਂ ਕਿ ਇਸੇ ਤਰ੍ਹਾਂ ਦਰਬਾਰ ਦੀ ਸੰਗਤ ਦੀ ਸੇਵਾ ਕਰਕੇ, ਲੰਗਰ ਦੀ ਸੇਵਾ ਕਰਕੇ ਉਹ ਮਾਲਕ ਦੀਆਂ ਰਹਿਮਤਾਂ ਹਾਸਲ ਕਰਦੇ ਰਹਿਣ। ਤੁਹਾਨੂੰ ਮਾਲਕ ਨੇਕੀਆਂ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ ਬਲ ਬਖਸ਼ੇ। ਔਰ ਤੁਹਾਡੇ ਸਭ ਦੇ ਅੰਦਰੋਂ ਨਫ਼ਰਤ, ਵੈਰ ਵਿਰੋਧਤਾ ਖਤਮ ਹੋ ਜਾਵੇ। ਔਰ ਤੁਹਾਡੇ ਅੰਦਰ ਪਿਆਰ ਹੀ ਪਿਆਰ ਹੋਵੇ, ਸਭ ਦੇ ਪ੍ਰਤੀ ਪਿਆਰ, ਸਭ ਦੇ ਪ੍ਰਤੀ ਮੁਹੱਬਤ ਹੋਵੇ। ਔਰ ਤੁਹਾਡੇ ਅੰਦਰ ਆਪਣੇ ਮਾਲਕ ਦਾ ਸੱਚਾ ਪਿਆਰ, ਸੱਚਾ ਵਿਸ਼ਵਾਸ ਹੋ ਜਾਵੇ, ਤਾਂ ਕਿ ਤੁਸੀਂ ਜੀਵਨ ਦਾ ਪੂਰਾ ਆਨੰਦ ਲੈ ਸਕੋ। ਔਰ ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਲੈ ਕੇ ਆਵੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया से शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें। और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।